लेकिन हर रोज़ छोटी छोटियां कुर्बानियां ਅਸੀਂ ਕਰਦੇ ਰਹਿੰਦੇ ਹਾਂ। किस तरीके ਨਾਲ ਮਨੁੱਖੀ ਮਨ ਨੂੰ ਇਹ ਟੁੰਬਦੀ ਹੈ। ਇੱਕ ਗੱਲ ਪਹਿਲਾਂ ਆਪਾਂ ਨੂੰ ਸਮਝ ਲੈਣੀ ਚਾਹੀਦੀ ਆ ਵੀ ਆਪਾਂ ਕੋਈ ਵੀ ਕਿਸੇ ਤੇ ਕੋਈ ਆਸਾਨ ਨਹੀਂ ਕਰਦੇ। ਸਾਰੀ ਗੱਲ ਜਿਹੜੀ ਅਸੀਂ ਆਪਣੀ ਖੁਸ਼ੀ ਲਈ ਕਰਦੇ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਆ, ਸਾਡੇ ਤੇ ਆਸਾਨ ਹੋਣੇ ਸ਼ੁਰੂ ਹੋ ਜਾਂਦੇ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ, ਘਰਦਿਆਂ ਦੇ ਸ਼ੁਰੂ ਹੋ ਜਾਂਦੇ। ਜੇ ਤੁਸੀਂ ਫੈਮਿਲੀ ਦੇ ਦੇਖਣ ਲੱਗੋ, ਫੈਮਿਲੀ ਮੈਂਬਰਾਂ ਦੇ ਹੀ ਇੰਨੇ ਆਸਾਨ ਹੈ ਸਾਡੇ ਉੱਤੇ ਵੀ ਜਿਹੜੇ ਸਾਤੋਂ ਗਿਣ ਨਹੀਂ ਹੁੰਦੇ। ਅੱਛਾ, ਇੱਕ ਥਿੰਨ ਸਾਹਿਬ ਉਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ, ਮੈਂ ਕਦੇ ਕਿਹਾ ਨਹੀਂ ਹੈ ਬਹੁਤਾ, ਪਰ ਮੈਂ ਕਿਹਾ ਇਹ ਕਹਿ ਦੇਵਾਂ ਜਾ ਕੇ, ਇਹ ਤੁਸੀਂ ਥੋੜ੍ਹਾ ਜਿਹਾ ਅੰਬੈਰਸ ਨਾ ਹੋਇਓ। ਦੇਖੋ ਇਹ ਤਾਂ ਗੱਲ ਮੰਨਣੀ ਪਊ ਨਾ। ਹੁਣ ਤਾਂ ਜਿਹੜੇ ਇੱਥੇ ਦੇ ਜੰਮੇ ਪਲੇ ਪੜ੍ਹੇ ਲਿਖੇ ਯੰਗ ਬੱਚੇ, ਉਹ ਵੀ ਕਈ ਵਾਰੀ ਮੈਨੂੰ ਕਦੇ ਨੋ ਦੈਟਸ ਅ ਬੈਡ ਕਰਮਾ। ਪਕਣਾ ਬੰਦ ਕਰ ਦੇ, ਨਹੀਂ ਮੈਂ ਤੇਰੇ ਸਿਰ ਦੇ ਵਿੱਚ ਜੁੱਤੀ ਮਾਰਨੀ ਹੈ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਤੁਸੀਂ ਦੇਖਦੇ ਹੋ ਕਿ ਵੱਡੇ ਪੱਧਰ 'ਤੇ ਮੁਲਕ ਲਈ, ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕ ਸਾਡੇ ਵਿੱਚੋਂ ਹੀ ਸਨ ਔਰ ਜਿਨ੍ਹਾਂ ਦਾ ਨਾਂ ਹਮੇਸ਼ਾ ਅਮਰ ਰਹੇਗਾ। ਲੇਕਿਨ ਹਰ ਰੋਜ਼ ਛੋਟੀ ਛੋਟੀਆਂ ਕੁਰਬਾਨੀਆਂ ਅਸੀਂ ਕਰਦੇ ਰਹਿੰਦੇ ਹਾਂ, ਇੱਕ ਦੂਜੇ ਲਈ ਵੀ ਕਰਦੇ ਹਾਂ, ਦੋਸਤੀਆਂ ਦੇ ਵਿੱਚ ਵੀ ਕੁਰਬਾਨੀਆਂ ਹੁੰਦੀਆਂ ਰਹੀਆਂ। ਅੱਜ ਕੁਰਬਾਨੀ ਦੀ ਗੱਲਬਾਤ ਚੱਲਣੀ ਹੈ। ਕੁਰਬਾਨੀ ਹੈ ਕੀ ਅਤੇ ਕਿਸ ਤਰੀਕੇ ਨਾਲ ਮਨੁੱਖੀ ਮਨ ਨੂੰ ਇਹ ਟੁੰਬਦੀ ਹੈ। ਜੇ ਕੋਈ ਤੁਹਾਡੇ ਲਈ ਕੁਰਬਾਨੀ ਕਰਦਾ, ਕਈ ਵਾਰੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਪ੍ਰਿੰਸੀਪਲ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਸੈਨ ਸਾਹਿਬ। ਕਿਵੇਂ ਗੁਜ਼ਰ ਰਹੀ ਹੈ ਸਮਾਂ? ਬੜੀ ਤੇਜ਼ੀ ਨਾਲ ਗੁਜ਼ਰਦਾ ਜਾ ਰਿਹਾ। ਆ ਦੇਖ ਲਓ, ਜੇਠ ਚੜ੍ਹ ਗਿਆ ਹੁਣ। ਹਾਂਜੀ, ਜੇਠ ਦਾ ਮਹੀਨਾ ਚੜ੍ਹ ਗਿਆ। ਹਾਂਜੀ, ਲੇਕਿਨ ਹਾਲੇ ਬਾਰਿਸ਼ ਹੋ ਰਹੀ ਹੈ, ਪਰ ਸਮਾਂ ਬਹੁਤ ਤੇਜ਼ੀ ਨਾਲ ਆਪਣੀ ਚਾਲ ਚੱਲ ਰਿਹਾ ਹੈ। ਹਾਊ ਯੂ ਫੀਲ ਇਟ, ਇਹ 'ਤੇ ਡਿਪੈਂਡ ਕਰਦਾ ਜੀ। ਤੁਸੀਂ ਇਹਨੂੰ ਕਿੱਦਾਂ ਮਹਿਸੂਸ ਕਰਦੇ ਆ ਵੀ ਤੇਜ਼ੀ 'ਚ ਜਾ ਰਿਹਾ ਜਾਂ ਲੰਘੇ ਨੇ? ਕਿਸੇ ਲਈ ਤਾਂ ਲੰਘੇ ਹੀ ਨਹੀਂ ਰਿਹਾ ਹੋਣਾ, ਚੱਲ ਬੜੇ ਉੱਥੇ ਫਸੇ ਹੋਏ ਆ, ਤੁਰਦਾ ਹੀ ਨਹੀਂ ਕਹਾਂ ਕਿਸੇ ਨੇ। ਸੋ ਇਹ 'ਤੇ ਅਸੀਂ ਤੇ ਵੀ ਕਿਤੇ ਗੱਲ ਕਰਾਂਗੇ ਜੀ ਵੀ ਸਮਾਂ ਤੇਜ਼ ਜਾ ਰਿਹਾ ਜਾਂ ਹੌਲੀ ਜਾ ਰਿਹਾ, ਠੀਕ ਹੈ ਨਾ। ਅਤੇ ਥਿੰਨ ਸਾਹਿਬ, ਆਪਣੇ ਤੁਸੀਂ ਕੁਰਬਾਨੀ ਦੀ ਗੱਲ ਕੀਤੀ, ਮੈਂ ਪਹਿਲਾਂ ਕੁਛ ਗੱਲ ਕਰਨੀ ਚਾਹੁੰਦਾ। ਇੱਕ ਤਾਂ ਥਿੰਨ ਸਾਹਿਬ, ਅੱਜ ਜਦ ਮੈਂ ਆਉਂਦਾ ਸੀ ਤਾਂ ਮੇਰੇ ਆਹ ਵਾਲਟ ਦੇ ਵਿੱਚੋਂ ਇੱਕ ਲਿਖਿਆ ਕੋਟੇਸ਼ਨ ਨਿਕਲੀ। ਮੈਨੂੰ ਰਾਈਟਰ ਦਾ ਨਾਂ ਨਹੀਂ ਹੈ, ਪਰ ਰਾਈਟਰ ਦਾ ਨਾਂ ਮੈਨੂੰ ਪਤਾ ਕੌਣ ਹੈ। ਇਹ ਮੈਂ ਜ਼ਰੂਰ ਕਹਿਣਾ, ਮੈਂ ਸੁਣਨ ਵਾਲਿਆਂ ਨੂੰ ਕਹਿੰਦਾ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਔਖੀ ਹੈ ਥੋੜ੍ਹੀ ਜਿਹੀ। ਕੋਈ ਨਹੀਂ ਜੀ। ਇਹ ਕੋਟੇਸ਼ਨ ਹੈਗੀ ਆ, ਮੇਰਾ ਖਿਆਲ ਆ ਬਰਟਨ ਰਸਲ ਦੀ ਆ। ਉਹ ਇਹ ਕਹਿੰਦੇ ਆ ਵੀ ਨੋ ਮੈਨ ਕੈਨ ਅਚੀਵ ਦੀ ਗ੍ਰੇਟਨੈਸ ਆਫ ਵਿਚ ਹੀ ਇਜ਼ ਕੇਪੇਬਲ ਆਫ। ਵੀ ਕੋਈ ਵੀ ਆਦਮੀ ਆਪਣੀ ਉਸ ਮਹਾਨਤਾ 'ਤੇ ਨਹੀਂ ਪਹੁੰਚ ਸਕਦਾ ਜਿਹਦੇ ਕਿ ਉਹ ਯੋਗ ਹੈਗਾ। ਜਿਹੜੀ ਕਿ ਮਹਾਨਤਾ ਉਹ 'ਚ ਹੈਗੀ ਆ, ਉਹ ਆਪਣੀ ਉਸ ਮਹਾਨਤਾ ਤੱਕ ਨਹੀਂ ਪਹੁੰਚ ਸਕਦਾ ਅੰਟਿਲ ਹੀ ਹੈਜ਼ ਅਲਾਉਡ ਹਿਮਸੈਲਫ ਟੂ ਸੀ ਹਿਜ਼ ਓਨ ਲਿਟਲਨੈਸ। ਜਦ ਤੱਕ ਕਿ ਉਹਦੇ ਅੰਦਰ ਜਿਹੜਾ ਉਹਦਾ ਛੋਟਾਪਨ ਆ, ਜਦ ਤੱਕ ਉਹਨੂੰ ਉਹਦਾ ਨਹੀਂ ਪਤਾ ਲੱਗਣਾ ਨਾ, ਉਨੀ ਦੇਰ ਤੱਕ ਉਹਨੂੰ ਆਪਣੇ ਉਹ ਗ੍ਰੇਟਨੈਸ ਤੱਕ ਨਹੀਂ ਜਾ ਸਕਣਾ। ਕਿਆ ਬਾਤ ਹੈ। ਜਿੰਨੀ ਦੇਰ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਵਿੱਚ ਛੋਟਾਪਨ ਕੀ ਆ, ਮੇਰੇ ਵਿੱਚ ਕਮੀਆਂ ਕੀ ਆ, ਮੇਰੇ 'ਚ ਨੁਕਸ ਕੀ ਆ, ਅਤੇ ਉਨੀ ਦੇਰ ਤੱਕ ਉਹ ਫਿਰ ਉੱਧਰ ਨਹੀਂ ਜਾ ਸਕਣਾ ਜੇ ਉਹਨੂੰ ਇਹ ਨਹੀਂ ਪਤਾ ਲੱਗਦਾ। ਫਿਰ ਉਹ ਮਹਾਨਤਾ ਨਹੀਂ ਜਾ ਕੇ ਬਾਕੀ ਉਹਨੀ ਇਹ ਗੱਲ, ਉਹਨਾਂ ਦੀ ਗੱਲ 'ਚੋਂ ਇਹ ਲੱਗਦਾ ਵੀ ਗ੍ਰੇਟਨੈਸ ਔਰ ਲਿਟਲਨੈਸ ਹੈਗੀ ਸਾਰਿਆਂ 'ਚ ਹੀ। ਮਹਾਨਤਾ ਵੀ ਸਾਰਿਆਂ 'ਚ ਹੈਗੀ ਹੈ, ਲਿਟਲਨੈਸ ਵੀ ਸਾਰਿਆਂ, ਪਰ ਮਹਾਨਤਾ ਨੂੰ ਤਾਂ ਹੀ ਜਾ ਹੋਣਾ ਜੇ ਤੁਸੀਂ ਆਪਣੇ ਅੰਦਰ ਜਿਹੜੀ ਹੈਗੀ ਹੈ ਤੁਹਾਡੇ ਲਿਟਲਨੈਸ, ਛੋਟਾਪਨ ਹੈ ਜਿਹੜਾ, ਜਦ ਤੱਕ ਤੁਹਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਉੱਪਰ ਨਹੀਂ ਜਾ ਸਕਣਾ ਜੀ। ਮੈਨੂੰ ਬੜੀ ਚੰਗੀ ਲੱਗੀ। ਅੱਛਾ, ਦੂਜੀ ਹੈਗੀ ਆ, ਉਹ ਵੀ ਇਹਦੇ ਹੇਠਾਂ ਹੀ ਲਿਖੀ ਹੋਈ ਹੈ। ਉਹ ਹੈਗੀ ਮੇਰਾ ਖਿਆਲ ਇਹ ਦਲਾਈ ਲਾਮਾ ਉਹਨੇ ਕਹੀ ਸੀ। ਉਹ ਕਹਿੰਦੇ ਵੀ ਵੈਨ ਯੂ ਟਾਕ ਯੂ ਆਰ ਓਨਲੀ ਰਿਪੀਟਿੰਗ ਵਟ ਯੂ ਆਲਰੇਡੀ ਨੋ। ਜਦੋਂ ਤੁਸੀਂ ਗੱਲ ਕਰਦੇ ਆ, ਉਹ ਤੁਸੀਂ ਉਹੀ ਗੱਲ ਕਹਿੰਦੇ ਜਿਹਦਾ ਉਹ ਰਿਪੀਟ ਹੀ ਕਰਦੇ ਆ ਜਿਹਦਾ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ, ਉਹੀ ਗੱਲ ਤੁਸੀਂ ਕਰਦੇ ਆ। ਬਟ ਇਫ ਯੂ ਲਿਸਨ ਯੂ ਮੇ ਲਰਨ ਸਮਥਿੰਗ ਨਿਊ। ਵੀ ਜੇ ਤੁਸੀਂ ਸੁਣਦੇ ਆ ਤਾਂ ਫਿਰ ਸ਼ਾਇਦ ਤੁਹਾਨੂੰ ਕੋਈ ਨਵੀਂ ਗੱਲ ਦਾ ਪਤਾ ਲੱਗ ਜਾਵੇ ਜਾ ਕੇ। ਚਲੋ, ਇਹ ਤਾਂ ਵਿੱਚੋਂ ਨਿਕਲੇ ਗੱਲ। ਜਿਹੜੀ ਗੱਲ ਥਿੰਨ ਸਾਹਿਬ ਮੈਂ ਕਰਨੀ ਚਾਹੁੰਦਾ ਸੀ, ਇੱਕ ਤਾਂ ਇਹ ਆ, ਸ਼ਾਇਦ ਤੁਹਾਨੂੰ ਵੀ ਯਾਦ ਹੋਵੇ, 24 ਸਾਲ ਹੋ ਗਏ ਆਪਾਂ ਨੂੰ ਪ੍ਰੋਗਰਾਮਾਂ ਕਰਦਿਆਂ। ਬਿਲਕੁਲ। 24 ਸਾਲਾਂ ਦਾ ਇੱਕ ਲੰਮਾ ਸਫ਼ਰ ਸੀ। 24 ਸਾਲ ਜਿਹੜੇ ਸੀ, 24 ਸਾਲਾਂ ਦੇ ਵਿੱਚ ਕੀ ਪਰਪਸ ਸੀ, ਕਿਉਂ ਕਈਆਂ ਬੰਦਿਆਂ ਦੇ ਮੈਨੂੰ ਫੋਨ ਆਉਂਦੇ ਆ ਜੀ, ਤੁਸੀਂ ਇਹ ਪਿੱਛੇ ਜਿਹੜੀ ਹੈਗੀ ਆ ਭਾਈਚਾਰੇ ਦੀ ਬੜੀ ਸੇਵਾ ਕਰਦੇ ਆ। ਇੱਕ ਤਾਂ ਮੈਂ ਉਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਦੇਖੋ, ਇਹ ਜਿਹੜੀ ਹੈਗੀ ਆ ਸੇਵਾ ਵਾਲੀ ਗੱਲ ਨਹੀਂ ਹੈ। ਹੁਣ ਮੈਂ ਇੱਥੇ ਕਿਉਂ ਆਉਣਾ ਤੁਹਾਡੇ ਕੋਲ, ਕਿਉਂ ਕਰਦਾ, ਇਹਦੇ ਵਿੱਚ ਕੀ ਆ, ਮੈਂ ਇਸ ਕਰਕੇ ਆਉਣਾ, ਸਿੰਪਲ ਇਹਦਾ ਆਨਸਰ ਆ, ਕਿਉਂਕਿ ਮੈਨੂੰ ਖੁਸ਼ੀ ਮਿਲਦੀ ਹੈ। ਵੈਸੇ ਤੁਸੀਂ ਵੋਲੰਟਰੀ ਕਰਦੇ, ਠੀਕ ਹੈ, ਖੁਸ਼ੀ ਮਿਲਦੀ ਹੈ ਜੀ। ਜੇ ਤੁਸੀਂ ਕਹੋ ਵੀ ਇਹ ਮੈਂ ਕਿਸੇ 'ਤੇ ਕੋਈ ਆਸਾਨ ਕਰਦਾ ਜਾਂ ਮੈਂ ਜਾ ਕੇ ਇਹ ਵੀ ਬਹੁਤ ਕਹਿੰਦਾ ਐਂ ਕਰ ਦੇਣਾ, ਉਹ ਨਹੀਂ ਹੈ। ਸਿਰਫ ਸਿੰਪਲ ਆਸ ਰਿਹਾ, ਕਿਉਂਕਿ ਹਰ ਆਦਮੀ ਸਿਰਫ ਉਹ ਕੰਮ ਕਰਨ ਦਾ ਕੋਸ਼ਿਸ਼ ਕਰਦਾ ਜਿਹਦੇ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਹੋਰ ਕੋਈ ਪਰਪਸ ਹੁੰਦਾ ਹੀ ਨਹੀਂ ਹੈ।
ਜੀ। ਜਾਂ ਮਜਬੂਰੀ ਆ। ਅੱਛਾ, ਮਜਬੂਰੀ ਵੀ ਉਹਦੇ ਵੀ ਖੁਸ਼ੀ ਨਾਲ ਤਾਲੁਕ ਆ, ਕਿਉਂਕਿ ਮਜਬੂਰੀ ਉਹ ਉੱਥੋਂ ਕਰਦਾ ਵੀ ਜੇ ਮੈਂ ਨਾ ਕੀਤੀ ਤਾਂ ਮੈਨੂੰ ਆਹ ਦੁੱਖ ਆ ਜਾਣਾ, ਫਿਰ ਮੈਨੂੰ ਆਹ ਦੁਖੀ ਹੋਣਾ ਜਾ ਕੇ। ਸੋ ਇੱਕ ਗੱਲ ਪਹਿਲਾਂ ਆਪਾਂ ਨੂੰ ਸਮਝ ਲੈਣੀ ਚਾਹੀਦੀ ਆ ਵੀ ਆਪਾਂ ਕੋਈ ਵੀ ਕਿਸੇ ਤੇ ਕੋਈ ਆਸਾਨ ਨਹੀਂ ਕਰਦੇ। ਸਾਰੀ ਗੱਲ ਜਿਹੜੀ ਅਸੀਂ ਆਪਣੀ ਖੁਸ਼ੀ ਲਈ ਕਰਦੇ ਹਾਂ, ਸਾਰੀ ਗੱਲ ਆਪਣੀ ਖੁਸ਼ੀ ਲਈ ਕਰਦੇ ਆ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਜਾ ਕੇ। ਬਿਲਕੁਲ ਆਪਣੀ ਖੁਸ਼ੀ ਆਪਣੀ ਖੁਸ਼ੀ ਲਈ ਕਰਦੇ ਆ। ਅਸੀਂ ਜਿਸ ਵੇਲੇ ਬੱਚਿਆਂ ਨੂੰ ਵੀ ਪਾਲਦੇ ਹਾਂ, ਮਗਰੋਂ ਅਸੀਂ ਉਹਨਾਂ ਨੂੰ ਕਹਿਣ ਲੱਗ ਪੈਂਦੇ ਇਸ ਗੱਲ ਤੇ ਮੈਂ ਤੇਰੇ ਲਈ ਆਹ ਕੀਤਾ ਹੋਏ ਤਾਂ ਮੇਰੇ ਲਈ ਆਹ ਕੀਤਾ, ਤੂੰ ਮੇਰਾ ਹੁਣ ਕੁਛ ਨਹੀਂ ਕਰਦਾ ਮੇਰੀ ਦੇਖ। ਉਹ ਵੀ ਤੁਸੀਂ ਆਪਣੀ ਖੁਸ਼ੀ ਲਈ ਕਰਦੇ ਆ। ਉਸ ਵੇਲੇ ਜਦ ਤੁਸੀਂ ਆਪਣੇ ਬੱਚੇ ਨੂੰ ਕੋਈ ਚੀਜ਼ ਲੈ ਕੇ ਦਿੰਦੇ ਆ, ਤੁਹਾਨੂੰ ਖੁਸ਼ੀ ਮਿਲਦੀ ਹੈ। ਬਿਲਕੁਲ। ਸੋ ਜਿਹੜੀ ਮੋਟੀਵੇਸ਼ਨ ਹੈ ਤੁਹਾਡੀ ਆਪਣੀ ਪਰਸਨਲ ਖੁਸ਼ੀ ਆ, ਕਿਸੇ ਦੇ ਉੱਤੇ ਆਸਾਨ ਨਹੀਂ ਹੈ। ਇਹ ਧਿਆਨ 'ਚ ਰੱਖਣੀ ਚਾਹੀਦੀ ਹੈ ਗੱਲ। ਇਸ ਕਰਕੇ ਕਦੇ ਵੀ ਕਿਸੇ ਨੂੰ ਇਹ ਗੱਲ ਨਾ ਕਰੋ ਮੈਂ ਤੇਰੇ ਤੇ ਆਹ ਆਸਾਨ ਕੀਤਾ, ਕਿਉਂਕਿ ਜੇ ਤੁਸੀਂ ਫਰਜ਼ ਕਰ ਲਓ ਕਿਸੇ ਨੂੰ ਸਪੋਂਸਰ ਕੀਤਾ ਮਗਰੋਂ ਨਹੀਂ ਹੈ, ਤੁਸੀਂ ਉਹਨੂੰ ਕਹਿੰਦੇ ਮੈਂ ਤੈਨੂੰ ਉਸ ਵੇਲੇ ਤੈਨੂੰ ਖੁਸ਼ੀ ਮਿਲੀ ਹੋਣੀ ਹੈ ਸਪੋਂਸਰ ਕਰਕੇ ਵੀ ਮੇਰਾ ਭਰਾ ਇੱਧਰ ਆ ਜਾਵੇ ਜਾ ਕੇ, ਮੇਰਾ ਫਲਾਨਾ ਇੱਧਰ ਆ ਜਾਵੇ ਜਾ ਕੇ। ਸੋ ਇੱਕ ਤਾਂ ਇਹ ਗੱਲ ਕਲੀਅਰ ਆਪਾਂ ਕਰ ਲਈਏ ਵੀ ਇਹ ਬਿਲਕੁਲ ਹੀ ਕੋਈ ਇਹਦੇ ਵਿੱਚ ਤਾਲੁਕ ਨਹੀਂ ਹੈ ਵੀ ਕੋਈ ਸੇਵਾ ਵਾਲੀ ਆ ਜਾਂ ਗੱਲ ਆ, ਇਹ ਪਰਸਨਲ ਖੁਸ਼ੀ ਹੈਗੀ ਹੈ ਜਾ ਕੇ। ਅੱਛਾ, ਉਹਦੇ ਵਿੱਚ ਦੇਖੋ ਤੁਸੀਂ ਵੀ ਨਾਲੇ ਰਹੇ ਆ ਤੁਸੀਂ ਵੈਸੇ ਤਾਂ ਬਹੁਤ ਸਾਰੇ ਲੋਕਾਂ ਦੀ ਵਿਚਾਰਧਾਰਾ ਬਦਲਦੀ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਚਲੋ ਉਹ ਵੀ ਉਹਨੂੰ ਫਿਰ ਕੀ ਆਪਾਂ ਕਹਿੰਦੇ ਹਾਂ ਬਾਈ ਪ੍ਰੋਡਕਟ ਹੈ ਤੁਹਾਡੀ ਖੁਸ਼ੀ ਦਾ। ਨਹੀਂ, ਉਹਨੂੰ ਕੀ ਆਪਾਂ ਕਹਿੰਦੇ ਹੈ, ਉਹਨੂੰ ਆਪਾਂ ਕਹਿੰਦੇ ਹੈਗੇ ਆ ਬਾਈ ਪ੍ਰੋਡਕਟ ਸ਼ਾਇਦ। ਉਹਦੀ ਬਾਈ ਪ੍ਰੋਡਕਟ, ਉਹਦੀ ਬਾਈ ਪ੍ਰੋਡਕਟ ਤੁਹਾਡੀ ਆਪਣੀ ਖੁਸ਼ੀ ਲੈਣ ਦਾ ਬਾਈ ਪ੍ਰੋਡਕਟ ਇਹ ਹੋਇਆ ਕਿ ਬਹੁਤ ਸਾਰੇ ਲੋਕਾਂ ਦੀ ਵਿਚਾਰਧਾਰਾ ਬਦਲ ਗਈ, ਚੰਗੀ ਹੋ ਗਈ। ਅੱਛਾ, ਇੱਕ ਥਿੰਨ ਸਾਹਿਬ ਉਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ, ਮੈਂ ਕਦੇ ਕਿਹਾ ਨਹੀਂ ਹੈ ਬਹੁਤਾ, ਪਰ ਮੈਂ ਕਿਹਾ ਇਹ ਕਹਿ ਦੇਵਾਂ ਜਾ ਕੇ, ਇਹ ਤੁਸੀਂ ਥੋੜ੍ਹਾ ਜਿਹਾ ਅੰਬੈਰਸ ਨਾ ਹੋਇਓ ਕਿਉਂਕਿ ਗੱਲ ਆ। ਇੱਕ ਤਾਂ ਮੈਂ ਪਹਿਲੀ ਗੱਲ ਮੈਨੂੰ ਤੁਸੀਂ ਜਾਂ ਰੈੱਡ FM ਕੁਲਵਿੰਦਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਪ੍ਰੋਫੈਸਰ ਸਾਹਿਬ ਆਹ ਗੱਲ ਕਰਨੀ ਆ ਨਹੀਂ ਕਰਨੀ। ਮੈਨੂੰ ਸਿਰਫ ਇਹ ਕਿਹਾ ਵੀ ਪ੍ਰੋਫੈਸਰ ਸਾਹਿਬ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਕਰੋ। ਤੁਸੀਂ ਮੈਨੂੰ ਇਹ ਖੁੱਲ੍ਹ ਦਿੱਤੀ ਆ, ਥੈਂਕ ਯੂ ਵੈਰੀ ਮਚ ਫॉर ਦੈਟ। ਥੈਂਕ ਯੂ। ਅੱਛਾ, ਉਹਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਵੀ ਹੁਣ ਇਹ ਸਾਰੇ ਸਫ਼ਰ ਦੇ ਵਿੱਚ ਤੁਹਾਡੀ ਵੀ ਤੁਹਾਡੇ ਨਾਲ ਵੀ ਦੇਖ ਲਓ, ਇਹ ਸਾਰੇ ਸਫ਼ਰ ਦੇ ਵਿੱਚ ਜਦ ਤੁਸੀਂ ਕੰਮ ਕਰਦੇ ਆ ਉਹਦੇ ਵਿੱਚ ਮਿਸਅੰਡਰਸਟੈਂਡਿੰਗ ਵੀ ਹੁੰਦੀ ਆ, ਉਹਦੇ ਵਿੱਚ ਜ਼ਿਆਦਤੀਆਂ ਵੀ ਹੁੰਦੀਆਂ, ਉਹਦੇ ਵਿੱਚ ਤੁਹਾਡੇ ਬੰਦੇ ਕਈ ਖਿਲਾਫ ਵੀ ਹੁੰਦੇ ਆ, ਕਈ ਤੁਹਾਡੇ ਹੱਕ ਦੇ ਵਿੱਚ ਵੀ ਹੁੰਦੀ ਆ ਜਾ ਕੇ। ਸੋ ਇਸ ਗੱਲ ਕਿ ਇਹ ਤੁਹਾਡੇ ਨਾਲ ਵੀ ਹੁੰਦੀ ਆ, ਮੇਰੇ ਨਾਲ ਵੀ, ਸਾਰਿਆਂ ਨਾਲ ਹੁੰਦੀ ਹੈ ਇਹ ਗੱਲ ਜਾ ਕੇ ਵੀ ਕੋਈ ਬੰਦੇ ਉਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆ, ਕੋਈ ਬੰਦੇ ਉਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਆ। ਅਤੇ ਉਹਦੇ ਵਿੱਚ ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ, ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਚਾਹੇ ਤੁਸੀਂ ਕਿੰਨੀ ਨੇਕ ਨੀਤੀ ਨਾਲ ਕੰਮ ਕਰੀ ਜਾਓ, ਪਰ ਉਹਨਾਂ ਨੂੰ ਇਹ ਲੱਗਦਾ ਇਸ ਕੰਮ ਦੀ ਕਾਸਟ ਇਹੀ ਹੈ ਨਾ ਜੀ। ਹਾਂਜੀ, ਇਹਨੂੰ ਜੇ ਆਪਾਂ ਇੱਦਾਂ ਸਮਝ ਲਈਏ ਨਾ ਵੀ ਇਹ ਜਿਹੜਾ ਹੈਗਾ ਪਾਰਟ ਆਫ ਦੀ ਗੇਮ ਦਾ ਹਿੱਸਾ ਹੈ ਇਹ ਜਾ ਕੇ। ਇਸ ਕਰਕੇ ਮਿਸਅੰਡਰਸਟੈਂਡਿੰਗ ਵੀ ਹੋਣੀਆਂ, ਜ਼ਿਆਦਤੀਆਂ ਵੀ ਹੋਣੀਆਂ, ਲੋਕਾਂ ਦੇ ਖਿਲਾਫ ਵੀ ਬੋਲਣਾ ਹੈਗਾ। ਇਹ ਵੀ ਸਿੰਘ ਸਾਹਿਬ ਆਪਣੀ ਤਾਂ ਕੋਈ ਹਸਤੀ ਹੈ ਨਹੀਂ ਜਾ ਕੇ ਇਹਦੇ ਵਿੱਚ, ਤੁਹਾਡੀ ਜਾਂ ਮੇਰੀ ਤਾਂ ਕੀ ਹਸਤੀ ਹੈ ਨਹੀਂ। ਇੱਥੇ ਕ੍ਰਾਈਸਟ ਵਰਗਿਆਂ ਨੂੰ ਲੋਕਾਂ ਨੇ ਫਾਹੇ ਲਾਤਾ, ਅਬਰਾਹਮ ਲਿੰਕਨ ਵਰਗਿਆਂ ਨੂੰ ਮਾਰਤਾ, ਕਿਉਂਕਿ ਸਾਰੇ ਬੰਦੇ ਇੱਕੋ ਤਰ੍ਹਾਂ ਸੋਚ ਨਹੀਂ ਸਕਦੇ ਹੈਗੇ। ਹਰ ਬੰਦੇ ਦਾ ਸੋਚਣ ਦਾ ਜਿਹੜਾ ਹੈਗਾ ਢੰਗ ਜਿਹੜਾ ਹੈਗਾ ਆਪਣਾ ਆਪਣਾ। ਤੁਹਾਡੇ ਲਈ ਮੈਂ ਗੱਲ ਕਹੂੰਗਾ, ਮੈਂ ਅੱਗੇ ਵੀ ਇੱਕ ਵਾਰ ਗੱਲ ਕਹੀ ਸੀ, ਉਹ ਵੋਲਟੇਅਰ ਨੇ ਕਹੀ ਹੋਈ ਆ। ਉਹ ਇਹ ਕਹਿੰਦੇ ਆ ਜਾ ਕੇ ਵੀ ਜਿਹੜੀ ਅੱਛਾਈ ਤੇ ਗਹਿਰਾਈ ਹੈ ਨਾ, ਉਹ ਸਵਾਲ ਪੁੱਛਣ ਦੇ ਵਿੱਚ ਆ, ਜਵਾਬ ਦੇਣ 'ਚ ਨਹੀਂ ਹੈ। ਇਸ ਕਰਕੇ ਥੈਂਕ ਯੂ ਵੈਰੀ ਮਚ ਫॉर ਤੁਸੀਂ ਕਈ ਵਾਰ ਸਵਾਲ ਦੇ ਕੇ ਤੁਸੀਂ ਕੱਢ ਲੈਂਦੇ ਆ ਮੇਰੇ ਅੰਦਰੋਂ ਗੱਲ। ਉਹਦੇ ਲਈ ਵੀ ਜਿਹੜਾ ਹੈਗਾ ਆ ਮੈਂ ਜਿਹੜਾ ਹੈਗਾ ਤੁਹਾਡੇ ਲਈ ਇੱਕ ਮੈਂ ਤੁਹਾਤੋਂ ਹੋਰ ਗੱਲ ਕਿ ਤੁਹਾਡੇ 'ਚ ਪੇਸ਼ੈਂਸ ਹੈ। ਪੇਸ਼ੈਂਸ ਇਸ ਗੱਲੋਂ ਵੀ ਮੈਨੂੰ ਪਤਾ ਵੀ ਬਹੁਤੀਆਂ ਗੱਲਾਂ ਜਿਹੜੀਆਂ ਮੈਂ ਕਰਦਾ ਨਾ ਉਹ ਤੁਹਾਨੂੰ ਪਤਾ ਹੁੰਦਾ, ਤੁਹਾਨੂੰ ਪਤਾ ਹੁੰਦਾ ਸਾਰੀਆਂ। ਤੁਸੀਂ ਮੈਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੰਦੇ ਵੀ ਇਹ ਤੁਸੀਂ ਉਕਸਾ ਵੀ ਦਿੰਦੇ ਹੋ। ਹਾਂਜੀ, ਨਹੀਂ ਤਾਂ ਉਹ ਜਿਹੜਾ ਹੈਗਾ ਉਹ ਹੈਗਾ। ਅੱਛਾ, ਹੁਣ ਆਪਾਂ ਇੱਥੇ ਆ ਜਾਈਏ ਜੀ ਵੀ ਖੁਸ਼ੀ ਕਾਹਦੇ 'ਚੋਂ ਮਿਲਦੀ ਆ। ਹੁਣ ਥਿੰਨ ਸਾਹਿਬ ਮੈਂ ਇਹ ਗੱਲ ਦੱਸ ਦੇਵਾਂ ਵੀ ਮੇਰਾ ਜਿਹੜਾ ਇੱਥੇ ਪਰਪਸ ਆ ਅਪਾਰਟ ਫਰੋਮ ਖੁਸ਼ੀ ਨੂੰ ਛੱਡ ਲਈਏ, ਹੁਣ ਮੇਰਾ ਇੱਥੇ ਜਿਹੜਾ ਪਰਪਸ ਹੈਗਾ ਨਾ ਤਾਂ ਕੋਈ ਅਹੁਦਾ ਲੈਣ ਦਾ ਮੇਰਾ ਪਰਪਸ ਹੈ, ਨਾ ਮੈਂ ਕੋਈ ਇਲੈਕਸ਼ਨ ਲੜਨੀ ਆ, ਨਾ ਮੈਂ ਕੋਈ ਜਥੇਬੰਦੀ ਖੜੀ ਕਰਨੀ ਆ, ਨਾ ਮੈਂ ਕਿਸੇ ਦਾ ਪ੍ਰਧਾਨਗੀ ਕਰਨੀ। ਤੁਸੀਂ ਠੋਕਰ ਮਾਰਤੀ ਹੈ ਜੀ ਕਿ ਇਹ ਮੇਰਾ ਕੋਈ ਇਹ ਪਰਪਸ ਹੈ ਨਹੀਂ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਜਾ ਕੇ ਜਿਹੜਾ ਹੈਗਾ ਮੈਂ ਕਰਕੇ ਫਿਰ ਮੈਂ ਆਹ ਕਰਾਂ। ਇਸ ਪੱਖੋਂ ਕੋਈ ਹੈ ਨਹੀਂ। ਖੁਸ਼ੀ ਮਿਲਦੀ ਉਹ 'ਚ ਹੈਗਾ, ਉਹਦੇ ਤੋਂ ਮੈਂ ਇਨਕਾਰ ਨਹੀਂ ਕਰਦਾ ਹੈਗਾ ਜਾ ਕੇ। ਅੱਛਾ, ਸ਼ੁਰੂ ਕਰਨ ਵੇਲੇ ਜਿਹੜਾ ਹੋਰ ਪਰਪਸ ਸੀ, ਉਹ ਪਰਪਸ ਇਹ ਸੀ, ਪਹਿਲਾ ਮੇਰਾ ਸਭ ਤੋਂ ਵੱਡਾ ਪਰਪਸ ਇਹ ਸੀ ਵੀ ਇਹ ਸਾਡੀ ਕਮਿਊਨਿਟੀ ਜਿਹੜੀ ਹੈਗੀ ਆ ਇਹਨਾਂ ਨੂੰ ਥਿੰਕ ਕਰਨ ਵੱਲ ਨੂੰ ਲਾਈਏ, ਵੀ ਥਿੰਕ ਕਰੀਏ, ਇਹ ਸੋਚ ਕੇ ਆਪਣੇ ਗੱਲ ਨੂੰ ਮੰਨਣ, ਇੱਦਾਂ ਨਾ ਮੰਨਣ ਜਾ ਕੇ ਵੀ ਫਲਾਣੇ ਨੇ ਕਹਿਤੀ ਆ ਤੇ ਗੱਲ ਮੰਨ। ਲੌਜਿਕ ਤਿੱਖਾ ਕਰਤਾ, ਤਿੱਖਾ ਇਹ ਸੋਚਣ ਜਾਂਦੀ, ਉਹਦੇ ਸੋਚਣ ਨਾਲ ਲਾਉਣਾ ਵੀ ਜਿਹੜੀ ਗੱਲ ਇੱਥੋਂ ਕਹੀ ਜਾਂਦੀ ਆ ਜਾਂ ਜਿਹੜੀ ਗੱਲ ਕੋਈ ਪੋਲੀਟੀਸ਼ੀਅਨ ਕਹਿੰਦਾ ਆ ਜਾਂ ਕਿ ਜਿਹੜੀ ਗੱਲ ਕੋਈ ਧਾਰਮਿਕ ਬੰਦਾ ਕਹਿੰਦਾ ਆ ਕਿ ਉਹਨੂੰ ਥਿੰਕ ਕਰਨ,
ਉੱਦਾਂ ਹੀ ਨਾ ਮੰਨ ਲੈਣ ਐਜ਼ ਇਹ ਤੇ ਮੇਰਾ ਸੀਗਾ ਵੀ ਇਹ ਗੱਲ ਜ਼ਰੂਰ ਜਿਹੜੀ ਹੈਗੀ ਆ ਕਲੀਅਰ ਕਰਨੀ ਹੈ ਜਾ ਕੇ। ਹੁਣ ਲੋਕ ਸੋਚਣ ਲੱਗ ਪਏ ਜੀ ਬਹੁਤ ਸੋਚ ਅੰਨੇ ਦੀ ਵਾਹ ਨਹੀਂ ਮੰਨਦੇ। ਹਾਂਜੀ ਅੱਛਾ ਇਹ ਤੋਂ ਵੀ ਜਿਹੜਾ ਜ਼ਿਆਦਾ ਸੀਗਾ ਜੀ ਮੈਂ ਸਮਝਦਾ ਸੀ ਵੀ ਸਭ ਤੋਂ ਉੱਤਮ ਜਿਹੜੀ ਚੀਜ਼ ਹੈ ਜੀ ਉਹ ਹੈਗੀ ਆ ਫੈਮਿਲੀ, ਪਰਿਵਾਰ। ਇਹ ਮੇਰੀ ਬਹੁਤ ਇੱਛਾ ਸੀ ਵੀ ਇਹ ਜਿਹੜੇ ਪਰਿਵਾਰਾਂ ਦੇ ਕਲੇਸ਼ ਆ ਇਹ ਕਿਸੇ ਤਰ੍ਹਾਂ ਘਟਾਏ ਜਾ ਸਕਣ, ਕਿਉਂਕਿ ਆਹ ਜਿਹੜਾ ਮੁਲਕ ਹੈ ਅਥੈਂਸ ਸਾਹਿਬ ਮੁਲਕ ਬਹੁਤ ਚੰਗਾ ਹੈ, ਇਹਦੇ ਸਾਰੀਆਂ ਸਹੂਲਤਾਂ ਹੈਗੀਆਂ, ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੈ, ਸਭ ਕੁਛ ਹੈਗੀ ਹੈ। ਪਰ ਜਿਹੜੀ ਖੁਸ਼ੀ ਆ ਉਹ ਜਿਹੜੀ ਹੈਗੀ ਆ ਉਹ ਪਰਿਵਾਰਾਂ ਦੇ ਵਿੱਚ ਉਨੀ ਹਾਰਮਨੀ ਨਹੀਂ ਹੈ ਜਿੰਨੀ ਮੈਂ ਸਮਝਦਾ ਵੀ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਪਿਛਲੀਆਂ 24 ਸਾਲ 'ਚ ਜ਼ੋਰ ਲਾਉਂਦੇ ਰਹੇ ਆਪਾਂ ਵੀ ਆਪਣੀ ਫੈਮਿਲੀ ਜਿਹੜੀ ਹੈ ਇਹ ਨੰਬਰ 1 ਤੇ ਆਓ, ਨਾਲ ਦਿਆਂ ਦੀ ਸਹਿਨਸ਼ੀਲਤਾ ਦੇਖੋ, ਆਪਣੀ ਗੱਲ ਨੂੰ ਹੀ ਕਿਤੇ 100% ਨਾ ਸਮਝੋ ਜਾ ਕੇ ਵੀ ਮੈਂ ਹੀ ਠੀਕ ਹਾਂ, ਦੂਜਾ ਜਿਹੜਾ ਹੈਗਾ ਉਹ ਗਲਤ ਆ ਜਾ ਕੇ। ਸੋ ਇਹ ਚਾਹੇ ਜਿਹੜੀ ਆ ਸਹਿਨਸ਼ੀਲਤਾ ਪਾਰਟਨਰ ਦੇ ਵਿੱਚ ਆ, ਚਾਹੇ ਮਾਂ-ਬਾਪ ਦੇ ਨਾਲ ਆ, ਚਾਹੇ ਬੱਚਿਆਂ ਦੇ ਵਿੱਚ ਆ, ਕਿਸੇ ਦੇ ਵਿੱਚ, ਇਹਦੇ ਵਿੱਚ ਕੋਸ਼ਿਸ਼ ਇਹ ਕੀਤੀ ਗਈ ਆ ਵੀ ਇਹ ਜ਼ਰੂਰ ਹੋਣੀ ਚਾਹੀਦੀ ਹੈ। ਫੈਮਿਲੀ ਦੇ ਵਿੱਚ ਜਿਹੜਾ ਹੈਗਾ ਆ ਸੁੱਖ ਸ਼ਾਂਤੀ ਬਹੁਤ ਜ਼ਰੂਰੀ ਹੈ, ਕਿਉਂਕਿ ਸਭ ਤੋਂ ਮਹੱਤਵਪੂਰਨ ਜਿਹੜਾ ਅਦਾਰਾ ਆ ਉਹ ਇਹ ਆ। ਇਹ ਮੇਰੇ ਆਪਣੇ ਵਿਚਾਰ ਦੇ ਮੁਤਾਬਕ ਇਹਦੇ ਨਾਲ ਗੌਰਮੈਂਟਾਂ ਵੀ ਇਹ ਤੋਂ ਪਿੱਛੇ ਆ, ਅਗਲਾ ਭਾਈਚਾਰਾ ਵੀ ਪਿੱਛੇ ਆ, ਬਿਜ਼ਨਸਾਂ ਵੀ ਪਿੱਛੇ ਆ, ਸਭ ਕੁਝ ਫੰਡਾਮੈਂਟਲ ਯੂਨਿਟ ਇਹ ਔਰ ਸਭ ਤੋਂ ਛੋਟਾ ਯੂਨਿਟ ਆ ਔਰ ਸਭ ਤੋਂ ਪਾਵਰਫੁਲ ਔਰ ਮਹੱਤਵਪੂਰਨ ਯੂਨਿਟ ਆ। ਜਿਸ ਬੰਦੇ ਨੇ ਫੈਮਿਲੀ ਫਿਕਸ ਕਰ ਲਈ ਮੈਂ ਸਮਝੋ ਦੁਨੀਆ ਫਿਕਸ ਕਰ ਲਈ ਜਾ ਕੇ, ਕਿਉਂਕਿ ਔਰ ਨਾਲ ਮੈਂ ਇਹ ਵੀ ਕਹਿੰਦਾ ਰਿਹਾ ਵੀ ਇਟਸ ਨਾਟ ਐਨ ਈਜ਼ੀ ਜੋਬ। ਫੈਮਿਲੀ ਨੂੰ ਫਿਕਸ ਕਰਨਾ ਇਹ ਸੌਖਾ ਕੰਮ ਨਹੀਂ ਹੈ ਜਾ ਕੇ, ਇਹਦੇ ਵਿੱਚ ਤੁਹਾਡੇ ਜ਼ੋਰ ਲਾਉਂਦੇ, ਤੁਹਾਨੂੰ ਥਿੰਕ ਕਰਨ ਦੀ ਲੋੜ ਹੈ, ਇਹ 'ਤੇ ਆਪਾਂ ਜ਼ੋਰ ਦਿੰਦੇ ਰਹੇ ਜੇ। ਹੋਰ ਫਿਰ ਇਹਦੇ 'ਤੇ ਵੀ ਰਹੀ ਹੈ ਵੀ ਆਪਾਂ ਬਾਕੀ ਸਾਰੀਆਂ ਗੱਲਾਂ 'ਚੋਂ ਮੈਂ ਸਮਝਿਆ ਵੀ ਨੇਕ ਅਤੇ ਆਲਾ ਜ਼ਿੰਦਗੀ ਵੱਲ ਨੂੰ ਵੀ ਥੋੜ੍ਹਾ ਤੁਰਿਆ ਜਾਵੇ, ਤਾਂ ਹੀ ਬਾਕੀ ਗੱਲਾਂ ਚੱਲਣੀਆਂ। ਥੋੜ੍ਹਾ ਜਿਹਾ ਨੇਕੀ ਵੱਲ ਨੂੰ ਚਲਾ ਜਾਈਏ, ਆਪਾ ਪੜਚੋਲ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਆਲਾ ਸ਼ਕਤੀਆਂ ਦੇ ਵਿਕਾਸ ਦਾ ਥੀਸਿਸ ਤੁਸੀਂ ਲੈ ਕੇ ਆਲਾ ਸ਼ਕਤੀਆਂ ਦੇ ਵਿਕਾਸ ਦਾ ਵੀ ਸਾਡੇ ਵਿੱਚ ਆਲਾ ਸ਼ਕਤੀਆਂ ਦਾ ਵਿਕਾਸ ਹੋਵੇ, ਥੋੜ੍ਹੇ ਚੰਗੇ ਹੋਈਏ ਜਾ ਕੇ, ਔਰ ਆਪਣਾ ਜਿਹੜਾ ਹੈਗਾ ਸੈਲਫ ਕ੍ਰਿਟਿਸਿਜ਼ਮ ਜਿਹੜਾ ਹੈਗਾ, ਆਪਣਾ ਸੈਲਫ ਐਨਾਲਿਸਿਸ ਜ਼ਰੂਰ। ਮੈਂ ਇੱਥੇ ਕਹਿੰਦਾ ਰਿਹਾ ਵੀ ਤੁਸੀਂ ਪਾਠ ਕਰਦੇ ਆ, ਪਾਠ ਜ਼ਰੂਰ ਕਰੋ, ਮੈਂ ਨਹੀਂ ਕਹਿੰਦਾ ਨਾ ਕਰੋ ਪਾਠ, ਪਰ ਪਾਠ ਜਿੰਨੇ ਜ਼ਰੂਰੀ ਆ ਵੀ ਤਕਾਲਾਂ ਨੂੰ ਬੈਠ ਕੇ ਸੌਣ ਤੋਂ ਪਹਿਲਾਂ ਦੇਖਿਆ ਵੀ ਅੱਜ ਮੈਂ ਕਿਸੇ ਜ਼ਿਆਦਤੀ ਤਾਂ ਨਹੀਂ ਕਿਸੇ ਨਾਲ ਕੀਤੀ, ਅੱਜ ਮੈਂ ਕੋਈ ਗਲਤ ਕੰਮ ਤਾਂ ਨਹੀਂ ਹੋਇਆ, ਆਪਣਾ ਦਿਨ ਦਾ ਐਨਾਲਿਸਿਸ ਜ਼ਰੂਰ ਕਰ ਲਿਆ। ਜਾਂ ਮੈਂ ਜ਼ਿਆਦਤੀ ਜਾਂ ਬੇਇਨਸਾਫੀ ਕਰਨ ਲੱਗਿਆ ਸੀ, ਮੈਨੂੰ ਅਚਾਨਕ ਥਾਟ ਆ ਗਿਆ ਯਾਰ ਇਹ ਨਹੀਂ ਕਰਨੀ, ਇਹ ਆਲਾ ਸ਼ਕਤੀ ਨਹੀਂ ਹੈ, ਇਹ ਆਲਾ ਸ਼ਕਤੀ ਨਹੀਂ, ਇਸ ਕਰਕੇ ਮੈਂ ਬਚ ਗਿਆ, ਉਸ ਕਰਕੇ ਮੈਂ ਬਚ ਗਿਆ। ਕਿਉਂਕਿ ਜਿਹੜਾ ਦੇਖੋ ਇਹ ਤਾਂ ਗੱਲ ਮੰਨਣੀ ਪਊ ਨਾ, ਹੁਣ ਤਾਂ ਜਿਹੜੇ ਇੱਥੇ ਦੇ ਜੰਮੇ ਪਲੇ ਪੜ੍ਹੇ ਲਿਖੇ ਯੰਗ ਬੱਚੇ ਉਹ ਵੀ ਕਈ ਵਾਰੀ ਮੈਨੂੰ ਕਹਿੰਦੇ ਨੋ ਦੈਟਸ ਅ ਬੈਡ ਕਰਮਾ, ਹੋਰ ਨਹੀਂ ਉਹਨਾਂ ਨੂੰ ਬੜਾ ਪਤਾ, ਉਹ ਕਹਿੰਦੇ ਬੈਡ ਕਰਮਾ ਇਹ ਨਹੀਂ, ਮੈਂ ਨਹੀਂ ਕਰਨਾ ਚਾਹੁੰਦਾ, ਠੀਕ ਹੈ, ਇਟ ਵਿਲ ਕਮ ਬੈਕ ਟੂ ਮੀ ਐਂਡ ਹੌਂਟ ਮੀ। ਬਿਲਕੁਲ। ਮੈਂ ਕਿਹਾ ਅੱਛਾ ਯਾਰ ਇਹ ਤੈਨੂੰ ਕਿੱਥੋਂ ਪਤਾ ਲੱਗ ਗਿਆ। ਸੋ ਇਹ ਗੱਲ ਪ੍ਰੋਸੈਸ ਤੁਹਾਡੀ ਠੀਕ ਆ, ਪਰ ਉਹ ਆਲਾ ਸ਼ਕਤੀਆਂ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਿਓ, ਉਹ 5-6 ਜਿਹੜੀਆਂ ਦੇਖੋ ਕੰਪੈਸ਼ਨ ਉਹਨਾਂ 'ਚ ਇੱਕ ਆ। ਹਾਂਜੀ, ਉਹਨਾਂ ਵਿੱਚੋਂ ਇੱਕ ਤਾਂ ਜਿਹੜਾ ਹੈਗਾ ਰਹਿਮ ਦੀ ਤਾਕਤ ਜਿਹੜੀ ਹੈ ਬੰਦੇ ਸਾਡੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ, ਔਰ ਰਹਿਮ ਜਿੰਨੀ ਜ਼ਰੂਰੀ ਜਿਹੜੀ ਹੈ ਉਹ ਗ੍ਰੈਟੀਟਿਊਡ ਹੈ, ਸ਼ੁਕਰਗੁਜ਼ਾਰੀ ਹੈ, ਅਹਿਸਾਨਮੰਦੀ ਕਿਸੇ ਅਹਿਸਾਨ ਇਹ ਹੋਣਾ ਵੀ ਇਹਨਾਂ ਬੰਦਿਆਂ ਨੇ ਮੇਰੇ 'ਤੇ ਜਿਹੜੇ ਅਹਿਸਾਨ ਹੈਗੇ ਆ ਵੀ ਇਹਨੀ ਮੇਰੇ 'ਤੇ ਕੀਤੇ, ਸੱਚਾਈ ਹੈ। ਸਿੰਘ ਸਾਹਿਬ ਜਿਹੜੇ ਅਹਿਸਾਨ ਆ ਜਿਹੜੇ ਸਾਡੇ ਉੱਤੇ ਉਹ ਅਨੇਕਾਂ ਦਿਨ 'ਚ ਹੁੰਦੇ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਆ, ਸਾਡੇ 'ਤੇ ਅਹਿਸਾਨ ਹੋਣੇ ਸ਼ੁਰੂ ਹੋ ਜਾਂਦੇ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ, ਘਰਦਿਆਂ ਦੇ ਸ਼ੁਰੂ ਹੋ ਜਾਂਦੇ। ਜੇ ਤੁਸੀਂ ਫੈਮਿਲੀ ਦੇ ਦੇਖਣ ਲੱਗੋ, ਫੈਮਿਲੀ ਮੈਂਬਰਾਂ ਦੇ ਇੰਨੇ ਅਹਿਸਾਨ ਹੈ ਸਾਡੇ ਉੱਤੇ ਵੀ ਜਿਹੜੇ ਸਾਤੋਂ ਗਿਣ ਨਹੀਂ ਹੁੰਦੇ, ਪਰ ਉਹਨਾਂ ਨਾਲ ਨਿਗਾਹ ਮਾਰਨੀ ਜ਼ਰੂਰੀ ਹੈ, ਠੀਕ ਹੈ ਨਾ। ਸ਼ੁਕਰਗੁਜ਼ਾਰੀ ਬਹੁਤ ਜ਼ਰੂਰੀ ਆ, ਉਹਨਾਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਹੈ, ਔਰ ਉਹਨਾਂ ਦੇ ਆਸਾਨ ਸ਼ਕਲ ਨੂੰ ਦੱਸ ਦੇਣੇ ਚਾਹੀਦੇ ਜਾ ਕੇ ਵੀ ਤੁਸੀਂ ਵੀ ਮੇਰੇ 'ਤੇ ਆਹ ਫੇਵਰ ਕਰ ਰਹੇ ਜਾ ਕੇ, ਉਹਨਾਂ ਰਿਲੇਸ਼ਨ ਵੀ ਠੀਕ ਹੁੰਦੇ। ਸ਼ਰਧਾ ਆ ਜੀ, ਉਹਦੇ ਵਿੱਚ ਆਦਮੀ ਸਨਮਾਨ ਆ, ਰਿਸਪੈਕਟਫੁਲ ਹੋਣਾ ਚਾਹੀਦਾ ਸਾਨੂੰ ਜਿਹੜੇ ਹੈਗੇ ਆ ਇੱਕ ਦੂਜੇ ਪ੍ਰਤੀ ਜਿਹੜੇ ਹੈਗੇ ਆ। ਕਿਉਂਕਿ ਮੈਂ ਕਈ ਵਾਰ ਇਹ ਗੱਲ ਕਹੀ ਆ ਵੀ ਜਿਹੜੇ ਬੰਦੇ ਕਹਿੰਦੇ ਹੁੰਦੇ ਆ ਵੀ ਆਪਣੇ ਵੀ ਮੈਰਿਜ ਜਿਹੜੀ ਆ ਲਵ 'ਤੇ ਖੜੀ ਆ ਜਾ ਕੇ, ਲਵ ਮੈਰਿਜ ਲਵ ਉਹ 'ਤੇ ਆ, ਮੈਂ ਇਹ ਕਲੀਅਰ ਕਰਨਾ ਲਵ ਨਾਲੋਂ ਵੀ ਜ਼ਿਆਦਾ ਮੈਰਿਜ ਰਿਸਪੈਕਟ 'ਤੇ ਖੜੀ ਹੈ ਜਾ, ਠੀਕ ਹੈ ਨਾ। ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਨਹੀਂ ਹੈ ਤੁਹਾਡੀ ਜਾ ਕੇ, ਫਿਰ ਉਹ ਸ਼ੇਕੀ ਗਰਾਊਂਡ ਆ ਮੈਰਿਜ ਦੀ, ਉੱਥੇ ਫਿਰ ਉਹ ਫੈਮਿਲੀ ਹਿੱਲਣ ਦੇ ਚਾਂਸਸ ਹੈ। ਸੋ ਰਿਸਪੈਕਟ ਜਿਹੜੀ ਹੈ, ਇੱਕ ਦੂਜੇ ਦਾ ਸਨਮਾਨ ਜਿਹੜਾ ਹੈ ਬਹੁਤ ਜ਼ਰੂਰੀ ਆ। ਜੇ ਕਿਸੇ ਨੇ ਗੱਲ ਕੋਈ ਇੱਦਾਂ ਦੀ ਕਹਿ ਦਿੱਤੀ ਹੈ ਜਿਹਦੇ ਨਾਲ ਤੁਸੀਂ ਨਹੀਂ ਸਹਿਮਤ ਵੀ ਹੈਗੇ, ਤਾਂ ਉਹਨੂੰ ਜਿਹੜਾ ਹੈਗਾ ਸ਼ੌਕ ਅਬਜ਼ਰਵਰ ਲਾਓ, ਉਹਦਾ ਬਰਦਾਸ਼ਤ ਕਰੋ ਉਹਦਾ ਜਾ ਕੇ, ਔਰ ਇਹ ਸਮਝੋ ਗੱਲ ਜਾ ਕੇ ਵੀ ਮੇਬੀ ਇਹਦੀ ਗੱਲ ਠੀਕ ਹੋਵੇ। ਵੀ ਕਈ ਵਾਰ ਉਹੀ ਗੱਲ ਜਿਹੜੀ ਹੈਗੀ 2-3 ਦਿਨ ਤੁਹਾਨੂੰ ਜਾ ਕੇ ਠੀਕ ਲੱਗਣ ਲੱਗ ਪੈਂਦੀ ਹੈ, ਉਸ ਵੇਲੇ ਗੁੱਸੇ 'ਚ ਆਏ ਹੋ ਤੁਸੀਂ, ਜੇ ਕਿ ਲੜਦੇ ਝਗੜਦੇ 2-3 ਸਾਲ ਬਾਅਦ ਠੀਕ ਲੱਗਦਾ, 2-3 ਸਾਲ ਬਾਅਦ। ਮੈਨੂੰ ਤਾਂ ਬਹੁਤ ਚੇਤੇ ਆ ਜਾਂਦੀਆਂ ਗੱਲਾਂ, ਬਹੁਤ ਗਲਤ ਕੀਤੀਆਂ ਗੱਲਾਂ, ਬਾਅਦ 'ਚ ਪਤਾ ਲੱਗਦਾ ਵੀ ਗੱਲਾਂ ਠੀਕ ਸੀ। ਤਾਂ ਇੱਕ ਜਿਹੜੀ ਹੈਗੀ ਆ ਹਿਊਮਿਲਿਟੀ ਬਹੁਤ ਜ਼ਰੂਰੀ ਹੈ,
ਜਿਹੜੇ ਆਲਾ ਸ਼ਕਤੀਆਂ ਦੀ ਗੱਲ ਤੁਸੀਂ ਕਰਦੇ ਸੀ ਨਾ, ਹੰਬਲ ਹੋਣਾ ਜਿਹੜਾ ਨਾ ਜੀ, ਹਉਮੈ ਜਿਹੜਾ ਇੱਕ ਦੋ ਨਾ ਆਕੜ ਕੇ ਰਹਿਣਾ ਜਾ ਕੇ, ਇਹ ਆਕੜ ਕੇ ਚੱਲਣਾ, ਇਹ ਆਲਾ ਸ਼ਕਤੀਆਂ 'ਚ ਨਹੀਂ ਆਉਂਦਾ ਹੈ ਜਾ ਕੇ। ਹੰਬਲ ਆਦਮੀ ਨੂੰ ਜਿਹੜਾ ਹੈਗਾ ਹਿਊਮਿਲਿਟੀ ਜ਼ਰੂਰ ਹੋਣੀ ਚਾਹੀਦੀ ਹੈ, ਔਰ ਇਹਦੇ ਨਾਲ ਹੀ ਜਿਹੜੀ ਆ ਭਾਸ਼ਾ ਬਹੁਤ ਜ਼ਰੂਰੀ ਆ ਵਧੀਆ ਜਗ੍ਹਾ। ਜਿਹੜੀ ਲੈਂਗੁਏਜ ਆ ਨਾ ਜੀ, ਲੈਂਗੁਏਜ ਜਿਹੜੀ ਹੈਗੀ ਆ, ਇਹ ਜ਼ਿਆਦਾ ਅਸੀਂ ਇੱਕ ਦੂਜੇ ਨੂੰ ਐਡਰੈਸ ਕਰਦੇ ਹਾਂ, ਉਹ ਕਰਖਤ ਨਹੀਂ ਹੋਣੀ ਚਾਹੀਦੀ। ਕੋਸ਼ਿਸ਼ ਇਹ ਕੀਤੀ ਜਾਵੇ ਜਾ ਕੇ ਵੀ ਇਹ ਜਿਹੜੀ ਹੈਗੀ ਆ ਭਾਸ਼ਾ ਚੰਗੀ ਹੋਵੇ। ਮੈਂ ਤੁਹਾਨੂੰ ਕੱਲ੍ਹ ਦੇ ਇੱਕ ਫੰਕਸ਼ਨ ਦੀ ਗੱਲ ਹੋਈ, ਉੱਥੇ ਮੈਂ ਕਿਹਾ ਦੇਖੋ ਭਾਸ਼ਾ ਦੀ ਜਿਹੜੀ ਗੱਲ ਹੈਗੀ ਆ ਨਾ, ਇੱਕ ਬੰਦਾ ਹੁਣ ਆਪਣਾ ਬੰਦਾ ਕਹਿੰਦਾ ਵੀ ਬਕਣਾ ਬੰਦ ਕਰ ਦੇ, ਨਹੀਂ ਮੈਂ ਤੇਰੇ ਸਿਰ ਦੇ ਵਿੱਚ ਜੁੱਤੀ ਮਾਰਨੀ ਹੈ। ਉਹ ਲਖਨਵੀ ਕੀ ਕਹਿੰਦਾ, ਖਾਮੋਸ਼ ਹੋ ਜਾਈਏ ਕहीं ਜੇ ਮੇਰੇ ਪਾँव का जूता आपके सिर की शान ना बन जाए। ਗੱਲ ਹੁਣ ਵੀ ਉਹੀ ਕਹੀ ਜਾਣੀ ਵੀ ਮੈਂ ਤੇਰੇ ਸਿਰ 'ਚ ਮਾਰਨੀ ਆ, ਤੇ ਉਹ ਗੱਲ ਹੁਣ ਵੀ ਕਹੀ। ਬਸ ਮੈਂ ਤਾਂ ਇਹ ਸਮਝਦਾ ਵੀ ਜਿਹੜੀਆਂ ਆਲਾ ਸ਼ਕਤੀਆਂ ਨੇ, ਜਿੰਨੀਆਂ ਮਰਜ਼ੀ ਆਲਾ ਸ਼ਕਤੀਆਂ ਤੁਸੀਂ ਡਿਵੈਲਪ ਕਰ ਲਓ, ਵਿਕਾਸ ਹੋ ਵੀ ਜਾਏ, ਜੇ ਤੁਹਾਡੀ ਬੋਲੀ ਮਾੜੀ ਆ ਨਾ, ਉਹ ਕਿਸੇ ਕੰਮ ਦੀ ਨਹੀਂ। ਫਿਰ ਬਿਲਕੁਲ ਸਹੀ, ਉਹਨੂੰ ਕੀ ਕਰਨਾ ਫਿਰ ਤੁਸੀਂ? ਬਿਲਕੁਲ, ਕਿਉਂਕਿ ਸਿੰਘ ਸਾਹਿਬ ਜਿਹੜਾ ਤੁਹਾਨੂੰ ਕਿਸੇ ਨੇ ਪਰਖਣਾ, ਉਹ ਉੱਥੋਂ ਹੀ ਪਰਖਣਾ ਜੋ ਤੁਹਾਡੇ ਮੂੰਹ 'ਚੋਂ ਨਿਕਲਣਾ। ਜੋ ਤੁਸੀਂ ਸੋਚਦੇ ਆ ਉਹਦੇ ਆਧਾਰ ਤੇ ਨਹੀਂ ਤੁਸੀਂ ਟੈਸਟ ਹੋਣਾ। ਪਰ ਆਮ ਤੌਰ ਤੇ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਡੇ ਮੂੰਹੋਂ ਨਿਕਲਦਾ। ਆਮ ਤੌਰ ਤੇ ਕਹਿ ਸਕਦੇ ਹਾਂ, ਪਰ ਆਮ ਤੌਰ ਤੇ ਕਹਿ ਲਓ ਤੁਸੀਂ, ਪਰ ਜੋ ਅਸੀਂ ਸੋਚਦੇ ਹਾਂ ਉਹ ਸਭ ਕੁਝ ਬਾਹਰ ਨਹੀਂ ਨਿਕਲਦਾ। ਜੇ ਸਭ ਕੁਝ ਬਾਹਰ ਨਿਕਲ ਜਾਵੇ ਤਾਂ ਅਸੀਂ ਇੱਕ ਦਿਨ ਜੀ ਨਹੀਂ ਸਕਦੇ ਹੈ ਜਾ ਕੇ। ਮੈਂ ਅੱਗੇ ਵੀ ਇੱਥੇ ਕਹਿ ਗਿਆ, ਜੇ ਸਾਰਿਆਂ ਨੂੰ ਇਹ ਪਤਾ ਲੱਗੇ ਵੀ ਪ੍ਰੋਫੈਸਰ ਕ੍ਰਿਸ਼ਮੀਰਾ ਸਿੰਘ ਆਹ ਸੋਚਦਾ, ਤਾਂ ਉਹ ਗੱਲਾਂ ਸਾਰੀਆਂ ਬਾਹਰ ਨਿਕਲ ਆਉਣ, ਉਹ ਸਾਰੇ ਕਹੂਗੇ ਇਹ ਬੰਦਾ ਕਿੱਦਾਂ ਦਾ, ਇਹ ਗੱਲਾਂ ਕਿੱਦਾਂ ਦੀਆਂ ਕਰਦਾ ਜਾ ਕੇ, ਵਿੱਚੋਂ ਸੋਚਦਾ ਕਿ। ਸੋ ਜਿਹੜੀ ਗੱਲ ਅਸੀਂ ਦਿਮਾਗ ਦੇ ਵਿੱਚ ਲਿਆਉਂਦੇ, ਉਹ ਸਾਰੀ ਅਸੀਂ ਬਾਹਰ ਨਹੀਂ ਕੱਢਦੇ। ਸਾਰੀ ਅਸੀਂ ਬਾਹਰ ਇਸ ਕਰਕੇ ਨਹੀਂ ਕੱਢਦੇ ਵੀ ਦਿਮਾਗ ਦੇ ਨਾਲ ਸਾਨੂੰ ਇਹ ਗੱਲ ਮਿਲੀ ਹੋਈ ਆ ਵੀ ਆਹ ਗੱਲ ਜਿਹੜੀ ਬਾਹਰ ਕੱਢਣ ਵਾਲੀ ਹੈਗੀ, ਆਹ ਜਿਹੜੀ ਹੈਗੀ ਬਾਹਰ ਸੋਸ਼ਲੀ ਐਕਸੈਪਟਡ ਨਹੀਂ ਹੈ, ਉਹ ਸੋਸ਼ਲੀ ਐਕਸੈਪਟਡ ਹੈਗੀ। ਆਹ ਸੋਸ਼ਲ, ਸਾਡਾ ਜਾਨਵਰਾਂ ਨੂੰ ਕੀ ਫਰਕ ਹੈ? ਜਾਨਵਰ ਨੂੰ ਜਾਂ ਗੁੱਸਾ ਆਉਂਦਾ ਸਿੱਧੀ ਜਾਂ ਟੱਕਰ ਮਾਰਦਾ, ਜਾਂ ਦੌੜ ਜਾਂਦਾ, ਠੀਕ ਹੈ ਨਾ। ਸਾਨੂੰ ਜਿਸ ਵੇਲੇ ਦਾ ਅਸੀਂ ਕਹਿੰਦੇ ਇਹਨੇ ਬੈਠ ਕੇ ਗੱਲ ਕਰ ਲਓ, ਇਹਨਾਂ ਗੱਲ ਦੇਖੋ, ਗੱਲ ਕਰਕੇ ਦੇਖੋ, ਸ਼ਾਇਦ ਇਹ ਫਰਕ ਹੈ ਜਾ ਕੇ। ਸੋ ਇਹ ਜਿਹੜੀਆਂ ਹੈਗੀਆਂ ਗੱਲਾਂ, ਇਹ ਕੁਛ ਇੱਧਰ ਨੂੰ ਲਿਜਾਣ ਲਈ ਵੀ ਆਪਾਂ ਕੋਸ਼ਿਸ਼ ਕੀਤੀ ਆ ਇਹਨਾਂ ਸਾਲਾਂ ਦੇ ਵਿੱਚ ਜਾ ਕੇ ਵੀ ਕੁਛ ਹੋ ਸਕੇ। ਅਤੇ ਇਹਦੇ ਨਾਲ ਥਿੰਨ ਸਾਹਿਬ ਜਿਹੜੀ ਦੂਜੀ ਹੋਰ ਗੱਲ ਸੀ, ਤੁਹਾਨੂੰ ਯਾਦ ਹੋਣਾ, ਇਹਦੇ 'ਤੇ ਮੈਂ ਬਹੁਤ ਜ਼ੋਰ ਦਿੱਤਾ ਵੀ ਜਿੱਥੇ ਤੁਸੀਂ ਰਹਿ ਰਹੇ ਆ ਉੱਥੇ ਦੇ ਲਾ ਦਾ ਸਨਮਾਨ ਕਰੋ। ਕਾਨੂੰਨ ਦੀ ਜਿਹੜੀ ਹੈਗੀ, ਕਾਨੂੰਨ ਦੇ ਮੁਤਾਬਕ ਤੁਸੀਂ ਜ਼ਰੂਰ ਚੱਲੋ। ਬਾਕੀ ਸਹੀ ਗਲਤ ਜਿਹੜਾ ਹੈਗਾ, ਉਹ ਤਾਂ ਸਹੀ ਗਲਤ ਤਾਂ ਥਿੰਨ ਸਾਹਿਬ ਤੁਸੀਂ ਕਿਸੇ ਚੀਜ਼ ਨੂੰ ਸਹੀ ਸਮਝਦੇ, ਮੈਂ ਕਿਸੇ ਨੂੰ ਸਮਝਦਾ, ਮੁਆਸ਼ਰਾ ਕਿਸੇ ਹੋਰ ਨੂੰ ਸਮਝਦਾ, ਉਹ 'ਤੇ ਡਿਫਰੈਂਸਿਸ ਹੋ ਸਕਦੇ ਆ, ਉਹ ਤੁਸੀਂ ਹੋ ਸਕਦੇ। ਪਰ ਜਿਹੜਾ ਲਾ ਆ, ਜੇ ਤੁਸੀਂ ਇਹਨੂੰ ਨਹੀਂ ਮੰਨੋਗੇ ਤਾਂ ਯੂ ਵਿਲ ਬੀ ਇਨ ਟਰਬਲ, ਫਿਰ ਜੇਲ੍ਹ 'ਚ ਜਾਓਗੇ, ਫਲਾਨਾ ਕਰੋਗੇ। ਜੇ ਤੁਹਾਨੂੰ ਲੱਗਦਾ ਲਾ ਗਲਤ ਆ ਤਾਂ ਲਾਫੁਲੀ ਉਹਨੂੰ ਬਦਲਣ ਦੀ ਕੋਸ਼ਿਸ਼ ਕਰੋ। ਲਾਫੁਲੀ, ਇੱਥੇ ਮੈਂ ਕੈਨੇਡਾ ਦੀ ਗੱਲ ਕਰਦਾ ਜਾ ਕੇ, ਕਿਉਂਕਿ ਜਿੱਥੇ ਆਪਾਂ ਬੈਠੇ ਹਾਂ ਜਾ ਕੇ, ਫਿਰ ਉਹਨੂੰ ਇੱਦਾਂ ਹੈ ਫਿਰ ਤੁਸੀਂ ਇਹ ਨਹੀਂ ਹੈ ਜਾ ਕੇ ਵੀ ਤੁਸੀਂ ਕਿਸੇ ਦੇ ਸ਼ੀਸ਼ੇ ਭੰਨੋ ਜਾ ਕੇ, ਜਾਂ ਦੂਜੇ ਕਰੋ, ਜਾਂ ਤੂੰ ਇਹ ਕਰੋ। ਲਾਫੁਲੀ ਤੁਸੀਂ ਉਹਦੀ ਗੱਲ ਕਰ ਸਕਦੇ ਹਾਂ। ਪ੍ਰੋਫੈਸਰ, ਤੁਸੀਂ ਆਲਾ ਸ਼ਕਤੀਆਂ ਦੇ ਵਿਕਾਸ ਤੋਂ ਬਾਅਦ ਹੋਰ ਗੱਲਾਂ ਦੱਸਣ ਲੱਗੇ ਸੀ, ਇਹਦੇ ਵਿੱਚ ਵੀ ਮੈਂ ਇੱਕ ਜਿੱਦਾਂ ਪਹਿਲਾਂ ਗੱਲ ਕਹੀ ਸੀ, ਉਹਦੇ 'ਚ ਮੈਂ ਇੱਕ ਗੱਲ ਕਹੀ ਵੀ ਇੱਕ ਜਿਹੜਾ ਹਸਦ ਹੈ ਨਾ ਜੀ, ਹਸਦ ਜਿਹਨੂੰ ਆਪਾਂ ਈਰਖਾ ਕਹਿੰਦੇ ਹਾਂ, ਇਹ ਇੱਕ ਤਬਾਹੀਆਂ ਮਚਾਉਂਦੀ ਹੈ ਜੀ ਤੁਹਾਡੇ ਕਰੈਕਟਰ ਦੇ ਵਿੱਚ, ਤੁਹਾਡੇ ਸਾਰੇ ਸਤਵਿਤ ਵਿੱਚ। ਜੈਲਸ, ਐਨਵੀ। ਹਾਂ, ਐਨਵੀ, ਹਸਦ ਕਰਨਾ, ਉਹ 'ਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰਸ਼ਕ, ਜੈਲਸੀ ਕਰਨੀ, ਹਸਲ ਕਰਨਾ, ਈਰਖਾ ਕਰਨੀ, ਜਿਹੜੀ ਇਹ ਇੱਕ ਬਹੁਤ ਵੱਡੀ ਬਿਮਾਰੀ ਆ। ਇਹ ਤੋਂ ਬਚਣ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਇਹ ਥਿੰਨ ਸਾਹਿਬ ਹਰ ਕਿੱਤੇ ਵਿੱਚ ਆ, ਇਹ ਜਿਹੜੀ ਹਰ ਕਿੱਤੇ ਵਿੱਚ ਹੈ, ਇਹ ਤੁਹਾਡੇ ਕਿੱਤੇ 'ਚ ਵੀ ਆ, ਬਿਲਕੁਲ, ਇਹ ਹਰੇਕ ਦੇ ਵਿੱਚ ਹੈ। ਔਰ ਇਹ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਹੈਗੇ, ਜਾਂ ਇਹ ਤੋਂ ਬੈਡਲੀ ਇਨਫਲੂਐਂਸ ਹੋ ਕੇ ਇੱਦਾਂ ਦੀਆਂ ਗੱਲਾਂ ਲੋਕ ਕਰਦੇ ਆ ਜਿਹੜੀਆਂ ਕਰਨੀਆਂ ਨਹੀਂ ਚਾਹੀਦੀਆਂ, ਨਹੀਂ ਚਾਹੀਦੀਆਂ। ਔਰ ਉਹ ਹੁੰਦਾ ਨਹੀਂ ਹੈ, ਪਰ ਸਿਰਫ ਹਸਦ ਜਿਹੜਾ ਹੈਗਾ ਉਹਨੂੰ ਫੋਰਸ ਕਰ ਦਿੰਦਾ ਵੀ ਇਹ ਗੱਲਾਂ ਕਹੋ ਤੁਸੀਂ ਜਾ ਕੇ ਮੂਹਰੇ ਜਾ ਕੇ, ਔਰ ਕਰੋ। ਉਹਦੇ ਆਪਣੇ ਹਸਦ ਦੀ ਤ੍ਰਿਪਤੀ ਕਰਨ ਦੇ ਲਈ ਉਹ ਗੱਲਾਂ ਕਰਦੇ। ਇਹ ਤੋਂ ਬਚਣਾ ਚਾਹੀਦਾ। ਇਹ ਬਹੁਤ ਜ਼ਰੂਰੀ ਆ ਵੀ ਹਸਦ ਤੋਂ ਜਿਹੜਾ ਬਚਣਾ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਹੁਣ ਮੈਂ ਕਈ ਵਾਰ ਮੈਂ ਇੱਦਾਂ ਦੇ ਬੰਦੇ ਵੀ ਦੇਖੇ ਆ ਜਾ ਕੇ ਵੀ ਜਿਨ੍ਹਾਂ ਨੇ, ਤੁਸੀਂ ਵੀ ਉਹਨਾਂ 'ਚੋਂ, ਤੁਸੀਂ ਬਲਿਟਲ ਨਹੀਂ ਕਰਦੇ ਕਿਸੇ ਨੂੰ। ਤੁਸੀਂ ਆਪਣੇ ਪ੍ਰੋਗਰਾਮਾਂ 'ਚ ਰਾਏ ਦਿੰਦੇ ਆ, ਸਭ ਕੁਝ ਦਿੰਦੇ ਆ, ਬਲਿਟਲ ਨਹੀਂ ਕਰਦੇ, ਕਿਸੇ ਨੂੰ ਨੀਚਾ ਨਹੀਂ ਦਿਖਾਉਂਦੇ ਹੈ। ਉਹਦੇ ਵਿੱਚ ਇਹ ਦੱਸ ਦੋਗੇ ਵੀ ਆਹ ਕੰਮ ਇੱਦਾਂ ਹੋਇਆ, ਪਰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਜਾ ਕੇ, ਜਿਹੜੇ ਵਿੱਚ ਹਾਂ ਤੁਸੀਂ ਬਲਿਟਲ ਨਹੀਂ ਕਰਦੇ ਕਿਸੇ ਨੂੰ, ਠੀਕ ਹੈ ਨਾ। ਇਹ ਇੱਕ ਵੱਡਾ ਗੁਣ ਆ ਜਿਹੜਾ ਕਿ ਮੈਂ ਸਮਝਦਾ ਬਾਕੀ ਸਾਨੂੰ ਸਾਰਿਆਂ ਨੂੰ ਵੀ ਲੈਣਾ ਚਾਹੀਦਾ ਇਹ ਜਾ ਕੇ। ਚਾਹੇ ਦੇਖੋ ਚੰਗੀ ਗੱਲ ਚਾਹੇ ਕਿਤਿਓਂ ਮਿਲਦੀ ਆ, ਉਹ ਆਪਾਂ ਨੂੰ ਫੜ ਲੈਣੀ ਚਾਹੀਦੀ ਹੈ। ਸੋ ਇਹ ਗੱਲਾਂ ਜਿਹੜੀਆਂ ਸੀਗੀਆਂ, ਇਹ ਮੈਂ ਸਮਝਦਾ ਵੀ ਸਾਨੂੰ ਜ਼ਰੂਰ ਇਹਦੇ ਵਿੱਚ ਕਰਨੀਆਂ ਚਾਹੀਦੀਆਂ। ਅਤੇ ਇਹ ਕੋਸ਼ਿਸ਼ ਤੁਸੀਂ ਵੀ ਕੀਤੀ, ਕੋਸ਼ਿਸ਼ ਮੈਂ ਵੀ
ਵੀ ਕੀਤੀ ਇਸ ਗੱਲ ਦੀ ਜਾ ਕੇ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਜਿਹੜੀਆਂ ਨਾ ਹੋਣ ਜਾ ਕੇ। ਅੱਛਾ, ਹੋਰ ਇਹ ਤੋਂ ਅੱਗੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂ ਉਹ ਇਹ ਸੀ ਵੀ ਇੱਥੇ ਮੈਂ ਇਹ ਕੋਸ਼ਿਸ਼ ਕੀਤੀ ਆ ਵੀ ਗੱਲ ਦੱਸਾਂ ਜਾ ਕੇ ਜੀ ਵੀ ਆਹ ਗੱਲ ਹੈਗੀ ਆ, ਪਰ ਮੈਂ ਫੈਸਲਾ ਇੱਦਾਂ ਨਹੀਂ ਕੀਤਾ ਵੀ ਇਹ ਮੇਰੀ ਗੱਲ ਬਿਲਕੁਲ ਹੀ ਸਹੀ ਹੈ ਜੀ। ਫੈਸਲਾ ਲੋਕਾਂ ਤੇ ਹਾਂ, ਲੋਕਾਂ ਤੇ ਛੱਡ ਦਿੱਤੀ ਵੀ ਦੇਖ ਲਓ ਤੁਸੀਂ ਇਹ ਤੇ ਤੁਸੀਂ ਥਿੰਕ ਕਰੋ ਇਹ ਤੇ, ਜੇ ਚੰਗੀ ਲੱਗਦੀ ਹੈ ਤਾਂ ਐਕਸੈਪਟ ਕਰ ਲਓ, ਨਹੀਂ ਚੰਗੀ ਲੱਗਦੀ ਤਾਂ ਨਾ ਐਕਸੈਪਟ ਕਰੋ, ਜਸਟ ਇਗਨੋਰ ਇਟ ਜਾ ਕੇ। ਉਹਦੇ ਨਾਲ ਕੀ ਹੁੰਦਾ ਵੀ ਇੱਕ ਤਾਂ ਤੁਹਾਡੇ ਆਪਣੀ ਜਿਹੜੀ ਹੈਗੀ ਆ ਐਨਾਲਿਸਿਸ ਕਰਨ ਦੀ ਸ਼ਕਤੀ ਵੱਧਦੀ ਆ, ਤੁਸੀਂ ਸੋਚਦੇ ਆ, ਠੀਕ ਹੈ। ਇੱਕ ਤੁਸੀਂ ਰੈਸ਼ਨਲ ਹੁੰਦੇ ਆ, ਤਰਕ ਤੁਹਾਡੇ ਵਿੱਚ ਆਉਂਦੀ ਹੈ ਜਾ ਕੇ ਵੀ ਇਹਨੂੰ ਕਰੀਏ। ਇਸ ਗੱਲ ਤੇ ਜ਼ੋਰ ਮੈਂ ਦਿੰਦਾ ਰਿਹਾ ਪਹਿਲਾਂ ਤੋਂ, ਔਰ ਹੁਣ ਮੈਂ ਫੇਰ ਇਹੀ ਗੱਲ ਕਰਾਂ ਵੀ ਉਹੀ ਗੱਲ ਐਕਸੈਪਟ ਕਰੋ ਜਿਹੜੀ ਗੱਲ ਤੁਹਾਡਾ ਦਿਮਾਗ ਕਹਿੰਦਾ, ਕਿਉਂਕਿ ਅਲਟੀਮੇਟਲੀ ਫੈਸਲਾ ਤੁਸੀਂ ਕਰਨਾ ਹੈਗਾ ਤੇ ਫੈਸਲਾ ਤੁਸੀਂ ਆ, ਤੁਹਾਨੂੰ ਪਤਾ ਲੱਗਣਾ ਚਾਹੀਦਾ। ਸਹੀ ਗੱਲ ਤਾਂ ਦੁਨੀਆ ਵਿੱਚ ਬਹੁਤ ਕੁਛ ਹੈ, ਪਤਾ ਹੀ ਨਹੀਂ ਕੋਈ ਕਿਸੇ ਨੂੰ ਸਮਝਦਾ ਕੁਝ, ਪਰ ਐਗਜ਼ੈਕਟਲੀ ਕਿਹੜਾ ਤੁਹਾਨੂੰ ਜੋ ਤੁਸੀਂ ਲੱਗਦੇ। ਇਸ ਕਰਕੇ ਇਹਦੇ 'ਤੇ ਜਿਹੜਾ ਜ਼ੋਰ ਕਾਫੀ ਦਿੰਦਾ ਰਿਹਾ ਮੈਂ ਕਿਹਾ ਜਾ ਰਿਹਾ। ਔਰ ਜਿੱਦਾਂ ਕਿ ਆਪਾਂ ਪੜਚੋਲ ਤੇ ਤਾਂ ਦਿੱਤਾ ਹੀ ਹੈ ਜਾ ਕੇ ਵੀ ਆਪਣੀ ਪੜਚੋਲ ਜ਼ਰੂਰ ਕਰੋ, ਸੈਲਫ ਐਨਾਲਿਸਿਸ ਬਹੁਤ ਜ਼ਰੂਰੀ ਹੈ, ਰੋਜ਼ ਕਰੋ ਸੈਲਫ ਐਨਾਲਿਸਿਸ ਦੇ ਵਿੱਚ। ਔਰ ਜਿਹੜਾ ਹੈਗਾ ਕੋਸ਼ਿਸ਼ ਇਹ ਵੀ ਕਰੋ, ਜੇ ਜਿੱਦਾਂ ਹੁਣ ਆਪਾਂ ਪਹਿਲਾਂ ਹੀ ਰਸਲ ਸਾਹਿਬ ਦੀ ਕੀਤੀ ਸੀ ਨਾ ਵੀ ਜੇ ਆਪਣੀ ਲਿਟਲਨੈਸ ਦਾ ਪਤਾ ਨਹੀਂ ਲੱਗਦਾ ਤਾਂ ਆਪਣੀ ਗ੍ਰੇਟਨੈਸ ਵੱਲ ਨੂੰ ਨਹੀਂ ਫਿਜਾ ਹੋਣਾ। ਵੀ ਜੇ ਅਸੀਂ ਗਰੋ ਕਰਨਾ ਚਾਹੁੰਦੇ ਹਾਂ ਤਾਂ ਪਹਿਲਾਂ ਆਪਣੀਆਂ ਕਮੀਆਂ ਦੇਖੀਏ ਵੀ ਇਹ ਨੁਕਸ ਪਹਿਲਾਂ ਠੀਕ ਕਰ ਲਈਏ, ਫਿਰ ਮਹਾਨਤਾ ਨੂੰ ਆਪਾਂ ਵਧਾਂਗੇ। ਇਹਨਾਂ ਗੱਲਾਂ 'ਤੇ ਜ਼ੋਰ ਦਿੰਦੇ ਰਹੇ। ਸੋ ਇੱਥੇ ਇੱਕ ਮੈਂ ਇਹ ਰੱਖੀ ਧਨ ਸਾਹਿਬ, ਮੈਂ ਕੋਸ਼ਿਸ਼ ਇਹੀ ਕੀਤੀ ਆ, ਬਾਕੀਆਂ ਨੂੰ ਵੀ ਮੈਂ ਇਹੀ ਕਹਿੰਦਾ ਵੀ ਕੋਸ਼ਿਸ਼ ਕਰੋ ਜਾ ਕੇ ਵੀ ਜਿਹੜੀ ਗੱਲ ਮੈਂ ਇੱਥੇ ਕਰਦਾ ਨਾ ਜੀ ਉਹ ਮੈਂ ਆਪ ਕਰਾਂ, ਆਪ ਦੇ ਉੱਤੇ ਲਾਗੂ, ਆਪ ਉਹਦੇ 'ਤੇ ਲਾਗੂ ਹੋ। ਇੱਦਾਂ ਨਾ ਹੋਵੇ ਵੀ ਮੈਂ ਇੱਥੇ ਕਹਿ ਕੇ ਕੁਛ ਕਰਾਂ ਜਾ ਕੇ ਘਰ ਵਿੱਚ ਜਾ ਕੇ ਮੈਂ ਹੋਰ ਕੁਛ ਕਰਾਂ ਜਾ ਕੇ, ਠੀਕ ਹੈ ਨਾ ਜਾ ਕੇ। ਸੋ ਉਹ ਮੈਂ ਕਿਹਾ ਵੀ ਸਾਰਿਆਂ ਨੂੰ ਵੀ ਜੇ ਮੈਂ ਜਿਹੜੀ ਗੱਲ ਕਹਿ ਕੇ ਆਉਣਾ, ਜੇ ਮੈਂ ਉਹਦੇ ਪ੍ਰਤੀ ਕੋਸ਼ਿਸ਼ ਨਹੀਂ ਕਰਦਾ ਤਾਂ ਮੈਨੂੰ ਉਸੇ ਵੇਲੇ ਦੱਸੋ ਜਾ ਕੇ ਵੀ ਆਹ ਕੁਛ ਆ, ਤੁਸੀਂ ਇਹ ਇੱਦਾਂ ਕਰਦੇ ਨਹੀਂ ਹੈ ਜਾ ਕੇ, ਠੀਕ ਹੈ ਨਾ। ਸੋ ਇਹ ਬਹੁਤ ਜ਼ਰੂਰੀ ਆ ਵੀ ਆਦਮੀ ਦੀ ਜਿੰਨਾ ਕੁ ਹੋ ਸਕੇ ਕਹਿਣੀ ਤਾਂ ਕਰਨੀ ਦੇ ਵਿੱਚ ਫਰਕ ਜਿਹੜਾ ਹੈਗਾ ਨਾ ਹੋਵੇ ਤਾਂ ਉਹ ਉਨਾ ਹੀ ਉਹਦੇ ਵਿੱਚ ਚੰਗਾ ਜਾ ਕੇ। ਇੱਕ ਮੈਂ ਕੋਸ਼ਿਸ਼ ਕੀਤੀ ਹੈ ਜੀ ਵੀ ਇਹ ਜਿਹੜਾ ਹੈਗਾ ਸਨਮਾਨ ਤੋਂ ਬਚਾਂ। ਅੱਛਾ ਜੀ, ਹਾਂ, ਇਹ ਤੋਂ ਮੈਂ ਬਚਾਂ। ਤੁਹਾਨੂੰ ਵੀ ਇਸ ਗੱਲ ਦਾ ਕਾਫੀ ਕੁਝ ਹੱਦ ਤੱਕ ਪਤਾ ਜੀ। ਇਹ ਜਦੋਂ ਰੈਡ ਐਫ ਐਮ ਨੇ ਤੁਹਾਨੂੰ ਗੋਲਡ ਮੈਡਲ ਦੇਣਾ ਚਾਹਿਆ ਤੁਸੀਂ ਕਿਹਾ ਨੋ ਮੈਂ ਨਹੀਂ ਲੈਣਾ, ਠੀਕ ਹੈ। ਇਹ ਮੈਂ ਹੁਣ ਜਦ ਵੀ ਕਿਤੇ ਕੁਛ ਆਉਂਦੇ ਆ ਪਏ ਜੀ ਮੈਂ ਕਹਿੰਦਾ ਨਹੀਂ ਵੀ ਇਹ ਤਾਂ ਮੈਨੂੰ ਤੁਸੀਂ ਰਹਿੰਦੇ ਹੋ, ਤੁਸੀਂ ਕਿਸੇ ਨੂੰ ਸਨਮਾਨ ਕਰਨਾ ਤਾਂ ਮੈਨੂੰ ਸੱਦ ਲਓ, ਮੈਂ ਉਹਦੇ ਸਨਮਾਨ ਦੇ ਵਿੱਚ ਕੋਈ ਗੱਲ ਕਰਾਂ, ਮੈਨੂੰ ਰਹਿਣ ਦਿਓ ਜਾ ਕੇ। ਕਿਉਂਕਿ ਮੈਂ ਨਹੀਂ ਇਹ ਚਾਹੁੰਦਾ ਵੀ ਤੁਸੀਂ ਸਨਮਾਨਿਤ ਕਰਕੇ ਫਿਰ ਤੁਸੀਂ ਕਹੋ ਜੀ ਜਾ ਕੇ ਵੀ ਮੇਰੀਆਂ ਸਿਫਤਾਂ ਕਰੋ ਇੱਥੇ ਜਾ ਕੇ ਇੱਦਾਂ, ਤਾਂ ਫਿਰ ਮੈਂ ਉੱਠ ਕੇ ਮੁੜ ਕਹਾਂ ਮੈਂ ਜੀ ਇਹਦੀਆਂ ਸਿਫਤਾਂ ਦੇ ਯੋਗ ਤਾਂ ਹੈ ਨਹੀਂ ਜਾ ਕੇ, ਤੁਸੀਂ ਜੋ ਮੈਨੂੰ ਪਿਆਰ ਦੇ ਰਹੇ ਆ, ਮੇਰੀ ਸਿਫਤ ਕਰ ਰਹੇ ਆ, ਮੈਂ ਇਹਦੇ ਯੋਗ ਤਾਂ ਹੈ ਨਹੀਂ, ਪਰ ਫਿਰ ਵੀ ਥੈਂਕ ਯੂ ਵੈਰੀ ਮਚ ਪੇ ਨਾਲ ਵਿੱਚੋਂ ਖੁਸ਼ ਹੋਈ ਜਾਣਾ ਜਾ ਕੇ। ਉਹ ਕਪਟਤਾ ਜਿਹੀ ਲੱਗਦੀ ਹੈ ਜਾ ਕੇ। ਇਸ ਕਰਕੇ ਕੋਸ਼ਿਸ਼ ਇਹੀ ਕੀਤੀ ਜਾ ਕੇ ਵੀ ਸਨਮਾਨਿਤ ਨਾ ਹੋਈਏ ਤਾਂ ਜਿਹੜਾ ਹੈਗਾ ਚੰਗਾ ਹੈਗਾ ਜਾ ਕੇ। ਅਤੇ ਉੱਦਾਂ ਮੈਂ ਸਮਝਦਾ ਜੇ ਕਿਸੇ ਦਾ ਗੁਣ ਹੈਗਾ ਤਾਂ ਮੈਂ ਉਹ ਜ਼ਰੂਰ ਦੇਖਦਾ ਜਾ ਕੇ ਵੀ ਇਹ ਬੰਦਾ ਵਰਥ ਸਨਮਾਨ ਦੇ ਆ। ਮੈਨੂੰ ਨਹੀਂ ਲੱਗਦਾ ਵੀ ਮੈਂ ਹੈਗਾ ਵੀ ਉਹ ਬੇਕਹਿ ਹੋ ਗਿਆ ਮੇਰੇ ਤੋਂ, ਪਰ ਉਹ ਜਿਹੜਾ ਹੈਗਾ ਆ ਦੁਨੀਆ 'ਚ ਬਹੁਤ ਬੜੇ ਬੜੇ ਮਹਾਨ ਬੰਦੇ ਬੈਠੇ ਆ ਜਿਹਨਾਂ ਨੂੰ ਸਨਮਾਨ ਹੁੰਦੇ ਵੀ ਆ। ਸੋ ਇਹਦੇ ਵਿੱਚ ਵੀ ਕੋਈ ਸੈੱਟ ਫਾਰਮੂਲਾ ਨਹੀਂ ਹੈ ਵੀ ਬਿਲਕੁਲ ਹੀ ਨਹੀਂ ਹੋ। ਜਿਹੜੇ ਸਨਮਾਨ ਹੁੰਦੇ ਆ ਮੈਂ ਇੱਦਾਂ ਨਾ ਸਮਝਣ ਵੀ ਮੈਂ ਕੋਈ ਜਾ ਕੇ ਉਹਨਾਂ ਦਾ ਖੰਡਨ ਕਰ ਰਿਹਾ। ਮੇਰੇ ਮਨ 'ਚ ਉਹਨਾਂ ਪ੍ਰਤੀ ਪੂਰਾ ਸਨਮਾਨ ਆ, ਮੈਂ ਪੂਰਾ ਉਹਨਾਂ ਨੂੰ ਸਨਮਾਨ ਦਿੰਦਾ। ਮੇਰੇ ਮਹਾਨ ਬੰਦੇ ਆ ਜਿਹਨੇ ਮਹਾਨ ਕੰਮ ਕੀਤੇ ਆਪਣੇ ਫੀਲਡ, ਪਰ ਪਰਸਨਲੀ ਸਪੀਕਿੰਗ ਮੈਨੂੰ ਨਹੀਂ, ਮੈਂ ਨਹੀਂ ਇਹਦੇ ਵਿੱਚ ਆਉਂਦਾ। ਸੋ ਇਹ ਜਿਹੜੀਆਂ ਗੱਲਾਂ ਆ ਇਹ ਥਿੰਨ ਸਾਹਿਬ ਫਿਰ 24 ਸਾਲ ਕਰਨ ਤੋਂ ਬਾਅਦ ਤੁਹਾਨੂੰ ਮੈਂ ਦੱਸਾਂ ਹੁਣ ਮੈਂ ਕੀ ਸੋਚਦਾ ਜੀ। ਹੁਣ ਮੈਂ ਸੋਚਦਾ ਹੁਣ ਫਿਰ ਕਈ ਵਾਰ ਸੋਚਦੇ ਇਹ ਆਉਂਦੀ ਆ ਵੀ ਇੰਨਾ ਚਿਰ ਲਾਤਾ ਜਾ ਕੇ ਵੀ ਕੋਈ ਐਡੀ ਗੱਲ ਤਾਂ ਕੋਈ ਬਣੀ ਨਹੀਂ ਜਿਹੜੀ ਸਮਝਦੇ ਸੀ ਵੀ ਇਹ ਗੱਲਾਂ ਦੇ ਕੁਛ ਕਰ ਸਕੀਏ ਵੀ ਹੁਣ ਬਸ ਕਰ, ਹੁਣ ਤੂੰ ਬੁੜਾ ਹੋ ਗਿਆ ਬਸ ਕਰ। ਫਿਰ ਸਾਹਿਬ ਉਹ ਵੀ ਫਿਰ ਉਹ ਚਿੜੀ ਵਾਲੀ ਗੱਲ ਚੇਤੇ ਆ ਜਾਂਦੀ ਹੈ ਵੀ ਚਿੜੀ ਜਿਹੜੀ ਪਾਣੀ 'ਚ ਚੁੰਝ ਪਾਣੀ ਪਾ ਕੇ ਅੱਗ ਬੁਝਾਉਣ ਚੱਲੀ ਸੀਗੀ। ਫਿਰ ਮੈਂ ਸੋਚਦਾ ਵੀ ਤੂੰ ਚੱਲ ਇੱਦਾਂ ਹੀ ਸਹੀ ਜਾ ਕੇ ਵੀ ਜਿਹੜਾ ਥੋੜ੍ਹੇ ਜਿਹੇ ਚੁੰਝ ਵਿੱਚ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਲੈ ਜਾ ਕੇ। ਅਤੇ ਉਹ ਪਰ ਇਹਦੇ ਨਾਲ ਥਿੰਨ ਸਾਹਿਬ ਇੱਕ ਗੱਲਾਂ ਹੋਈਆਂ ਇੱਥੇ ਤੁਹਾਡੇ ਕੋਲ ਆਉਣ ਨਾਲ ਮੈਨੂੰ ਫਾਇਦਾ ਬਹੁਤ ਹੋਇਆ। ਮੈਨੂੰ ਜ਼ਾਤੀ ਤੌਰ 'ਤੇ ਫਾਇਦਾ ਬਹੁਤ ਹੋਇਆ। ਇੱਕ ਤਾਂ ਮੈਨੂੰ ਇਹ ਫਾਇਦਾ ਹੋਇਆ ਵੀ ਜਿਸ ਵੇਲੇ ਮੈਂ ਕੋਈ ਇੱਥੇ ਗੱਲ ਕਰਨੀ ਹੁੰਦੀ ਆ ਉਹ ਮੈਂ ਆਪ ਕੋਸ਼ਿਸ਼ ਕਰਦਾ ਵੀ ਪਹਿਲਾਂ ਵੀ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਾਂ, ਠੀਕ ਹੈ ਨਾ ਜੀ। ਮੇਰੇ ਆਪਣੇ
ਗਿਆਨ ਦੇ ਵਿੱਚ ਚਾਹੇ ਥੋੜ੍ਹਾ ਹੋਇਆ, ਮੇਰੇ ਆਪਣੇ ਗਿਆਨ ਵਿੱਚ ਵੀ ਵਾਧਾ ਹੋਇਆ, ਅਤੇ ਉਹ ਚੀਜ਼ ਜਿਹੜੀ ਹੈਗੀ ਫਿਰ ਮੈਂ ਗਾਹਾਂ ਦੱਸਦਾ ਜਾ ਕੇ ਜੀ। ਠੀਕ ਹੈ, ਉਹ ਕਈ ਬੰਦੇ ਜਿਹੜੇ ਐਸੇ ਆ, ਉਹਨਾਂ ਨੂੰ ਆਪ ਨਹੀਂ ਫਿਰ ਉਹ ਪੜ੍ਹਨੀਆਂ ਪੈਂਦੀਆਂ ਗੱਲਾਂ, ਉਹ ਮੇਰੀਆਂ ਸੁਣ ਕੇ ਉਹ ਥੋੜ੍ਹੇ ਫਾਇਦਾ ਉਠਾ ਲੈਂਦੇ ਕਿ ਉਹ ਸੌਖਾ ਹੈ ਕੰਮ। ਹੁਣ ਗੱਲ ਸੁਣ ਕੇ ਉਹਦਾ ਲਾਭ ਉਠਾ ਲੈਣਾ ਸੌਖਾ ਹੈ, ਬਜਾਏ ਇਸ ਦੇ ਤੁਸੀਂ ਉਹਦੇ ਬਾਰੇ ਇਕੱਠਾ ਕਰਨੇ। ਸੋ ਇੱਕ ਫਿਰ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੋਧਿਆ ਔਰ ਸਾਧਣ ਦੇ ਵਿੱਚ ਵੀ ਹੋਇਆ ਵੀ ਜੇ ਤੂੰ ਇਹ ਕਹਿੰਦਾ ਵੀ ਬੈਟਰ ਇਨਸਾਨ ਬਣੋ, ਤੂੰ ਆਪ ਤਾਂ ਕਰ ਪਹਿਲਾਂ ਜਾ ਕੇ, ਤੇ ਉਹਦੇ ਵਿੱਚ ਕੋਸ਼ਿਸ਼ ਕੀਤੀ। ਪੌੜੀਆਂ ਚੜ੍ਹਨ ਨਾਲ ਦਿਲ ਵੀ ਤਕੜਾ ਹੋ ਗਿਆ ਥੋੜ੍ਹਾ। ਪੌੜੀਆਂ ਚੜ੍ਹਨ ਦੇ ਨਾਲ। ਅੱਛਾ, ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਜੀ। ਉਹ ਆਪਣੇ ਸਟੱਡੀ ਆਈ ਆ ਉਹ ਕਿੱਥੇ ਤੱਕ ਸਹੀ ਹੈ, ਉਹ ਕਹਿੰਦੇ ਵੀ ਜਿਹੜੇ ਆਪਣੇ ਹਸਬੈਂਡ ਵਾਈਫ ਆਪਸ ਵਿੱਚ ਲੜਦੇ ਰਹਿੰਦੇ ਆ, ਉਹਨਾਂ ਨੂੰ ਡਿਮੈਂਸ਼ੀਆ ਨਹੀਂ ਹੁੰਦਾ। ਉਹਨਾਂ ਦੀ ਯਾਦਦਾਸ਼ਤ ਬਹੁਤ ਚੰਗੀ ਆ। ਉਹ ਪੁਰਾਣੀਆਂ ਫਾਈਲਾਂ ਯਾਦ ਰੱਖਣੀਆਂ ਪੈਂਦੀਆਂ। ਉਹ ਮੈਂ ਤੁਹਾਨੂੰ ਦੱਸਿਆ, ਉਹ ਕਹਿੰਦਾ ਜੀ ਗੱਲ ਇਹ ਬਿਲਕੁਲ ਠੀਕ ਆ, ਜਦ 20-30 ਸਾਲ ਪੁਰਾਣੀਆਂ ਗੱਲਾਂ ਕੱਢ ਕੇ ਮਾਰਨੀਆਂ ਪੈਂਦੀਆਂ। ਅੱਛਾ, ਉਹਦੇ ਨਾਲ ਫਿਰ ਕੀ ਹੋਇਆ ਜੀ, ਉਹ ਮੈਂ ਇੱਕ ਬੰਦਾ ਮੈਨੂੰ ਆ ਕੇ ਮੈਨੂੰ ਕਹਿੰਦਾ ਪ੍ਰੋਫੈਸਰ ਤੁਹਾਡੀ ਯਾਦਦਾਸ਼ਤ ਬਹੁਤ ਚੰਗੀ ਆ। ਅੱਛਾ, ਮੈਂ ਕਿਹਾ ਵੀ ਉਹ ਹੁਣ ਲੜਦੇ ਤਾਂ ਹੈ ਨਹੀਂ ਬਹੁਤੇ, ਵੀ ਜੇ ਲੜਾਈ ਲੁੜੀ ਤਾਂ ਬਹੁਤੀ ਹੁੰਦੀ ਨਹੀਂ ਹੈ, ਯਾਦਦਾਸ਼ਤ ਕਿੱਦਾਂ ਚੰਗੀ ਹੋ ਗਈ। ਫਿਰ ਮੈਂ ਕਿਹਾ ਚਲੋ ਜਵਾਨੀ ਦੇ ਮਾਰ ਕੇ ਮਾਰਿਓ ਕੰਮ ਆ ਰਹੇ ਹੁੰਦੇ, ਹੁਣ ਤਾਂ ਲੜਦੇ ਨਹੀਂ ਹੈ ਜਾ ਕੇ, ਪਹਿਲੇ ਅਸੀਂ ਕਿਤੇ ਹੋਵੇ। ਸੋ ਇਹ ਪਤਾ ਨਹੀਂ ਹੈ ਜੀ ਵੀ ਇਹ ਕਹਿੰਦੇ ਉਹਦਾ ਵੀ ਇਹ ਡਿਮੈਂਸ਼ੀਆ ਦੇ ਵਿੱਚ ਹੋ ਜਾਂਦਾ। ਸੋ ਇਹਦੇ ਵਿੱਚ ਸਿੰਘ ਸਾਹਿਬ ਕਈ ਜਿਹੜੇ ਹੈਗੇ ਆ ਫਾਇਦੇ ਹੋਏ ਆ, ਆਪਣੇ ਨੁਕਸ ਦੇਖਣ ਦਾ ਮੌਕਾ ਮਿਲਿਆ, ਕਮੀਆਂ ਦੇਖਣ ਦਾ ਮੌਕਾ ਮਿਲਿਆ। ਫਿਰ ਇਹ ਵੀ ਹੈ ਸਿੰਘ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਬੰਦਾ ਜਿਹੜਾ ਇਹਨੂੰ ਸਮਝਣਾ ਬਹੁਤ ਔਖਾ ਜੀ, ਬਹੁਤ ਕੰਪਲੈਕਸ ਆ। ਮੈਂ ਤੁਹਾਨੂੰ ਦੱਸਾਂ, ਜਦ ਕਿ ਸਟੋਰ 'ਚ ਜਾਈਦਾ ਨਾ ਜੀ, ਕਿਤੇ ਕੋਈ ਬੰਦਾ ਮਿਲੇ, ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ, ਤੁਹਾਡਾ ਪ੍ਰੋਗਰਾਮ ਸੁਣਿਆ ਜੀ, ਸਾਡਾ ਤਾਂ ਬਹੁਤ ਹੋ ਗਿਆ ਜੀ, ਮੇਰੀ ਭਰਾ ਨਾਲ ਬਣਦੀ ਨਾ ਸੀ, ਮੈਂ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਦਿੱਤਾ ਵੀ ਛੱਡ, ਜਿਹੜੀਆਂ ਹੋ ਗਈਆਂ। ਉਸ ਵੇਲੇ ਫਿਰ ਮੈਨੂੰ ਇੱਦਾਂ ਲੱਗਦਾ ਵੀ ਹੁਣ ਤੂੰ ਸਨਮਾਨਿਤ ਹੋ ਗਿਆ, ਸਨਮਾਨਿਤ ਹੋ ਗਿਆ ਤੂੰ, ਅਸਲ ਸਨਮਾਨਿਤ ਤੇਰੀ ਆ। ਫਿਰ ਮੇਰਾ ਉਹ ਦਿਨ ਬੜਾ ਵਧੀਆ ਲੰਘਦਾ ਜਾ ਕੇ ਜੀ, ਜਿਸ ਵੇਲੇ ਦਾ। ਫਿਰ ਮੈਂ ਦੇਖਿਆ ਵੀ ਜਿਹੜੀ ਐਪਰੀਸੀਏਸ਼ਨ ਆ, ਇਹਦੀ ਸਿਫਤ ਆ, ਇਹ ਵੀਕਨੈਸ ਆ ਬੰਦੇ ਦੀ। ਹਰੇਕ ਬੰਦੇ ਦੀ ਜੇ ਸਿਫਤ ਹੁੰਦੀ ਹੈ ਨਾ, ਕਈ ਵਾਰ ਤਾਂ ਮੈਂ ਸਿਫਤ ਚਾਹੇ ਤੁਹਾਡੀ ਗਲਤ ਵੀ ਹੁੰਦੀ ਹੈ ਨਾ, ਫਿਰ ਵੀ ਤੁਸੀਂ ਖੁਸ਼ ਹੋ ਜਾਂਦੇ ਆ, ਔਰ ਨੁਕਸ ਚਾਹੇ ਤੁਹਾਨੂੰ ਸਹੀ ਵੀ ਦੱਸਦਾ, ਫਿਰ ਵੀ ਤੁਸੀਂ ਦੁਖੀ ਹੋ ਜਾਂਦੇ ਆ। ਇਹ ਬੰਦੇ ਦੀ ਸੁਭਾਅ ਇੱਦਾਂ ਆ। ਪਰ ਟੋਟਲ ਦੇ ਵਿੱਚ ਫਿਰ ਮੈਂ ਹੁਣ ਤੁਹਾਡਾ ਔਰ ਖ਼ਾਸ ਤੌਰ 'ਤੇ ਇਹਦਾ ਕੁਲਵਿੰਦਰ ਦਾ ਵੀ, ਇਹਨਾਂ ਦਾ ਥੈਂਕਫੁਲ ਬਹੁਤ ਆ ਵੀ ਤੁਸੀਂ ਮੈਨੂੰ ਜੋ ਮੇਰਾ ਚਿੱਤ ਕੀਤਾ, ਤੁਸੀਂ ਮੈਨੂੰ ਕਹਿਣ ਦਾ ਮੌਕਾ ਦਿੱਤਾ। ਠੀਕ ਹੈ ਨਾ, ਕੋਈ ਉਹਦੇ ਵਿੱਚ ਤੁਹਾਡਾ ਸਵਾਰਥ ਨਹੀਂ, ਇਹ ਸਵਾਰਥ ਹੈਗਾ ਵੀ ਖੁਸ਼ੀ ਮਿਲਦੀ ਹੈ। ਬਾਕੀ ਉੱਦਾਂ ਜਿਹੜੀ ਹੈਗੀ ਆ, ਫਿਰ ਸਿੰਘ ਸਾਹਿਬ ਮੈਂ ਦੱਸ ਦੇਵਾਂ ਜਾ ਕੇ, ਮੋਟੀਵੇਸ਼ਨ ਸੈਲਫ ਦੀ ਖੁਸ਼ੀ ਆ, ਚਾਹੇ ਭਗਤ ਪੂਰਨ ਸਿੰਘ ਆ, ਚਾਹੇ ਉਸਾਮਾ ਬਿਨ ਲਾਦਨ, ਮਨ ਦੀ ਖੁਸ਼ੀ ਲਈ ਬੰਦਾ ਮਨ ਦੀ ਖੁਸ਼ੀ ਦੇ ਲਈ ਕੰਮ ਕਰਦਾ ਜਾ ਕੇ। ਸੋ ਇਹ ਜਿਹੜੀ ਹੈਗੀਆਂ ਕੁਛ ਗੱਲਾਂ ਪਹਿਲੀਆਂ ਮੈਂ ਕਰਨੀਆਂ ਚਾਹੁੰਦਾ ਸੀਗਾ। ਹੁਣ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਉਹਦੇ 'ਤੇ ਆਉਂਦੇ ਆ, ਕੁਰਬਾਨੀ 'ਤੇ ਸੈਕਰੀਫਾਈਸ 'ਤੇ। ਸਿੰਘ ਸਾਹਿਬ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਾਂ, ਸੈਕਰੀਫਾਈਸ ਹਰ ਬੰਦਾ ਕਰਦਾ ਲਾਈਫ ਦੇ ਵਿੱਚ, ਇਹ ਨਹੀਂ ਹੈ ਮੈਂ ਕਰਦਾ ਥੋੜੀ ਬਹੁਤੀ। ਹਰ ਬੰਦਾ ਕੋਈ ਕਿਸੇ ਚੀਜ਼ ਦੀ ਸੈਕਰੀਫਾਈਸ ਕਰਦਾ, ਕੋਈ ਕਿਸੇ ਚੀਜ਼ ਦੀ ਸੈਕਰੀਫਾਈਸ ਕਰਦਾ। ਸੈਕਰੀਫਾਈਸ ਹਰ ਬੰਦਾ ਕਰਦਾ, ਪਰ ਉਹਦੀ ਜਿਹੜੀ ਸੈਕਰੀਫਾਈਸ ਆ, ਉਹਦੇ ਪਿੱਛੇ ਵੀ ਜਿਹੜੀ ਹੈਗੀ ਉਹਦੀ ਆਪਣੀ ਖੁਸ਼ੀ ਜਿਹੜੀ ਹੈਗੀ ਉਹ ਜੁੜੀ ਹੁੰਦੀ ਹੈ। ਉਹਦੀ ਜਿਹੜੀ ਖੁਸ਼ੀ ਆ, ਉਹ ਉਹਨੂੰ ਫੋਰਸ ਕਰਦੀ ਆ। ਉਹਦੇ ਅੰਦਰ, ਉਸ ਬੰਦੇ ਦੇ ਅੰਦਰ ਜਿਹੜੀ ਕਿਸੇ ਚੀਜ਼ ਦੇ ਲਈ ਅੱਗ ਬਲਦੀ ਹੁੰਦੀ ਹੈ ਨਾ, ਉਹ ਅੱਗ ਉਹਨੂੰ ਫੋਰਸ ਕਰਦੀ ਹੈ ਜਾ ਕੇ ਵੀ ਤੂੰ ਆਹ ਕੰਮ ਕਰ ਜਾ ਕੇ। ਸੋ ਖੁਸ਼ੀ ਜਿਹੜੀ ਸੈਕਰੀਫਾਈਸ ਆ, ਉਹ ਆਪਾਂ ਸਾਰੇ ਕਰਦੇ ਹਾਂ। ਕੋਈ ਕਿਸੇ ਸ਼ਕਲ 'ਚ ਕਰਦਾ, ਕੋਈ ਕਿਸੇ ਸ਼ਕਲ 'ਚ ਕਰਦਾ, ਕੋਈ ਪੈਸੇ ਦੀ ਕਰਦਾ ਜਾ ਕੇ ਸੈਕਰੀਫਾਈਸ, ਕੋਈ ਟਾਈਮ ਦੀ ਸੈਕਰੀਫਾਈਸ ਕਰਦਾ। ਠੀਕ ਹੈ ਨਾ ਜੀ, ਅਤੇ ਮਦਰ ਆਪਣੀ ਨੀਂਦ ਦੀ ਸੈਕਰੀਫਾਈਸ ਕਰ ਦਿੰਦੀ ਹੈ ਜੀ ਕੋਈ। ਇਸ ਕਰਕੇ ਸੈਕਰੀਫਾਈਸ ਜਿਹੜੀ ਹੈਗੀ ਆ, ਇਹ ਤੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਫਲਾਨਾ ਜਾ ਕੇ ਫਲਾਨੇ ਨੇ ਕੀਤੀ, ਫਲਾਨੇ ਨਹੀਂ ਕਰਨਾ ਜਾ ਕੇ, ਇਹ ਸਾਰੇ ਕਰਦੇ ਹੈਗੇ ਜਿਹੜੇ। ਸੋ ਹੁਣ ਆਪਾਂ ਦੇਖਦੇ ਹਾਂ ਸਾਡੇ 'ਚ ਕੀ ਆ, ਅਸੀਂ ਜ਼ਿਆਦਾ ਜਿਹਨੂੰ ਬਲੀਦਾਨ ਕਹਿ ਦਿੰਦੇ ਹਾਂ ਜਾਂ ਇਹਨੂੰ ਕੁਰਬਾਨੀ ਕਹਿੰਦੇ ਹਾਂ। ਅਸੀਂ ਜਿਹੜਾ ਬੰਦਾ ਮਰ ਜਾਂਦਾ ਇਹਦੇ ਲਈ ਨਾ, ਹੁਣ ਜਿਹੜੀ ਕੁਰਬਾਨੀ ਆ, ਕੁਰਬਾਨੀ ਵਿੱਚ ਦੇਖੋ ਕਿੰਨੀਆਂ ਕਿਸਮ ਦੀਆਂ ਕੁਰਬਾਨੀਆਂ ਦੀ ਆਪਾਂ ਗੱਲ ਕਰਦੇ ਹਾਂ। ਪਰ ਜਿਹੜੀ ਕੁਰਬਾਨੀ ਕਿਸੇ ਕਾਜ਼ ਲਈ ਕਰਦਾ ਨਾ ਬੰਦਾ, ਉਹ ਮਰ ਜਾਂਦਾ, ਉਹਦੀ ਜਿਹੜੀ ਮਹਿਮਾ ਆ ਉਹ ਜ਼ਿਆਦਾ ਆ। ਕਿਸੇ ਕਾਜ਼ ਲਈ ਕਰਦਾ ਆ ਕਿ ਕਿਉਂ ਵੀ ਇਹ। ਹੁਣ ਕੁਰਬਾਨੀ ਜਿਹੜੀ ਹੈਗੀ ਆ, ਉਹ ਕੁਰਬਾਨੀ ਤੁਸੀਂ ਦੇਖੋ ਵੀ ਆਦਮੀ ਕੋਈ ਧਰਮ ਲਈ ਕਰਦੇ ਆ, ਆਪਣੇ ਧਰਮ ਦੇ ਜਦੋਂ ਮਰ ਜਾਂਦੇ ਆ ਜਾ ਕੇ ਜੀ, ਮੁਲਕ ਲਈ ਸਭ ਕਰਦੇ ਆ, ਮੁਲਕ ਲਈ ਕਰਦੇ ਆ, ਆਪਣੇ ਵਿਚਾਰਾਂ ਲਈ ਕਰਦੇ ਆ। ਆਪਣੇ ਵਿਚਾਰਾਂ ਲਈ ਕਿੰਨਿਆਂ ਦੇ ਕੁਰਬਾਨ ਵੀ ਮੇਰੇ ਵਿਚਾਰ ਸਹੀ ਆ, ਇਸ ਕਰਕੇ ਜਿਹੜੇ ਹੈਗਾ ਇਹ ਮੈਂ ਤਾਂ ਮਰ ਜਾਣਾ ਇਹਦੇ ਲਈ ਜਾ ਕੇ। ਹੁਣ ਕਿਉਂਕਿ ਉਹਨਾਂ ਨੂੰ ਖੁਸ਼ੀ ਮਿਲਦੀ ਉਹਦੇ 'ਚ, ਉਸ ਗੱਲ ਦੇ ਵਿੱਚ ਮਰਨ ਦੇ ਵਿੱਚ ਵੀ ਖੁਸ਼ੀ ਮਿਲਦੀ ਹੈ ਜਾ ਕੇ, ਸੈਟਿਸਫੈਕਸ਼ਨ ਮਿਲਦੀ ਆ ਵੀ ਮੈਂ ਕੁਛ ਆਪਣੇ ਕੰਮ ਕਰਨਾ ਚਾਹੀਦਾ। ਹੁਣ ਉਹ ਜਿਹੜੇ ਦੂਜੇ ਬੰਦੇ
ਉਹ ਕਹਿੰਦੇ ਵੀ ਇਦਾਂ ਨਹੀਂ ਹੈ। ਜਿੱਦਾਂ ਫੈਜ਼ ਸਾਹਿਬ ਦਾ ਇੱਕ ਸ਼ੇਰ ਹੈ ਜੀ, ਜਿਸ ਧਜ ਸੇ ਕੋਈ ਮਕਤਲ में गया वो शान सलामत रहती है, ਜੇ ਜਾਨ ਤੋਂ ਆਣੀ ਜਾਣੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ। ਵੀ ਜਿਸ ਸਪਿਰਿਟ ਲਈ ਬੰਦਾ ਮਰਦਾ, ਜਿਹੜੇ ਕਾਜ਼ ਲਈ ਮਰਦਾ, ਉਹ ਇੰਪੋਰਟੈਂਟ ਚੀਜ਼ ਆ। ਮਰਨਾ ਇੰਪੋਰਟੈਂਟ ਚੀਜ਼ ਨਹੀਂ ਹੈ। ਮਰਦੇ ਜਿਉਂ ਤੇ ਰਹਿੰਦੇ ਲੋਕ, ਮਰਦੇ ਸਾਰੇ ਹੀ ਹੈ ਜਾ ਕੇ। ਵੀ ਜਿਸ ਹੁਣ ਅੱਛਾ ਕਾਜ਼ ਲਈ ਕਿ ਇਹ ਕਿਹਦੇ ਤੇ ਟੁੱਕਦੀ ਆ, ਜਿਹੜੇ ਉਸ ਕਾਜ਼ ਦੇ ਨਾਲ ਸਹਿਮਤ ਹੋਣ। ਹੁਣ ਜੇ ਫਰਜ਼ ਕਰ ਲਓ ਕਈ ਬੰਦੇ ਇੱਥੇ ਤੁਸੀਂ ਇਸਲਾਮ ਦੇ ਵਿੱਚ ਕੁਰਬਾਨੀਆਂ ਕਰਦੇ ਆ, ਠੀਕ ਹੈ ਨਾ ਜੀ, ਉਹ ਜਿਹੜੇ ਬੰਦੇ ਇਸਲਾਮਿਕ ਬਲੀਫ ਦੇ ਬੰਦੇ ਆ ਉਹਨਾਂ ਦੇ ਲਈ ਜਾ ਕੇ ਉਹ ਬੰਦਾ ਸ਼ਹੀਦ ਆ, ਕੁਰਬਾਨ ਕਰ, ਪਰ ਉਹ ਸਾਰਿਆਂ ਲਈ ਨਹੀਂ ਹੈ। ਸਾਰਿਆਂ ਲਈ ਨਹੀਂ ਹੈ ਜਾ ਕੇ, ਉਹ ਬਾਕੀਆਂ ਦੀ ਤਾਂ ਉਹਦੀ ਕੋਈ ਮਹਿਮਾ ਨਹੀਂ ਹੈ। ਬਾਕੀਆਂ ਦੇ ਕਈਆਂ ਦੇ ਸ਼ਾਇਦ ਵਿਲਨ ਵੀ ਹੋਵੇ ਉਹ ਜਾ ਕੇ ਕਿਉਂਕਿ ਕਈ ਬੰਦੇ ਹੋਰ ਵੀ ਮਰਦੇ ਆ ਉਹਦੇ ਨਾਲ ਜਾ ਕੇ। ਤੁਸੀਂ ਹੁਣ ਜਿੱਦਾਂ ਆਪਾਂ ਅੱਗੇ ਇੱਕ ਵਾਰ ਗੱਲ ਕੀਤੀ ਸੀ ਵੀ ਹੁਣ ਹਿੰਦੁਸਤਾਨ ਦੇ ਵਿੱਚ ਜਿਹੜੀ ਲਾਮਿਸਾਲ ਕੁਰਬਾਨੀ ਆ ਉਹ ਭਗਤ ਸਿੰਘ ਦੀ ਗਿਣੀ ਜਾਂਦੀ। ਬਿਲਕੁਲ ਠੀਕ ਹੈ ਨਾ ਜੀ, ਵੀ ਭਗਤ ਸਿੰਘ ਸ਼ਹੀਦ ਹੈ, ਬੜੀ ਕੁਰਬਾਨੀ ਗਿਣੀ ਜਾਂਦੀ ਉਸ ਬੰਦੇ ਦੀ। ਹੁਣ ਉਹ ਜਿਹੜੀ ਸਾਂਡਰਸ ਦੀ ਮਾਂ ਸੀ ਉਹਦੇ ਲਈ ਸ਼ਹੀਦ ਥੋੜ੍ਹਾ ਸੀ ਉਹ, ਜਿਹਦਾ 21-22 ਸਾਲ ਦਾ ਮੁੰਡਾ ਉਹਨੇ ਗੋਲੀ ਮਾਰ ਕੇ ਸਾਂਡਰਸ ਨੂੰ ਮਾਰ ਦਿੱਤਾ, ਉਹਦੀ ਮਦਰ ਲਈ ਉਹ ਜਿਹੜਾ ਸੀ ਸ਼ਹੀਦ ਨਹੀਂ ਹੈ, ਕਿਉਂਕਿ ਉਹਦੇ ਲਈ ਤਾਂ ਕੁਰਬਾਨੀ ਨਹੀਂ, ਉਹਦੇ ਲਈ ਤਾਂ ਕਤਲ ਹੈ ਹੋ ਜਾ ਕੇ ਜਦੋਂ ਉਹਦੇ ਬੱਚੇ ਨੂੰ ਮਾਰਿਆ। ਠੀਕ ਹੈ ਨਾ ਜੀ, ਇਸ ਗੱਲ ਕਰਕੇ ਹੁਣ ਜਿਹੜੇ ਉਸ ਹਿੰਦੁਸਤਾਨ ਦੀ ਆਜ਼ਾਦੀ ਜਿਹੜੇ ਲੋਕ ਚਾਹੁੰਦੇ ਸੀਗੇ, ਉਹ ਆਜ਼ਾਦੀ ਨੂੰ ਚਾਹੁਣ ਵਾਲੇ ਬੰਦਿਆਂ ਦੇ ਲਈ ਉਹ ਇੱਕ ਮਹਾਨ ਵਿਅਕਤੀ ਹੈ। ਸੋ ਜਿਸ ਧਜ ਸੇ ਮਕਸਦ ਮੇ ਗਿਆ ਕਿ ਜਿਸ ਕਾਜ਼ ਲਈ ਉਹ ਤੁਸੀਂ ਮਰਦੇ ਆ, ਹੁਣ ਉਸ ਕਾਜ਼ ਦੇ ਲਈ ਕੁਰਬਾਨੀ ਕੀਤੀ ਜਾਂਦੀ ਹੈ ਕਿਸੇ ਦੇ ਲਈ, ਉਹਦੀ ਫਿਰ ਮਹਿਮਾ ਬਣਦੀ ਹੈ ਜਾ ਕੇ। ਸੋ ਇਸ ਗੱਲ ਕਰਕੇ ਜਿਹੜੀ ਹੈਗੀ ਆ, ਪਰ ਜਿਹੜਾ ਉਸ ਕਾਜ਼ ਦੇ ਵਿੱਚ ਰਸਤੇ 'ਚ ਅੜਿੱਕਾ ਖੜਾ ਕਰਦਾ ਉਸ ਕਾਜ਼ ਨੂੰ, ਜਿਸ ਕਾਜ਼ ਦੇ ਲਈ ਤੁਸੀਂ ਸਾਰੇ ਕਨਵਿੰਸਡ ਹੋ, ਉਹ ਬੰਦਾ ਉਹਨੂੰ ਹੀ ਮਾਰਦੇ ਜੀ। ਜਿਹੜਾ ਉਹਦੇ ਚੜਿੱਕਾ ਬਣਦਾ ਉਹਨੂੰ ਹੀ ਮਾਰਦੇ ਆ। ਹੁਣ ਇਸਲਾਮਕ ਕੁਰਬਾਨੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਹੀ ਮਾਰਦੇ ਆ, ਜਿਹੜੇ ਬੰਦੇ ਉਹ ਜਿਹੜੇ ਉਸ ਰਾਹ ਦੇ ਵਿੱਚ ਡਿੱਕਾ ਬਣਦੇ ਆ, ਜਿਹੜੇ ਉਹ ਕਹਿੰਦੇ ਵੀ ਇਹ ਬੰਦੇ ਠੀਕ ਨਹੀਂ ਹੈ, ਇੱਦਾਂ ਕਰਦੇ ਜਾ ਕੇ ਉਹ ਕਹਿੰਦੇ ਵੀ ਇਹਨਾਂ ਤੁਸੀਂ ਮਾਰ ਦਿਓ, ਧਰਮ ਦੇ ਲਈ ਮਾਰ ਦਿੰਦੇ ਜਾ ਕੇ, ਦੇਸ਼ ਭਗਤੀ ਲਈ ਮਾਰਦੇ ਆ ਜਾ ਕੇ। ਠੀਕ ਹੈ ਨਾ, ਔਰ ਦੇਸ਼ ਭਗਤੀ ਲਈ ਹੁਣ ਕੁਰਬਾਨੀ ਸਹੀ ਮਾਇਨਿਆਂ ਦੇ ਵਿੱਚ ਇੱਕ ਡੈਥ ਆ ਨਾ ਜੀ, ਜਿਹਦੀ ਮਹਾਨ ਕੁਰਬਾਨੀ ਤਾਂ ਆਪਾਂ ਉਹਨੂੰ ਹੀ ਕਹਿੰਦੇ ਆ ਵੀ ਡੈਥ। ਆਪਣੀ ਜ਼ਿੰਦਗੀ ਬੰਦਾ ਘੋਲ ਕਮਾ ਆਪਣੀ ਜ਼ਿੰਦਗੀ ਜਿਹੜੀ ਸਭ ਤੋਂ ਪਿਆਰੀ ਚੀਜ਼ ਬੰਦੇ ਨੂੰ ਜ਼ਿੰਦਗੀ ਹੈ, ਸਭ ਤੋਂ ਪਿਆਰੀ ਚੀਜ਼ ਜਿਹੜੀ ਹੈਗੀ ਹੈ ਬੰਦੇ ਨੂੰ ਆਪਣੀ ਉਹਦੀ ਜ਼ਿੰਦਗੀ ਹੈ ਜੀ। ਔਰ ਉਹ ਜ਼ਿੰਦਗੀ ਵੀ ਦਾ ਭੇਜਿਆ ਕਿ ਮੈਂ ਵੀ ਇਹ ਜਿਹੜੀ ਹੈਗੀ ਆਪਣੀ ਜ਼ਿੰਦਗੀ ਵੀ ਦੇ ਦੇਣੀ ਹੈ ਇਸ ਕਾਜ਼ ਲਈ, ਉਹਨੂੰ ਉਸ ਕਾਜ਼ ਦੇ ਵਿੱਚ ਇੰਨੀ ਜਿਹੜੀ ਹੈਗੀ ਖੁਸ਼ੀ ਮਿਲਦੀ ਹੈ ਇਸ ਗੱਲ ਕਰਕੇ ਵੀ ਮੈਨੂੰ ਜਿਹੜੀ ਹੈਗੀ ਆ ਇਹਦੇ 'ਤੇ ਮੈਂ ਕਰਨਾ ਹੈ। ਤਾਂ ਬਾਕੀ ਜਿਹੜੇ ਹੈਗੇ ਆ, ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈ ਵੀ ਕੋਈ ਦੇਸ਼ ਲਈ, ਕੋਈ ਧਰਮ ਲਈ, ਕੋਈ ਜ਼ਾਤ ਲਈ, ਕੋਈ ਜਮਾਤ ਲਈ, ਕੋਈ ਫੈਮਿਲੀ ਲਈ, ਜੇ ਕਿ ਕਈ ਬੰਦੇ ਤੁਸੀਂ ਦੇਖੋ ਉਹ ਦੁੱਖ 'ਚ ਹੀ ਆ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ, ਉਹਨੂੰ ਤੁਸੀਂ ਕੁਰਬਾਨੀ ਨਹੀਂ ਰੱਖਦੇ, ਸੁਈਸਾਈਡ ਕਰ ਲੈਂਦੇ ਬੰਦੇ, ਕੋਈ ਕੁਰਬਾਨੀ ਉਹਨੂੰ ਕੁਰਬਾਨੀ ਨਹੀਂ ਕਰਦੇ ਜਾ ਕੇ। ਹੁਣ ਕੁਰਬਾਨੀ ਤੁਸੀਂ ਦੇਖੋ ਨਾ, ਹੁਣ ਮੈਂ ਇੱਕ ਵਾਰ ਦੇਖਦਾ ਸੀ ਜਿਹੜੀ ਸੁਈਸਾਈਡ ਆ ਉਹਨੂੰ ਆਪਾਂ ਜਿਹੜੀ ਹੈਗੀ ਆ ਇੱਕ ਮਾੜਾ ਕੰਮ ਸਮਝਦੇ ਆ, ਕੁਰਬਾਨੀ 'ਚ ਨਹੀਂ ਉਹਦੇ ਆਉਂਦੀ ਹੈ, ਬਿਲਕੁਲ ਨਹੀਂ, ਕੁਰਬਾਨੀ 'ਚ ਨਹੀਂ ਆਉਂਦੀ। ਹੁਣ ਇਹ ਇੱਕ ਧਾਰਮਿਕ ਸੁਸਾਈਡ ਵੀ ਇੱਕ, ਮੈਂ ਹੁਣ ਦੱਸਦਾ ਕਿੱਦਾਂ ਹੁਣ ਚੰਦਰਗੁਪਤ ਮੌਰੀਆ ਦੀ ਇੱਕ ਮੈਂ ਤੁਹਾਨੂੰ ਦੱਸਦਾ। ਚੰਦਰਗੁਪਤ ਮੌਰੀਆ ਜਿਹੜੇ ਸੀ ਉਹ ਮਹਾਰਾਜਾ ਅਸ਼ੋਕ ਦੇ ਗ੍ਰੈਂਡ ਫਾਦਰ ਸੀਗੇ। ਠੀਕ ਹੈ, ਉਹ ਆਖਰੀ ਉਮਰ ਦੇ ਵਿੱਚ ਜੈਨ ਧਰਮ ਨੂੰ ਇਖਤਿਆਰ ਕੀਤਾ ਜਾ ਕੇ ਜੀ, ਜੈਨ ਧਰਮ ਸੀ। ਆਖਰੀ ਉਮਰ ਦੇ ਵਿੱਚ ਉਹ ਸਾਰਾ ਰਾਜ ਪਾਠ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਜੀ, ਦੱਖਣ 'ਚ। ਉੱਥੇ ਜਾ ਕੇ ਭੁੱਖੇ ਰਹਿ ਕੇ ਉਹ ਮਰ ਗਏ ਜਾ ਕੇ, ਉਹਨੇ ਖਾਧਾ ਕੁਛ ਨਹੀਂ, ਭੁੱਖੇ ਰਹਿ ਕੇ ਮਰ ਗਿਆ। ਉਹਨੂੰ ਤੁਸੀਂ ਸੁਈਸਾਈਡ ਕਰਦਾ, ਉਹਨਾਂ ਦੇ ਹਿਸਾਬ ਨਾਲ ਉਹ ਕੁਰਬਾਨੀ ਆ, ਕਿਉਂਕਿ ਉਹਨੇ ਉਸ ਕਾਜ਼ ਨੂੰ ਅੱਗੇ ਲਿਆਂਦਾ। ਉਹ ਕਹਿੰਦੇ ਕਿਉਂਕਿ ਜੈਨੀਆਂ ਦੇ ਵਿੱਚ ਇੱਦਾਂ ਜਿਹੜਾ ਮਰਨਾ ਹੈਗਾ ਆ ਉਹ ਮਹਾਨ ਸਮਝਿਆ ਜਾਂਦਾ ਜਾ ਕੇ ਉੱਥੇ। ਅੱਛਾ ਹੁਣ ਤੁਸੀਂ ਦੇਖੋ ਸਿੰਘ ਸਾਹਿਬ, ਜਿੱਦਾਂ ਹੁਣ ਆਪਾਂ ਕਹਿੰਦੇ ਨਾ ਵੀ ਵਿਚਾਰ ਬਦਲਦੇ ਆ, ਹੁਣ ਜਦ ਹਾਲਾਤ ਬਦਲਦੇ ਆ, ਹਾਲਾਤ ਜਦ ਬਦਲ ਜਾਂਦੇ ਆ ਤਾਂ ਹਾਲਾਤ ਨਾਲ ਵਿਚਾਰ ਬਦਲ ਜਾਂਦੇ ਆ, ਕਿਉਂਕਿ ਹਾਲਾਤਾਂ ਨੇ ਵਿਚਾਰਾਂ ਨੂੰ ਜਨਮ ਦੇਣਾ। 500 ਸਾਲ ਪਹਿਲਾਂ ਦਾ ਜਿਹੜਾ ਇਨਸਾਨ ਆ ਹੋਰ ਤਰ੍ਹਾਂ ਸੋਚਦਾ, ਅੱਜ ਜਿਹੜਾ ਹੈਗਾ ਇਨਸਾਨ ਆ ਹੋਰ ਤਰ੍ਹਾਂ ਸੋਚਦਾ। ਠੀਕ ਹੈ, ਕਿਉਂਕਿ ਹਾਲਾਤ ਬਦਲ ਗਏ ਜਾ ਕੇ। ਜਦੋਂ ਇਸੇ ਤਰ੍ਹਾਂ ਨਾਲ ਜਿਹੜਾ ਹੈਗਾ ਕੁਰਬਾਨੀ ਦਾ ਜਿਹੜਾ ਹੈਗਾ ਕੌਨਸੈਪਟ ਵੀ ਬਦਲਿਆ, ਉਹ ਵੀ ਕੌਨਸੈਪਟ ਬਦਲਦਾ। ਹੁਣ ਮੈਂ ਤੁਹਾਨੂੰ ਦੱਸਦਾ ਜੀ, ਇੱਕ ਬਰਟਨ ਰਸਲ ਹੋਣੀ ਜਿਹੜੀ ਬੁੱਕ 'ਤੇ ਮੈਂ ਕਈ ਵਾਰ ਅੱਗੇ ਵੀ ਉਹਦਾ ਰੈਫਰੈਂਸ ਦਿੱਤਾ, ਕੰਕਸਟ ਆਫ ਹੈਪੀਨੈਸ। ਉਹਦੇ ਵਿੱਚ ਉਹ ਕਹਿੰਦੇ ਆ ਜੀ, ਆਈ ਵਿਲ ਨਾਟ ਡਾਈ ਫॉर ਮਾਈ ਬਿਲੀਫਸ, ਮੈਂ ਆਪਣੇ ਵਿਚਾਰਾਂ ਦੇ ਲਈ ਮਰੂੰਗਾ ਨਹੀਂ ਹੈ, ਕੁਰਬਾਨੀ ਨਹੀਂ ਦੇਊਂਗਾ। ਕਿਉਂ ਕਹਿੰਦੇ? ਬਿਕੋਜ਼ ਆਈ ਮੇ ਚੇਂਜ ਔਰ ਆਈ ਮੇ ਬੀ ਰੋਂਗ। ਉਹ ਕਹਿੰਦੇ ਹੋ ਸਕਦਾ ਜਿਹੜੀ ਗੱਲ ਅੱਜ ਦੇ ਲਈ ਮੈਂ ਮਰਨ ਨੂੰ ਕੁਰਬਾਨੀ ਦੇਣ ਨੂੰ ਤਿਆਰ ਹਾਂ, 20 ਸਾਲਾਂ ਨੂੰ ਮੈਨੂੰ ਲੱਗਣ ਲੱਗ ਪਵੇ ਤਾਂ ਗਲਤ ਸੀ ਗੱਲ। ਠੀਕ ਹੈ ਨਾ, ਗਲਤ ਹੈ ਗੱਲ। ਹੁਣ ਕੀ ਪਤਾ ਵਿਚਾਰ ਬਦਲ ਜਾਣ ਤਾਂ ਮੈਂ ਆਪਣੀ ਜਾਨ ਵੀ ਦੇਵਾਂ ਕਹਿੰਦੇ ਜਾ ਕੇ। ਉਹ ਜਾ ਕੇ ਫਿਰ ਮੈਂ ਤੁਹਾਨੂੰ ਦੱਸਦਾ, ਉਹਦੀ ਮਿਸਾਲ ਦੇ ਵਿੱਚ ਮੈਂ ਇੱਕ ਬੰਦੇ ਨਾਲ ਗੱਲ ਕਰਾਂ, ਉਹ ਮੈਨੂੰ ਕਹਿੰਦਾ
ਤੁਹਾਡੀ ਗੱਲ ਕਹਿੰਦਾ ਵੀ ਰਸਲ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ, ਕਹਿੰਦਾ ਮੈਂ ਕਿੱਦਾਂ ਠੀਕ ਹੈ। ਉਹ ਕਹਿੰਦਾ ਦੇਖੋ ਸਰਦਾਰ ਭਗਤ ਸਿੰਘ ਨੇ ਕੁਰਬਾਨੀ ਦਿੱਤੀ, ਦੇਸ਼ ਲਈ ਕੁਰਬਾਨੀ ਦਿੱਤੀ। ਉਹ ਕਹਿੰਦਾ ਜੇ ਫਰਜ਼ ਕਰ ਲਓ ਨੈਕਸਟ ਲਾਈਫ ਹੋਵੇ ਔਰ ਉਹ ਦੇਖਦੇ ਹੋਣ, ਸ਼ਾਇਦ ਕਹਿੰਦਾ ਉਹ ਇਹ ਫੀਲ ਕਰਦੇ ਹੋਣ ਵੀ ਯਾਰ ਆ ਜੋ ਜੇ ਆਹੀ ਕੁਛ ਹੋਣਾ ਸੀ ਤਾਂ ਇਹ ਵੀ ਕੁਰਬਾਨੀ ਦਿੱਤੀ। ਜਿਸ ਪਾਸੇ ਦੇਸ਼ ਹੁਣ ਜਾ ਰਿਹਾ, ਜੋ ਦੇਸ਼ ਵਿੱਚ ਹੁਣ ਕੁਝ ਹੋ ਰਿਹਾ ਜਾ ਕੇ, ਸ਼ਾਇਦ ਕਹਿੰਦਾ ਉਹ ਇੱਦਾਂ ਹੀ ਸਮਝਣ ਲੱਗ ਪਏ ਐਵੇਂ ਜਾਨ ਦਿੱਤੀ ਆ ਜੋ ਕੁਝ ਹੋ ਰਿਹਾ ਹੀ ਤਾਂ ਪਹਿਲਾਂ ਨਾਲੋਂ ਵੀ ਗੰਦ ਖਿਲਾਰ ਦਿੱਤਾ ਜਾ ਕੇ। ਸੁਪਨਾ ਪੂਰਾ ਨਹੀਂ ਹੋਇਆ, ਠੀਕ ਹੈ, ਸੁਪਨਾ ਪੂਰਾ ਨਹੀਂ ਹੁੰਦਾ ਜਾ ਕੇ। ਸੋ ਇੱਕ ਤਾਂ ਉਹ ਕਹਿੰਦੇ ਆ ਜਾ ਕੇ ਵੀ ਦੇਖੋ ਜਿਹੜੀ ਹੈਗੀ ਆ ਇਹ ਬਾਕੀ ਜਿਹੜੇ ਵਿਚਾਰ ਬਦਲਦੇ ਆ ਤਾਂ ਉਹਦੇ ਨਾਲ ਜਿਹੜੇ ਹੈਗੇ ਆ ਆਪਣੇ ਗਲਤ ਵੀ ਹੋ ਸਕਦਾ ਬੰਦਾ ਜਾ ਕੇ ਜਿਹੜਾ ਅੱਜ ਇਸ ਕਰਕੇ ਉਹ ਇੱਦਾਂ ਸਮਝਦੇ ਆ ਜਾ ਕੇ। ਹੁਣ ਇਹਦੇ ਨਾਲ ਥਿੰਨ ਸਾਹਿਬ ਮੈਂ ਤਾਂ ਤੁਹਾਨੂੰ ਦੱਸਾਂ, ਡੈਥ ਜਿਹੜੀ ਆ, ਡੈਥ ਦੀ ਇੱਕ ਕਿਸਮ ਨਹੀਂ ਹੈ ਜਾ ਕੇ। ਡੈਥ ਕੁਰਬਾਨੀ ਵਾਲੀ ਡੈਥ ਵੀ ਹੈਗੀ ਹੈ ਜੀ। ਇੱਕ ਤਾਂ ਜ਼ਿਆਦਾ ਜਿਹੜੀ ਡੈਥ ਹੈਗੀ ਆ, ਉਹ ਜ਼ਿਆਦਾ ਲੋਕ ਜਿਹੜੇ ਹੈਗੇ ਆ ਉਹ ਨੈਚੁਰਲ ਡੈਥ ਆ। ਨੈਚੁਰਲ ਡੈਥ ਦਾ ਮਤਲਬ ਬਸ ਜਿੱਦਾਂ ਆ ਗਏ ਤਾਂ ਮਰ ਗਏ, ਠੀਕ ਹੈ ਨਾ ਜਾ ਕੇ। ਉਹਦੇ ਲਈ ਆਪਾਂ ਸਾਰੇ ਉਹਦੇ ਵਿੱਚ ਜਿਹੜੇ ਹੈਗੇ ਉਹਦਾ ਪਾਰਟ ਆ ਉਹਦਾ ਸਾਰੇ ਜਗ੍ਹਾ। ਇੱਕ ਹੈਗੀ ਹੈ ਜਿਹੜੀ ਡੈਥ ਬਾਈ ਫॉर ਕਾਜ਼, ਉਹ ਕਾਜ਼ ਲਈ ਆ, ਆਪਣੇ ਉਸ ਕਾਜ਼ ਲਈ ਅਸੀਂ ਜਿਹੜਾ ਮਰਨਾ, ਜਿਹਦੇ ਵਿੱਚ ਜਿਹਨੂੰ ਕੁਰਬਾਨੀ ਦਾ ਨਾਂ ਦੇ ਦਿੱਤਾ ਜਾਂਦਾ ਜਾ ਕੇ। ਠੀਕ ਹੈ ਨਾ। ਜੇ ਹੁਣ ਆਪਾਂ ਡੈਥ ਦੀਆਂ ਗੱਲਾਂ ਕਰੀਏ ਨਾ, ਕਿੱਦਾਂ ਬੰਦੇ ਦਾ ਜਿਹੜੇ ਮਰਨ ਤਾਂ ਆਉਂਦਾ ਜੇ। ਇੱਕ ਤਾਂ ਆਉਂਦਾ ਜਿਹੜਾ ਮਰਡਰ ਕੀਤਾ ਜਾਂਦਾ। ਹੁਣ ਜਿਹੜਾ ਮਰਡਰ ਆ, ਜੇ ਤਾਂ ਮਰਡਰ ਉਹ ਕਿਸੇ ਰਿਲੀਜਨ ਲਈ ਕੀਤਾ ਜਾਂਦਾ, ਕਿਸੇ ਕਾਜ਼ ਲਈ, ਫਿਰ ਉਸ ਮਰਡਰ ਨੂੰ ਅਸੀਂ ਜਸਟੀਫਾਈ ਕਰ ਲੈਂਦੇ ਹਾਂ। ਜੇ ਅਸੀਂ ਮਰਡਰ ਕਹਿੰਦੇ ਜ਼ਮੀਨ ਦੀ ਖਾਤਰ ਮਰਡਰ ਕੀਤਾ, ਫਿਰ ਅਸੀਂ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਕਰਨੀ ਚਾਹੀਦੀ, ਠੀਕ ਹੈ ਨਾ। ਜੇ ਐਕਸ਼ਨ ਤਾਂ ਸੇਮ ਹੈ ਨਾ ਜੀ, ਐਕਸ਼ਨ ਤਾਂ ਸੇਮ ਹੈ, ਐਕਸ਼ਨ ਤਾਂ ਉਹੀ ਹੋ ਗਿਆ। ਜ਼ਮੀਨ ਦੀ ਖਾਤਰ ਮਰਡਰ ਹੋ ਜਾਂਦਾ, ਕਿਤੇ ਆਪਣੇ ਲਵ ਦੀ ਖਾਤਰ ਮਰਡਰ ਹੋ ਗਿਆ, ਜਾਂ ਹੋਰ ਕੋਈ ਕਾਰਨ ਹੋ ਗਿਆ। ਜਿਹੜਾ ਕਤਲ ਹੋ ਜਾਂਦਾ ਆ, ਕਤਲ ਸੈਕਰੀਫਾਈਸ ਵੀ ਜਿਹੜੀ ਕੁਰਬਾਨੀ, ਉਹ ਵੀ ਇੱਕ ਕਤਲ ਹੈ ਨਾ ਜੀ, ਪਰ ਉਹ ਕਾਜ਼ ਲਈ ਆ। ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨੂੰ ਉਸ ਕੈਟੇਗਰੀ 'ਚ ਨਹੀਂ ਰੱਖਦੇ ਹੈ, ਜਿਹੜੀ ਕੈਟੇਗਰੀ ਹੈ ਕਿ ਜ਼ਾਤੀ ਮਰਡਰ ਲਈ ਅਸੀਂ ਰੱਖਦੇ ਹਾਂ ਜੀ ਕਰਦੇ ਤੇ। ਅੱਛਾ, ਬਾਕੀ ਜਿਹੜੇ ਤੁਸੀਂ ਦੇਖੋ, ਇੱਕ ਹੈਗੀ ਆ ਕੁਰਬਾਨੀ ਉਹ ਆਫਟਰ ਡੈਥ ਲਈ ਆ। ਅੱਛਾ ਜੀ। ਹਾਂ, ਉਹ ਆਪੇ ਮੈਨੂੰ ਅਗਲੀ ਜਿਹੜੀ ਹੈਗੀ ਆ ਜ਼ਿੰਦਗੀ ਜਿਹੜੀ ਹੈਗੀ ਆ ਉਹ ਮੈਨੂੰ ਚੰਗੀ ਮਿਲੇ ਜਾ ਕੇ। ਅੱਛਾ, ਉਹਦੇ ਲਈ ਕੁਰਬਾਨੀ ਜਿਹੜੀ ਉਹਦੇ ਕਿੰਨੇ ਰੂਪ ਆ, ਉਹਦੇ ਰੂਪ ਉਹਦੇ ਲਈ ਪੈਸੇ ਦੀ ਕੁਰਬਾਨੀ ਵੀ ਹੁੰਦੀ ਹੈ। ਜਿੰਨੇ ਹੁਣ ਧਾਰਮਿਕ ਅਦਾਰੇ ਹੈਗੇ ਆ, ਧਾਰਮਿਕ ਅਦਾਰਿਆਂ ਦੇ ਜਿਹੜੇ ਹੈਗੇ ਪੈਸੇ ਲੋਕ ਦਿੰਦੇ ਆ, ਆਪਣੇ ਪੈਸੇ ਦੀ ਉਹ ਸੈਕਰੀਫਾਈਸ ਕਰਦੇ ਆ ਤਾਂ ਉਹ ਚੱਲਦੇ ਆ। ਦੇਖੋ ਡੈਥ ਦੇ ਥਿੰਨ ਸਾਹਿਬ ਕਿੱਦਾਂ ਆਈ, ਮੈਂ ਤੁਹਾਨੂੰ ਇਨਸਾਨ ਜਿਹੜਾ ਹੈਗਾ ਆ ਉਹ ਬਾਈ ਨਾਲ ਮਰਨਾ ਨਹੀਂ ਚਾਹੁੰਦਾ। ਠੀਕ ਹੈ ਨਾ। ਉਹ ਜ਼ਿੰਦਾ ਰਹਿਣਾ ਚਾਹੁੰਦਾ, ਲੰਬਾ ਸਮਾਂ ਜ਼ਿੰਦਾ ਰਹਿਣਾ ਚਾਹੁੰਦਾ। ਲੰਬਾ ਸਮਾਂ ਕਿ ਸਹੀ, ਜੇ ਉਹਨੂੰ ਪੁੱਛੋ ਤਾਂ ਮਰਨਾ ਹੀ ਨਹੀਂ ਚਾਹੁੰਦਾ ਹੈ। ਉਹ ਮਰਨਾ ਨਹੀਂ ਚਾਹੁੰਦਾ, ਜ਼ਿੰਦਾ ਰਹਿਣਾ ਚਾਹੁੰਦਾ ਜਾ ਕੇ। ਹੁਣ ਪਰ ਇਹ ਇੱਕ ਸੱਚਾਈ ਸੀ ਵੀ ਉਹ ਮਰ ਜਾਂਦਾ। ਹੁਣ ਜੇ ਪਿੱਛੋਂ ਹਿਸਟਰੀ 'ਤੇ ਨਿਗਾਹ ਮਾਰੀਏ ਆਪਾਂ, ਉਹ ਜਿਸ ਵੇਲੇ ਬੰਦਾ ਮਰ ਜਾਂਦਾ ਸੀ ਤਾਂ ਉਹਨਾਂ ਨੂੰ ਪਹਿਲਾਂ ਤਾਂ ਸਮਝ ਨਹੀਂ ਸੀ ਆਉਂਦੀ ਹੈਗੀ ਵੀ ਇਹ ਕਿੱਦਾਂ ਮਰ ਗਿਆ, ਕਿਉਂ ਹੋ ਗਿਆ, ਮਰ ਗਿਆ, ਇਹ ਤਾਂ ਪਤਾ ਫਿਰ ਹੌਲੀ ਪਤਾ ਲੱਗਣ ਲੱਗ ਪਿਆ ਵੀ ਇਹ ਤਾਂ ਬੰਦਾ ਮਰ ਜਾਂਦਾ। ਉੱਥੇ ਫਿਰ ਜਾ ਕੇ ਜਿਹੜਾ ਹੈਗਾ ਸਮਾਰਟ ਪੀਪਲ, ਰਿਲੀਜਨ ਐਂਟਰ ਹੋ ਗਿਆ ਜੀ। ਉੱਥੇ ਫਿਰ ਰਿਲੀਜਨ ਉਹਨਾਂ ਨੂੰ ਕਹਿੰਦਾ ਜਾ ਕੇ ਵੀ ਨਹੀਂ ਇਹ ਮਰਿਆ ਨਹੀਂ ਹੈ, ਇਹ ਤਾਂ ਇਹਨੂੰ ਚੋਲਾ ਬਦਲਿਆ। ਇਹ ਜਿਹੜਾ ਹੈਗਾ ਆ ਇਹ ਬੰਦਾ ਉਹਦਾ ਜੀਂਦਾ, ਇਹਨਾਂ ਆਹ ਸਰੀਰ ਛੱਡਿਆ ਤਾਂ ਇਹਨੂੰ ਹੋਰ 'ਤੇ ਚੱਲ ਜਾਣਾ ਗਾਹਾਂ, ਬਿਲਕੁਲ ਗਾਹਾਂ ਚੱਲ ਜਾ। ਉਹ ਫਿਰ ਜਿਹੜਾ ਬੰਦਾ ਜੀਂਦੇ ਆ ਬੰਦੇ, ਉਹਨਾਂ ਨੂੰ ਇਸ ਗੱਲ ਦੇ ਨਾਲ ਥੋੜ੍ਹੀ ਤਸੱਲੀ ਮਿਲਦੀ ਹੈ ਵੀ ਨਹੀਂ ਵੀ ਇਹ ਮਰਿਆ ਨਹੀਂ ਹੋਇਆ, ਹਾਂਜੀ ਮਰਿਆ ਨਹੀਂ ਹੈ ਬੰਦਾ ਜਾ ਕੇ, ਇਹ ਤਾਂ ਜੀਂਦਾ, ਇਹ ਤਾਂ ਹੋਰ ਜ਼ਿੰਦਗੀ ਚਲੇ ਗਿਆ, ਉੱਪਰ ਚਲੇ ਗਿਆ। ਉਸ ਵੇਲੇ ਇੱਦਾਂ ਤਾਂ ਹੈ ਨਾ ਸੀ ਵੀ ਸਾਰਾ ਬ੍ਰਹਮੰਡ ਇੱਦਾਂ ਹੈ, ਉਸ ਵੇਲੇ ਉੱਪਰ ਸਮਝਦੇ ਵੀ ਰੱਬ ਉੱਪਰ ਹੈ, ਠੀਕ ਹੈ ਜਾ ਕੇ। ਉਹ ਕਹਿੰਦੇ ਉੱਪਰ ਚਲੇ ਗਿਆ ਜਾ ਕੇ, ਔਰ ਨਾਲ ਇਹ ਵੀ ਕਿਹਾ ਵੀ ਇਹਦੇ ਨਾਲੋਂ ਚੰਗੇ ਥਾਂ ਚਲੇ ਗਿਆ, ਉਹ ਬੈਟਰ ਹੈ, ਇਹਦੇ ਨਾਲੋਂ ਚੰਗੇ ਚਲੇ ਗਿਆ। ਤਾਂ ਲੋਕਾਂ ਨੂੰ ਉਹਦੇ ਨਾਲ ਤਸੱਲੀ ਜਿਹੜੀ ਥੋੜ੍ਹੀ ਆਉਣ ਲੱਗੇ। ਫਿਰ ਹੌਲੀ ਜਿਹੜਾ ਸੀਗਾ ਹੌਲੀ ਫਿਰ ਰਿਲੀਜਨ ਦੇ ਉੱਧਰ ਨੂੰ ਕੁਰਬਾਨੀ ਵੱਲ ਨੂੰ ਲਿਆਂਦੇ ਲੋਕ ਜਾ ਕੇ। ਉਹਨੇ ਕਿਹਾ ਵੀ ਨਹੀਂ, ਜੇ ਤੁਸੀਂ ਇੱਥੇ ਇਹ ਪੈਸੇ ਚੜਾਓਗੇ ਨਾ, ਫਿਰ ਇਹਨੂੰ ਹੋਰ ਵਧੀਆ ਉੱਥੇ ਲਾਈਫ ਮਿਲੂਗੀ, ਉਹ ਤੁਹਾਨੂੰ ਵੀ ਮਿਲੂਗੀ। ਜੇ ਤੁਸੀਂ ਇੱਥੇ ਪੈਸੇ ਚੜਾਓ ਜਾਂ ਹੋਰ ਕੋਈ ਚੀਜ਼ਾਂ ਦਿਓ, ਸਾਨੂੰ ਦਾਨ ਪੁੰਨ ਕਰੋ ਜਾ ਕੇ, ਅਤੇ ਦਾਨ ਪੁੰਨ ਕਰਨ ਦੇ ਨਾਲ ਤੁਹਾਨੂੰ ਤੁਹਾਡੇ ਮਰਨ ਵਾਲੇ ਅਗਲੇ ਜਨਮ ਤੁਹਾਨੂੰ ਸੁੱਖ ਮਿਲੂਗੀ। ਔਰ ਜੇ ਤੁਸੀਂ ਜ਼ਿਆਦਾ ਚੜਾਓਗੇ ਤਾਂ ਤੁਹਾਨੂੰ ਜ਼ਿਆਦਾ ਸੁੱਖ ਮਿਲੂਗਾ ਜਾ ਕੇ। ਤੁਸੀਂ ਆਪਾਂ ਅੱਗੇ ਇੱਕ ਵਾਰ ਗੱਲ ਕੀਤੀ ਸੀ ਉਹ ਬੰਬਈ ਵਾਲਿਆਂ ਦੀ ਵੀ, ਬਿਲਕੁਲ ਬੰਬਈ ਵਾਲਿਆਂ ਦੀ ਵੀ। ਉਹ ਫਿਰ ਮੈਂ ਜਦ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਬੰਬਈ ਵਿੱਚ ਇੱਦਾਂ ਹੈਗੀ ਆ ਵੀ ਜਿਸ ਵੇਲੇ ਬੰਦਾ ਮਰ ਜਾਂਦਾ, ਇੱਕ ਕਮਿਊਨਿਟੀ ਹੈਗੀ ਆ, ਤਾਂ ਉਹ ਫਿਰ ਜਾ ਕੇ ਉਹਦੇ ਕੋਲ ਜਾਂਦੇ ਆ, ਤਾਂ ਉਹ ਫਿਰ ਜਿਹੜਾ ਪੁਜਾਰੀ ਆ ਉਹਨਾਂ ਨੂੰ ਪੁੱਛਦਾ ਵੀ ਦੱਸੋ ਤੁਸੀਂ ਕੀ ਚਾਹੁੰਦੇ ਆ ਇਹਨੂੰ ਅਗਲੇ ਜਨਮ 'ਚ ਮਿਲੇ। ਉਹ ਫਿਰ ਕਹਿੰਦੇ ਆ ਜੀ ਵੀ ਅਸੀਂ ਜਿੱਦਾਂ ਦਾ ਕਿਸੇ ਦੀ ਵੀ ਅਸੀਂ ਇਹਨੂੰ ਸਾਈਕਲ ਵੀ ਚਾਹੁੰਦੇ ਹਾਂ, ਜਾਂ ਕੋਈ ਕਹਿੰਦਾ ਅਸੀਂ ਸਕੂਟਰ ਚਾਹੁੰਦੇ ਹਾਂ, ਅਸੀਂ ਇਹਨੂੰ ਆਹ ਚਾਹੁੰਦੇ ਹਾਂ, ਅਸੀਂ ਆਹ ਚਾਹੁੰਦੇ ਹਾਂ। ਉਹ ਕਹਿੰਦਾ ਇਹ ਸਾਰੀਆਂ ਚੀਜ਼ਾਂ ਲਿਆ ਦਿਓ ਮੈਨੂੰ।
ਉਹ ਫਿਰ ਬਹੁਤੇ ਬੰਦੇ ਇਹ ਕਹਿੰਦੇ ਆ ਜੀ ਵੀ ਸਾਤੋਂ ਤਾਂ ਲਿਆ ਤਾਂ ਨਹੀਂ ਹੋਣੀਆਂ, ਤੁਸੀਂ ਦੱਸ ਦਿਓ ਵੀ ਕਿੰਨੇ ਕੁ ਦੀਆਂ ਆਉਣੀਆਂ। ਉਹ ਦੱਸ ਦਿੰਦਾ ਪਿਆ ਇੰਨੇ ਕੁ ਦੀਆਂ ਆਉਣੀਆਂ ਜੀ। ਉਹ ਫਿਰ ਉਹਨੂੰ ਉਨੇ ਪੈਸੇ ਦੇ ਦਿੰਦੇ ਆ ਜੀ। ਉਹ ਉਹਨੇ ਵੀ ਤੁਸੀਂ ਜੀ ਲੈ ਕੇ ਇਹਨੂੰ ਦੇ ਦਿਓ। ਉਹ ਫਿਰ ਬੰਦਾ ਕੀ ਕਰਦਾ ਜੀ, ਪ੍ਰੀਸਟ ਜਿਹੜਾ ਪੁਜਾਰੀ ਆ ਉਸ ਧਰਮ ਦਾ, ਉਹ ਫਿਰ ਇੱਕ ਲੈਟਰ ਲਿਖਦਾ ਰੱਬ ਦੇ ਨਾਂ ਜੀ। ਉਹ ਲੈਟਰ ਲਿਖਦਾ, ਉਹ ਰੱਬ ਦੇ ਨੂੰ ਕਹਿੰਦਾ ਵੀ ਆਹ ਜਿਹੜਾ ਬੰਦਾ ਤੇਰੇ ਕੋਲ ਆ ਰਿਹਾ, ਇਸ ਬੰਦੇ ਦੇ ਸੰਬੰਧੀਆਂ ਨੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹਨੂੰ ਦੇਤੀਆਂ ਵੀ ਇਹ ਇੱਥੇ ਇਹਨੂੰ ਇਹ ਦੇ ਦਿੱਤੀਆਂ ਜਾਣ। ਉਹ ਫਿਰ ਜਿਹੜਾ ਲੈਟਰ ਆ ਉਹ ਫਿਰ ਉਹਦੇ ਕੋਫਰ 'ਚ ਰੱਖ ਦਿੰਦੇ ਆ ਜੀ। ਉਹ ਜਿਹੜਾ ਬਕਸਾ ਹੁੰਦਾ ਜੀ, ਉਹ ਬਕਸੇ ਦੇ ਵਿੱਚ ਲੈਟਰ ਰੱਖ ਦਿੰਦੇ ਆ ਤੇ ਉਹਨਾਂ ਨੂੰ ਉਹ ਕਹਿੰਦਾ ਵੀ ਮੈਂ ਦੱਸ ਦਿੱਤਾ ਤੇ ਉਹ ਹੁਣ ਤੁਹਾਡੇ ਇਸ ਬੰਦੇ ਨੂੰ ਇਹ ਚੀਜ਼ਾਂ ਸਾਰੀਆਂ ਉੱਪਰ ਮਿਲ ਜਾਣੀਆਂ। ਅੱਛਾ, ਮੈਂ ਕਿਸੇ ਬੰਦੇ ਨੂੰ ਇਹ ਗੱਲ ਦੱਸੀ, ਮੈਂ ਕਿਹਾ ਦੇਖੋ ਕਿੰਨੀ ਜਹਾਲਤ ਆ, ਇੰਨੀ ਜਹਾਲਤ ਹੈ ਵੀ ਇਨਸਾਨ ਨੂੰ ਇੰਨੀ ਵੀ ਅਕਲ ਹੈ ਨਹੀਂ ਹੈਗੀ। ਉਹ ਮੈਨੂੰ ਮੋਹਰਿਓਂ ਕਹਿੰਦਾ ਜੀ ਇਹ ਉਹੀ ਜਹਾਲਤ ਨਹੀਂ ਹੈ, ਇਹ ਆਪਣੇ ਵੀ ਭਾਂਡੇ ਭੁੰਡੇ ਦਿੰਦੇ ਰਹੇ ਆ, ਕਹਿੰਦਾ ਅੱਗੇ ਆਪਣੇ ਵੀ ਬਿਸਤਰੇ ਉਸਤੇ ਦਿੰਦੇ ਰਹੇ ਆ, ਕਹਿੰਦਾ ਜਾ ਕੇ ਤੇ ਹੁਣ ਵੀ ਕਹਿੰਦਾ ਦੇ ਦਿੰਦੇ ਆ ਜਾ ਕੇ ਜਿਹੜੇ ਹੈਗੇ ਜਦ ਬਈ ਜੀ ਆਹ ਲੈ ਲਓ ਜਾ ਕੇ ਤੁਸੀਂ ਗਾਹਾਂ ਤੁਸੀਂ ਕਰ ਦਿਓ ਸਾਹਿਬ। ਸੋ ਇਹ ਜਿਹੜੇ ਹੈਗੇ ਆ ਇਹ ਧਾਰਮਿਕ ਜਿਹੜੀ ਹੈਗੀ ਇਹਨੂੰ ਕੁਰਬਾਨੀ ਕਹਿ ਲਓ ਜਾਂ ਕੁਛ ਕਹਿ ਲਓ, ਅੰਧ ਵਿਸ਼ਵਾਸ ਕਹਿ ਲਓ, ਕੁਛ ਕਹਿ ਦਿੰਦੇ ਜ਼ਰੂਰ ਹੈ ਜਿਹੜੇ ਹੈਗੇ ਆ ਵੀ ਤੁਸੀਂ ਇੱਦਾਂ ਗੱਲ ਕਰਦੇ ਆ ਜਾ ਕੇ। ਬਾਕੀ ਹੁਣ ਦੇਖ ਲਓ, ਹੁਣ ਕੁਰਬਾਨੀ ਦੀ ਤੁਸੀਂ ਹੁਣ ਕੋਈ ਸਵਾਲ ਸਵੂਲ ਕੱਢੋ ਜਾ ਕੇ ਜਿਹਦਾ ਮੈਂ ਜਵਾਬ ਦੇਵਾਂ ਜਾ ਕੇ। ਵੈਸੇ ਕੁਰਬਾਨੀ ਤਾਂ ਹੁਣ ਜਿਹੜੀ ਡੇਲੀ ਲਾਈਫ 'ਚ ਇੱਕ ਦੂਜੇ ਲਈ ਲੋਕ ਕਰਦੇ ਆ, ਕਈ ਵਾਰੀ ਦੂਜੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੇਰੇ ਲਈ ਉਹ ਕੋਈ ਕੁਰਬਾਨੀ ਕੀਤੀ ਜਾ ਰਹੀ ਆ। ਰੀਅਲ ਸੈਕਰੀਫਾਈਸ ਤਾਂ ਉਹੀ ਆ ਵੀ ਜਿਹੜੀ ਤੁਸੀਂ ਆਪ ਤੰਗ ਰਹਿ ਕੇ ਜਾਂ ਆਪ ਕਿਸੇ ਚੀਜ਼ ਤੋਂ ਵਾਂਝਾ ਰਹਿ ਕੇ ਦੂਜੇ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਸੁਖਾਲੀ ਕਰ ਦਿੰਦੇ ਹੋ। ਸਿੰਘ ਸਾਹਿਬ ਕੁਰਬਾਨੀ ਕੀ ਆ? ਕੁਰਬਾਨੀ ਇਹ ਆ ਕਿਸੇ ਚੰਗੇ ਚੀਜ਼ ਦੀ ਪ੍ਰਾਪਤੀ ਦੇ ਲਈ ਜਾਂ ਉਹਦੀ ਆਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਚੰਗੀ ਚੀਜ਼ ਆ ਉਹ ਛੱਡ ਦੇਣੀ। ਉਹ ਜਿਹੜੀ ਹੈਗੀ ਆ ਉਹ ਇੱਕ ਸੈਕਰੀਫਾਈਸ ਆ ਵੀ ਮੈਂ ਉਹਦੇ ਵਿੱਚ ਕੁਰਬਾਨੀ ਦੇ ਵਿੱਚ ਵੀ, ਜਿੱਦਾਂ ਮੈਂ ਕਿਹਾ ਪਹਿਲਾਂ, ਜਿੱਦਾਂ ਆਪਾਂ ਸ਼ੁਰੂ ਕੀਤੀ ਸੀ ਗੱਲ, ਵੀ ਪਿੱਛੇ ਹੁੰਦੀ ਆਪਣੀ ਖੁਸ਼ੀ ਆ। ਉਹਨੂੰ ਸਵਾਰਥ ਕਹਿ ਲਓ ਚਾਹੇ ਖੁਸ਼ੀ ਕਹਿ ਲਓ, ਜਾ ਕੇ ਹੁੰਦਾ ਆਪਣਾ ਹੀ ਆ ਵੀ ਸਾਨੂੰ ਆਹ ਫਾਇਦਾ ਹੋਵੇ ਇਹਦੇ ਵਿੱਚ। ਪਰ ਕਈ ਵਾਰੀ ਦੂਜਿਆਂ ਦੀ ਖੁਸ਼ੀ ਲਈ ਵੀ ਲੋਕ ਕੁਰਬਾਨੀ ਕਰ ਦਿੰਦੇ ਨੇ ਜਿਹਦੇ 'ਚ ਆਪ ਉਹਨਾਂ ਨੂੰ ਦੁੱਖ ਮਿਲਦਾ, ਆਪ ਉਹਨਾਂ ਨੂੰ ਸਰੀਰਕ ਦੁੱਖ ਮਿਲਦਾ, ਆਪ ਉਹਨਾਂ ਨੂੰ ਮਾਨਸਿਕ ਨਹੀਂ ਮਿਲਦਾ। ਉਹਨਾਂ ਨੂੰ ਜਦੋਂ ਤੁਸੀਂ ਕੁਰਬਾਨੀ ਦਿੰਦੇ ਆ ਆਪ ਸਰੀਰਕ ਦੁੱਖ, ਹੁਣ ਦੇਖੋ ਹੁਣ ਭਗਤ ਸਿੰਘਾਂ ਨੂੰ ਸਰੀਰਕ ਦੁੱਖ ਮਿਲਿਆ, ਮਾਨਸਿਕ ਖੁਸ਼ੀ ਮਿਲੀ, ਕਿਉਂਕਿ ਮਾਨਸਿਕ ਉਹਨਾਂ ਨੂੰ ਤਸੱਲੀ ਮਿਲੀ ਵੀ ਅਸੀਂ ਜਿਸ ਕਾਜ਼ ਨੂੰ ਠੀਕ ਸਮਝਦੇ ਸੀ ਅਸੀਂ ਉਸ ਕਾਜ਼ ਦੇ ਲਈ ਆਪਣਾ ਸਰੀਰ ਵੀ ਵੀ ਜਾਨ ਵੀ ਦੇਤੀ ਜਾ ਕੇ। ਠੀਕ ਹੈ ਨਾ ਜੀ। ਉਹ ਜਿਹੜੇ ਹੈਗੇ ਮੈਂ ਤੁਹਾਨੂੰ ਦੱਸਦਾ, ਮੈਂ ਉਹਨਾਂ ਦਾ ਇੱਕ ਆਖਰੀ ਲੈਟਰ ਪੜ੍ਹਿਆ ਜੀ। ਉਹ ਲੈਟਰ ਦੇ ਵਿੱਚ ਸਿੰਘ ਸਾਹਿਬ ਮੈਂ ਹੈਰਾਨ ਹੁੰਦਾ ਵੀ 23 ਸਾਲ ਦੀ ਉਮਰ ਦੇ ਵਿੱਚ ਇੱਕ ਇਨਸਾਨ ਇੱਦਾਂ ਦੀ ਚਿੱਠੀ ਲਿਖ ਸਕਦਾ। ਉਹ ਲੈਟਰ ਦੇ ਵਿੱਚ ਕਹਿੰਦੇ ਉਹ ਬੰਦੇ ਨੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੂੰ ਇਸ ਕਰਕੇ ਤੇਰੀ ਈਗੋ ਜਿਹੜੀ ਹੁੰਦੀ ਹੈ ਤਾਂ ਤੂੰ ਨਹੀਂ ਮੰਨਦਾ ਰੱਬ ਨੂੰ ਜਾਂ ਧਰਮ ਨੂੰ ਮੰਨਦਾ, ਤੇ ਈਗੋ ਕਰਕੇ ਆ। ਤੇ ਉਹ ਉਹਨੂੰ ਲਿਖਦੇ ਆ, ਉਹ ਕਹਿੰਦੇ ਈਗੋ ਦਾ ਰੌਲਾ ਨਹੀਂ ਹੈ ਜਾ ਕੇ। ਉੱਦਾਂ ਕਹਿੰਦੇ ਮੈਨੂੰ ਇਸ ਗੱਲ ਦਾ ਪਤਾ ਆ ਵੀ ਜੇ ਮੈਂ ਰੱਬ 'ਚ ਵਿਸ਼ਵਾਸ ਕਰ ਲਵਾਂ ਤਾਂ ਮਰਨਾ ਸੌਖਾ ਹੋ ਜਾਂਦਾ, ਜੇ ਧਰਮ 'ਚ ਵਿਸ਼ਵਾਸ ਕਰ ਮਰਨਾ ਸੌਖਾ ਹੋ ਜਾਂਦਾ। ਕਹਿੰਦੇ ਜਾ ਕੇ ਫਿਰ ਆਦਮੀ ਨੂੰ ਤਸੱਲੀ ਹੋ ਜਾਂਦੀ ਹੈ ਵੀ ਮੈਂ ਮਰਨ ਨਹੀਂ ਲੱਗਾ, ਮੈਂ ਗਾਹਾਂ ਚੱਲ ਜਾਣਾ, ਮੇਰੀ ਤਾਂ ਕਹਿੰਦੇ ਡੈਥ ਸੌਖੀ ਹੋ ਜਾਣੀ ਹੈ ਜੇ ਮੈਂ ਉਹ ਮੰਨ ਲਵਾਂ। ਪਰ ਮੇਰਾ ਸਿਰ ਨਹੀਂ ਮੰਨਦਾ, ਕਹਿੰਦੇ ਮੇਰਾ ਦਿਮਾਗ ਨਹੀਂ ਮੰਨਦਾ ਵੀ ਇਹ ਕਿੱਦਾਂ ਹੋ ਜਾਊਗਾ, ਇਹ ਤਾਂ ਹੋ ਨਹੀਂ ਸਕਦੀ ਇਹ ਗੱਲ ਜਾ ਕੇ। ਵੀ ਉੱਦਾਂ ਹੁਣ ਇਹ ਜਿਹੜੇ ਹੈਗੇ ਆ ਤਸੱਲੀ ਆਦਮੀ ਨੂੰ ਹੋ ਜਾਂਦੀ ਆ, ਪਤਾ ਨਹੀਂ ਹੋ ਜਾਂਦੀ ਹੈ ਕਿ ਨਹੀਂ, ਆਈ ਡੋਂਟ ਨੋ ਜਾ ਕੇ। ਤੇ ਉਹਦੇ ਵਿੱਚ ਆਪਾਂ ਉਹ ਚਾਰ ਵਾਕ ਵਾਲ ਨੂੰ ਕੋਟ ਕਰਾਂਗੇ ਫਿਰ ਜਾ ਕੇ। ਹੋਰ ਪਰ ਸਾਹਿਬ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਤੁਸੀਂ? ਸਿੰਘ ਸਾਹਿਬ ਇੱਕ ਤਾਂ ਉਹ ਜਿਹੜੇ ਰਿਸ਼ੀ ਚਾਰ ਵਾਕ ਹੋਏ ਆ, ਅੱਗੇ ਵੀ ਆਪਾਂ ਇੱਕ ਵਾਰ ਗੱਲ ਕੀਤੀ ਆ ਜੀ, ਉਹ ਫਿਰ ਮੈਂ ਦੁਹਰਾਉਣੀ ਚਾਹੁੰਦਾ। ਇਹ ਜਿਹੜਾ ਪੁਰਾਣਾ ਫਲਸਫਾ ਆਪਣਾ ਨਾ ਜੀ, ਇਹਦੇ ਵਿੱਚ ਜਿਹੜਾ ਹੈਗਾ ਮਟੀਰੀਅਲਿਜ਼ਮ ਉਹ ਹੈਗਾ ਉਹਦੇ ਵਿੱਚ। ਇਹ ਲੁਕਾਇਤਾ ਇੱਕ ਬੁੱਕ ਹੈ ਦੇਵੀ ਪ੍ਰਸਾਦ ਚਤੋਪਾਧਿਆ ਦੀ, ਉਹ 'ਚੋਂ ਪਿੱਛੋਂ ਟਰੇਸ ਕਰਕੇ ਲਿਆਂਦੇ ਆ ਵੀ ਇੱਥੇ ਇੱਦਾਂ ਨਹੀਂ ਹੈ ਵੀ ਇੱਦਾਂ ਮੰਨਦੇ ਰਹੇ ਆ ਲੋਕ ਜਿਹੜੀਆਂ ਚੀਜ਼ਾਂ ਨਹੀਂ ਮੰਨਣ ਵਾਲੀਆਂ। ਉਹਦੇ ਵਿੱਚ ਲਿਖਦੇ ਆ, ਉਹ ਕਹਿੰਦੇ ਵੀ ਇੱਕ ਫਲਸਫਾ ਹੋਇਆ, ਜਾਂ ਉਹ ਫਲਸਫਾ ਆ ਜਾਂ ਉਹ ਰਿਸ਼ੀ ਨੌਂ ਚਾਰ ਵਾਕ ਕਹਿੰਦੇ ਉਹਨੂੰ। ਉਹ ਜਿਹੜੇ ਹੈਗੇ ਆ ਉਹ ਰੱਬ ਨੂੰ ਨਹੀਂ ਮੰਨਦੇ। ਉਹ ਚਾਰ ਵਾਕ ਵਾਲੇ ਇਹ ਤਕਰੀਬਨ ਮਹਾਤਮਾ ਬੁੱਧ ਦੇ ਟਾਈਮ ਦੀ ਗੱਲ ਆ, ਉਸ ਸਮਝੋ 2500 ਸਾਲ ਪਹਿਲਾਂ। ਉਹ 2500 ਸਾਲ ਪਹਿਲਾਂ ਆਉਂਦੇ ਆ ਜੀ ਇੱਕ ਮੰਦਿਰ ਦੇ ਵਿੱਚ, ਉਹ ਪੁਜਾਰੀ ਨਾਲ ਗੱਲ ਕਰਦੇ ਆ। ਉਹ ਪੁਜਾਰੀ ਨੂੰ ਕਹਿੰਦੇ ਜੀ ਵੀ ਸਵਰਗ ਕਿੱਦਾਂ ਦਾ ਹੁੰਦਾ। ਉਹ ਉਹਨਾਂ ਨੂੰ ਦੱਸਦੇ ਆ ਪੁਜਾਰੀ ਵੀ ਸਵਰਗ ਇੱਦਾਂ ਦਾ ਹੁੰਦਾ, ਉਹਦੇ ਵਿੱਚ ਤਾਂ ਖੁਸ਼ੀਆਂ ਹੀ ਖੁਸ਼ੀਆਂ, ਉਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ, ਗਮ ਹੀ ਹੈ ਨਹੀਂ, ਉਹਦੇ ਵਿੱਚ ਦੁਨੀਆ ਦੀਆਂ ਸਾਰੀਆਂ ਵਧੀਆ ਚੀਜ਼ਾਂ ਜਿਹੜੀਆਂ ਸਵਰਗ ਦੇ ਵਿੱਚ ਹੁੰਦਾ। ਸਵਰਗ ਤਾਂ ਕਿਆ ਬਾਤ ਹੈ, ਸਵਰਗ ਬਿਲਕੁਲ ਦੁੱਧ ਦੀਆਂ ਨਦੀਆਂ, ਉਹੀ ਦੱਸਿਆ ਸਭ ਕੁਝ ਵੀ ਸਵਰਗ ਇੱਦਾਂ ਦਾ ਹੁੰਦਾ। ਉਹ ਫਿਰ ਅਗਲਾ ਸਵਾਲ ਉਹ ਕਰਦੇ ਆ ਰਿਸ਼ੀ ਉਹਨੂੰ, ਉਹ ਕਹਿੰਦੇ ਜੀ ਫਿਰ ਉੱਥੇ ਸਵਰਗ ਜਾਂਦਾ ਕੌਣ ਆ?
ਉਹ ਕਹਿੰਦੇ ਸਵਰਗ ਵਿੱਚ ਤਾਂ ਉਹ ਬੰਦਾ ਜਾਂਦਾ ਹੈਗਾ ਜਿਹੜਾ ਉਹਦਾ ਰੱਬ ਦਾ ਨਾਂ ਲਵੇ, ਰੱਬ ਦਾ ਨਾਂ ਲੋਕਾਂ ਨੂੰ ਦੁਆਵੇ, ਜਾ ਕੇ ਉਹਦਾ ਪ੍ਰਚਾਰ ਕਰੇ, ਧਰਮਹੇਤਰ ਕੰਮ ਕਰੇ, ਸਾਰੇ ਕੰਮ ਜਿਹੜੇ ਹੈ ਨੇਕ ਕੰਮ ਕਰੇ, ਜਾ ਕੇ ਖਾਸ ਤੌਰ 'ਤੇ ਰੱਬ ਦੀ ਸੇਵਾ ਕਰੇ, ਤਾਂ ਸੇਵਾ ਕਰਵਾਵੇ ਜਾ ਕੇ। ਉਹ ਕਹਿੰਦੇ ਅੱਛਾ, ਉਹ ਫਿਰ ਅਗਲਾ ਸਵਾਲ ਉਹ ਕਰਦੇ ਆ, ਉਹ ਕਹਿੰਦੇ ਜੀ ਫਿਰ ਤੁਸੀਂ ਤਾਂ ਜਾਓਗੇ, ਕਿਉਂਕਿ ਤੁਸੀਂ ਤਾਂ ਸਾਰੀ ਉਮਰ ਇਹੀ ਕੰਮ ਕੀਤਾ, ਪਹਿਲਾਂ ਤੋਂ ਛੋਟੇ ਹੁੰਦਿਆਂ ਤੋਂ ਇਸ ਕੰਮ 'ਤੇ ਤੁਸੀਂ ਤਾਂ ਜਾਓਗੇ। ਤਾਂ ਉਹ ਥੋੜ੍ਹਾ ਜਿਹਾ ਕਹਿੰਦੇ ਹਾਂ ਮੈਂ ਤਾਂ ਜਾਊਂਗਾ। ਹਾਂ, ਉਹ ਕਹਿੰਦੇ ਹਾਂ। ਉਹ ਜਦੋਂ ਹਾਂ ਕਹਿ ਦਿੰਦੇ ਆ ਤਾਂ ਫਿਰ ਉਹ ਰਿਸ਼ੀ ਉਹਨਾਂ ਨੂੰ ਕਹਿੰਦੇ ਚਾਰਵਾਕ ਜੀ, ਉਹ ਕਹਿੰਦੇ ਪੁਜਾਰੀ ਜੀ ਜਦ 6 ਮਹੀਨੇ ਹੋਏ ਪਹਿਲਾਂ ਤੁਸੀਂ ਇੱਕ ਵਾਰ ਬਿਮਾਰ ਹੋ ਗਏ ਸੀ, ਤੁਸੀਂ ਰੌਲਾ ਪਾਉਂਦੇ ਵੈਦ ਨੂੰ ਸੱਦੋ, ਵੈਦ ਨੂੰ ਸੱਦੋ, ਮੈਂ ਮਰ ਚੱਲਿਆ, ਮੈਂ ਮਰ ਚੱਲਿਆ। ਉਸ ਵੇਲੇ ਜਦ ਤੁਹਾਨੂੰ ਮੌਕਾ ਮਿਲਿਆ ਸੀ ਕਹਿੰਦੇ ਸਵਰਗ ਵਿੱਚ ਜਾਣ ਦਾ, ਤਾਂ ਤੁਸੀਂ ਰੋਂਦੇ ਕਿਉਂ ਸੀ? ਉਸ ਵੇਲੇ ਤਾਂ ਤੁਹਾਨੂੰ ਮੌਕਾ ਮਿਲਿਆ ਸੀ ਜਾਣ ਦਾ ਜਾ ਕੇ, ਔਰ ਇਹ ਵੀ ਗੱਲ ਪੱਕੀ ਸੀ ਵੀ ਤੁਸੀਂ ਸਵਰਗ ਜਾਣਾ ਔਰ ਜਾਣਾ ਵੀ ਤੁਸੀਂ ਹੈਗਾ, ਤੁਸੀਂ ਫੇਰ ਵੀ ਰੋਂਦੇ ਸੀ। ਜੇ ਇੰਨੀ ਚੰਗੀ ਵਧੀਆ ਤੁਸੀਂ ਕਿਉਂ ਸੀ? ਤੇ ਉਹ ਚਲੋ ਇੱਥੇ ਕਹਿਣਾ ਮੇਰਾ ਕੰਮ ਰਹਿੰਦਾ। ਤਾਂ ਫਿਰ ਉਹ ਰਿਸ਼ੀ ਜੀ ਫਿਰ ਇਹ ਕਹਿੰਦੇ ਆ, ਉਹ ਕਹਿੰਦੇ ਵੀ ਜਿਹੜਾ ਬੰਦਾ ਹੈਗਾ ਨਾ, ਇਹਨੂੰ ਜਿੰਨਾ ਮਰਜ਼ੀ ਸਮਝਾ ਲਓ, ਕਹਿੰਦੇ ਜਿੰਨਾ ਮਰਜ਼ੀ ਸਮਝਾ ਲਓ, ਇਹਦਾ ਮਨ ਮੰਨਦਾ ਨਹੀਂ ਵਿੱਚੋਂ। ਇਸ ਗੱਲ ਵਿੱਚੋਂ ਇਹਨੂੰ ਫੇਰ ਵੀ ਪਤਾ ਹੋਵੇ ਨਹੀਂ ਵੀ ਮੁੱਕ ਮਰ ਗਏ ਤਾਂ ਗਏ ਆ, ਤੇ ਮਰਨਾ ਨਹੀਂ ਚਾਹੁੰਦਾ ਇਹ ਜਾ ਕੇ। ਤੇ ਉਹਦੇ ਵਿੱਚ ਮੇਰੀ ਸਲਾਹ ਜਿਹੜੀ ਹੈ ਜੀ, ਉਹ ਮੇਰੀ ਸਲਾਹ ਤਾਂ ਇਹ ਹੈ, ਦੇਖੋ ਮੈਂ ਨਹੀਂ ਕਹਿੰਦਾ ਵੀ ਗਾਹਾਂ ਸਵਰਗ ਹੈ ਜਾਂ ਨਹੀਂ ਹੈ, ਪਰ ਉਹ ਅਨਸਰਟਨ ਜ਼ਰੂਰ ਮੈਂ ਕਹਿੰਦਾ, ਪੱਕੀ ਗੱਲ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਵੀ ਪੱਕਾ ਹੀ ਜਿਹੜਾ ਹੈਗਾ ਤੁਸੀਂ ਜਾਣਾ ਉੱਥੇ, ਪਰ ਉਹ ਜਿਹੜਾ ਫਿਊਚਰ ਦਾ ਤੁਹਾਡਾ ਉਹ ਦੁਨੀਆ ਆ, ਉਹ ਅਨਸਰਟਨ ਦੁਨੀਆ ਹੈ। ਆਹ ਜਿਹੜੀ ਦੁਨੀਆ ਇਹ ਸਰਟਨ ਦੁਨੀਆ ਹੈ। ਅਜੇ 'ਚ ਆਪਾਂ ਵਿਚਰ ਰਹੇ ਹਾਂ ਇਸ ਵੇਲੇ, ਇਹ ਹੈਗੀ ਹੈ, ਇਹ ਪੱਕੀ ਹੈ। ਇਹ ਇੱਦਾਂ ਨਹੀਂ ਹੈ ਕਹਾਂ ਜਾ ਕੇ ਵੀ ਹੈਗਾ ਜਾਂ ਨਹੀਂ ਹੈਗਾ, ਇਹ ਪੱਕੀ ਹੈ। ਸੋ ਮੇਰੀ ਇੱਕ ਸੁਣਨ ਵਾਲਿਆਂ ਨੂੰ ਇੱਕ ਸੁਝਾਅ ਆ ਵੀ ਇੱਕ ਅਨਸਰਟਨ ਫਿਊਚਰ ਦੀ ਆਸ ਦੇ ਵਿੱਚ ਸਰਟਨ ਨੂੰ ਖਰਾਬ ਨਾ ਕਰੋ, ਇਹਨੂੰ ਨਾ ਖਰਾਬ ਕਰੋ। ਵੀ ਜੇ ਕੋਈ ਕਹੀ ਜਾਂਦੇ ਇਹ ਤਾਂ ਜੀਵਨ ਐਵੇਂ ਆ ਜੀ, ਇਹ ਤਾਂ ਐਵੇਂ ਆ, ਅਸਲ ਤਾਂ ਉੱਥੇ ਹੋਣਾ, ਅਸਲ ਇਹ ਆ ਜਿਹੜਾ ਜੀ ਰਹੇ ਆ, ਇਹਨੂੰ ਖਰਾਬ ਨਾ ਕਰੋ, ਇਹਨੂੰ ਚੰਗੀ ਤਰ੍ਹਾਂ ਜੀਓ ਜਾ ਕੇ ਜਿਹੜਾ ਆਹ ਹੈਗਾ ਆ। ਤੇ ਉਹ ਦੂਜੇ ਦਾ ਪਤਾ ਨਹੀਂ, ਚਲੋ ਜੇ ਇਹਨੂੰ ਵੀ ਚਲੋ ਚੰਗਾ ਜੀਵਾਂਗੇ ਤਾਂ ਸ਼ਾਇਦ ਉਹ ਵੀ ਚੰਗਾ ਹੀ ਹੋਊਗਾ, ਪਰ ਉਹਦਾ ਪੱਕਾ ਪਤਾ ਨਹੀਂ ਹੈ, ਇਹਦਾ ਪੱਕਾ ਪਤਾ ਆ। ਬਿਲਕੁਲ ਇਹਦਾ ਪੱਕਾ ਪਤਾ। ਸੋ ਇਹਨੂੰ ਆਪਾਂ ਖਰਾਬ ਨਾ ਕਰੀਏ ਇਹਦੇ ਲਈ ਜਾ ਕੇ। ਡਰੈਸ ਰਿਹਰਸਲ ਨਹੀਂ, ਰੀਅਲ ਲਾਈਫ ਆ, ਇਹ ਰੀਅਲ ਲਾਈਫ ਆ। ਹੁਣ ਆਪਾਂ ਸੱਚੀ ਬੈਠੇ ਇੱਕ ਦੂਜੇ ਨੂੰ, ਇਹ ਨਹੀਂ ਹੈ ਵੀ ਸੱਚੀ ਗੱਲਾਂ ਕਰਦੇ ਆ, ਰੀਅਲ ਆ ਇਹ ਜਾ ਕੇ। ਅੱਛਾ, ਉਹਦੇ ਵਿੱਚ ਸਾਹਿਬ ਇੱਕ ਵਾਰ ਮੈਂ ਹੋਰ ਤੁਹਾਨੂੰ ਗੱਲ ਦੱਸਦਾ, ਤੁਹਾਡੇ ਕੋਲ ਹੈਗਾ ਥੋੜ੍ਹਾ ਜਿਹਾ। ਉਹਦੇ ਵਿੱਚ ਜਿਸ ਵੇਲੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਉਣ ਲੱਗੇ ਜਾ ਕੇ, ਤੇ ਇਹ ਸੁਕਰਾਤ ਨੂੰ ਥੋੜ੍ਹਾ ਜਿਹਾ ਮੈਂ ਦੱਸਦੇ ਇੱਕ ਮਿੰਟ ਵੀ ਇਹਨੂੰ ਸਜ਼ਾ ਹੋ ਗਈ ਸੀ। ਤਾਂ ਉੱਥੇ ਦੀ ਐਥਨਸ ਦੀ ਗੌਰਮੈਂਟ ਨੇ ਇਹਨੂੰ ਕਿਹਾ ਸੀ ਵੀ ਇਹ ਨੌਜਵਾਨਾਂ ਨੂੰ ਖਰਾਬ ਕਰ ਰਿਹਾ, ਇਹਨੂੰ ਜ਼ਹਿਰ ਦਾ ਪਿਆਲਾ ਪਿਲਾਓ ਜਾ। ਅੱਛਾ, ਇਹ 399 ਦੀ ਗੱਲ ਹੈ, BC ਦੀ ਗੱਲ। ਅੱਛਾ, ਉਹ ਜਿਸ ਵੇਲੇ ਆ ਤਾਂ ਉਹਨਾਂ ਦਾ ਜਿਹੜਾ ਸ਼ਾਗਿਰਦ ਸੀ ਕ੍ਰੀਟੋ, ਉਹ ਰੋਣ ਲੱਗ ਪਿਆ। ਇੱਕ ਪਲੇਟੋ ਸੀ, ਕ੍ਰੀਟੋ ਸੀ। ਪਲੇਟੋ ਸੀ ਇਹ, ਪਰ ਕ੍ਰੀਟੋ ਦੀ ਗੱਲ ਆ। ਤੇ ਉਹ ਜਿਹੜਾ ਹੈਗਾ ਆ ਉਹ ਰੋਣ ਲੱਗ ਪਿਆ। ਤੇ ਇਹ ਉਹਨੂੰ ਕਹਿੰਦੇ ਵੀ ਤੂੰ ਰੋਂਦਾ ਕਿਉਂ? ਉਹ ਕਹਿੰਦਾ ਜੀ ਮੈਂ ਰੋਂਦਾ ਇਸੇ ਕਰਕੇ ਆ ਵੀ ਤੁਸੀਂ ਹੁਣ ਚਲੇ ਜਾਣਾ, ਮਰ ਜਾਣਾ ਜਾ ਕੇ, ਤਾਂ ਇਸ ਵੇਲੇ ਰੋਂਦਾ। ਉਹ ਕਹਿੰਦੇ ਵੀ ਦੇਖ ਮੇਰੇ ਨਾਲ ਗੱਲ ਕਰ। ਉਹ ਇਹ ਕਹਿੰਦੇ ਆ ਵੀ ਉਸ ਸਮੇਂ ਦੇ ਮੁਤਾਬਕ ਉਹ 'ਚ ਲੌਜਿਕ ਬਹੁਤ ਹੁੰਦਾ ਸੀ। ਸੁਕਰਾਤ ਦਲੀਲ ਨਾਲ ਗੱਲ ਕਰਦੇ ਸੀ। ਉਹ ਕਹਿੰਦੇ ਵੀ ਦੇਖ ਮੈਂ ਤੈਨੂੰ ਗੱਲ ਕਰਦਾ ਵੀ ਜਿਸ ਵੇਲੇ ਮੈਂ ਮਰ ਜਾਣਾ, ਦੋ ਗੱਲਾਂ ਹੋ ਸਕਦੀਆਂ। ਜਾਂ ਤਾਂ ਕਹਿੰਦੇ ਇਹ ਆ ਵੀ ਨੈਕਸਟ ਲਾਈਫ ਹੈਗੀ, ਵੀ ਅੱਗੇ ਜਾ ਕੇ ਹੈਗੀ ਆ, ਮੈਂ ਅਗਲਾ ਜਨਮ ਮੇਰਾ ਹੋ ਜਾਣਾ, ਮੈਂ ਚੱਲ। ਜੇ ਤਾਂ ਕਹਿੰਦੇ ਇਹ ਹੋਈ ਫਿਰ ਤਾਂ ਬਹੁਤ ਚੰਗਾ, ਕਹਿੰਦਾ ਪੁਰਾਣਿਆਂ ਬੰਦਿਆਂ ਨੂੰ ਮਿਲਾਂਗੇ ਜਾ ਕੇ, ਆਪਣੇ ਹੋਰ ਹੋਊਗੇ ਪੁਰਾਣੇ ਫਿਲਾਸਫਰ ਹੋਊਗੇ, ਉਹਨਾਂ ਨਾਲ ਬਹਿਸਾਂ ਕਰਾਂਗੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲਾਂਗੇ ਜਾ ਕੇ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਇੱਕ ਗੱਲ ਇਹ ਹੋ ਸਕਦੀ ਆ ਵੀ ਨੈਕਸਟ ਲਾਈਫ ਹੈਗੀ ਆ। ਕਹਿੰਦਾ ਦੂਜੀ ਲਾਈਫ ਆ ਵੀ ਨੈਕਸਟ ਲਾਈਫ ਹੈ ਨਹੀਂ, ਉਹ ਹੈਗੀ ਆ ਵੀ ਮੋਗੇ ਗੱਲ ਬਸ। ਅੱਛਾ, ਉਸ ਹਾਲਤ ਵਿੱਚ ਵੀ ਕਹਿੰਦਾ ਇਹ ਹੋਣੀ ਆ ਵੀ ਜਦ ਵੀ ਮੈਂ ਮਰ ਜਾਣਾ, ਅਸੀਂ ਕਹਿੰਦਾ ਜਦ ਹੁਣ ਜੀਂਦੇ ਹਾਂ ਅਸੀਂ ਕਹਿੰਦੇ ਹੁੰਦੇ ਵੀ ਮੈਂ ਸੁੱਤਾ ਹਾਂ, ਮੈਨੂੰ ਜਗਾਇਓ ਨਾ, ਮੈਂ ਗੂੜੀ ਨੀਂਦੇ ਸੌਣਾ, ਮੈਨੂੰ ਪਤਾ ਹੀ ਨਾ ਲੱਗੇ ਮੇਰੇ ਆਲੇ ਦੁਆਲੇ ਕੀ ਹੁੰਦਾ। ਉਹ ਕਹਿੰਦੇ ਫਿਰ ਮੈਂ ਇੱਦਾਂ ਦੀ ਨੀਂਦ ਵਿੱਚ ਚੱਲ ਜਾਣਾ ਜਿਹਦੇ 'ਚ ਮੈਨੂੰ ਕੋਈ ਪਤਾ ਨਹੀਂ ਲੱਗਣਾ ਵੀ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਜਾਂ ਕੀ ਨਹੀਂ ਹੋਗਾ, ਕੋਈ ਜਾਗਦੇ ਢੋਲ ਵੱਜਣ ਚਾਹੇ ਕੁਛ ਹੋਣ, ਜਾਂ ਮੈਂ ਇੱਦਾਂ ਦੀ ਨੀਂਦੇ ਸੌ ਜਾਣਾ ਜਿਹੜਾ ਹਰ ਬੰਦਾ ਜਿਹੜਾ ਉਸ ਨੀਂਦ ਦੀ ਖਾਹਿਸ਼ ਕਰਦਾ ਪਵੇ ਮੈਂ ਗੂੜੀ ਨੀਂਦੇ ਸਾਂ। ਫਿਰ ਮੈਂ ਗੂੜੀ ਨੀਂਦੇ ਸੌ ਜਾਣਾ ਕਹਿੰਦੇ ਜਾ ਕੇ। ਫਿਰ ਨਾਲੇ ਉਹ ਕਹਿੰਦੇ ਦੋਹਾਂ ਹੀ ਹਾਲਤਾਂ ਵਿੱਚ ਤੇਰੇ ਨਾਲੋਂ ਚੰਗਾ, ਕਹਿੰਦੇ ਤੇਰੇ ਨਾਲੋਂ ਚੰਗਾ ਦੋਹਾਂ ਹਾਲਤਾਂ 'ਚ। ਸੋ ਇਹਦੇ ਵਿੱਚ ਵੀ ਮੈਨੂੰ ਲੱਗਦਾ ਜਿੱਦਾਂ ਆਪਣੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਲੋਕ ਆ, ਉਹ ਮੈਨੂੰ ਬੜਾ ਹੋ ਜਗਦਾ ਵੀ ਚਿੰਤਾ ਤਾਂ ਕਈ ਕੀਜੇ ਜੋ ਅਨਹੋਣੀ ਹੋਏ। ਜਿਹੜੀ ਅਨਹੋਣੀ ਹੈ ਗੱਲ ਹੋਵੇ ਉਹਦੀ ਚਿੰਤਾ ਕਰੋ, ਜਿਹੜੀ ਹੋਣੀ ਹੈ ਗੱਲ ਉਹਦੀ ਤਾਂ ਚਿੰਤਾ ਨਾ ਕਰੋ ਜਾ ਕੇ, ਠੀਕ ਹੈ ਨਾ। ਪਰ ਇਸ ਕਰਕੇ ਮਨੁੱਖ ਨੂੰ ਪਿਆਰ ਇੰਨਾ ਹੈ ਜ਼ਿੰਦਗੀ ਦੇ ਨਾਲ ਵੀ, ਪਰ ਉਹ ਜਾਣਾ ਨਹੀਂ ਚਾਹੁੰਦਾ ਇੱਥੇ ਜਾ ਕੇ। ਪਰ ਉਹ ਚਿੰਤਾ
ਅਨਹੋਣੀ ਦੀ ਕਰੋ ਜਿਹੜੀ ਇਹ ਤਾਂ ਹੋਣੀ ਹੈ, ਜਿਹੜੀ ਗੱਲ ਹੋਣੀ ਹੈ ਜਾ ਕੇ ਜੋ ਕੀ ਕੀਜੀਏ ਜੋ ਅਨਹੋਣੀ ਹੋਏ। ਇਸ ਮਾਰਗ ਸੰਸਾਰ ਥੀ ਨਾਨਕ ਥਿਰ ਨਹੀਂ ਕੋਈ। ਬਿਲਕੁਲ ਕੋਈ ਚੀਜ਼ ਪੱਕੀ ਨਹੀਂ ਹੈ ਜਾ ਕੇ, ਇਸ ਕਰਕੇ ਹਰ ਚੀਜ਼ ਬਦਲਦੀ ਆ। ਟੈਂਪਰੇਰੀ ਵਰਲਡ ਇਹ ਜਿਹੜੀ ਵਰਲਡ ਹੈ, ਇਹ ਸਿੰਘ ਸਾਹਿਬ ਨੇਚਰ ਤੋਂ ਬਿਨਾ ਸਾਰੀ ਚੀਜ਼ ਟੈਂਪਰਰੀ ਹੈ। ਨੇਚਰ ਤੋਂ ਬਿਨਾਂ ਇਹ ਜਿਹੜਾ ਬ੍ਰਹਮੰਡ ਆ ਇਹੀ ਇੱਕ ਪੱਕੀ ਚੀਜ਼ ਆ। ਬਾਕੀ ਜਿਹੜਾ ਇਹਦੇ ਅੰਦਰ ਜੋ ਕੁਝ ਹੋ ਰਿਹਾ ਉਹ ਸਾਰਾ ਹੀ ਚੇਂਜ ਹੋ ਰਿਹਾ, ਉਹ ਸਭ ਕੁਝ ਚੀਜ਼ ਆ। ਉਹ ਸਾਰੀਆਂ ਚੀਜ਼ਾਂ ਨਾਸ਼ਵਾਨ ਆ, ਨੇਚਰ ਨਾਸ਼ਵਾਨ ਨਹੀਂ ਹੈ। ਕਿ ਹੁਣ ਨੇਚਰ ਕੀ ਹੈ? ਨੇਚਰ ਇਹ ਨਹੀਂ ਹੈ ਵੀ ਆ ਦਰਖਤ ਨੇਚਰ ਹੈ। ਜੇ ਨੇਚਰ ਦੀ ਪਰਿਭਾਸ਼ਾ ਜੇ ਮੇਰੇ ਤੋਂ ਕੋਈ ਪੁੱਛੇ ਤਾਂ ਮੈਂ ਇਹ ਕਹੂੰਗਾ ਜੋ ਕੁਝ ਵੀ ਹੈ ਜਿੱਥੇ ਕਿਸੇ ਵੀ ਹੈ ਉਹ ਸਾਰੇ ਦੇ ਵਿਕਾਸ ਨੂੰ ਨੇਚਰ ਕਹਿੰਦੇ। ਜੋ ਕੁਝ ਵੀ ਹੈ ਜਿੱਥੇ ਆ ਜਿਹੜਾ ਆ ਵੀ ਨੇਚਰ ਹੈ, ਆ ਕਾਗਜ਼ ਵੀ ਨੇਚਰ ਹੈ, ਪੈਨ ਵੀ ਨੇ, ਇਹ ਵੀ ਨੇਚਰ ਦਾ ਹਿੱਸਾ ਹੈ। ਅਸੀਂ ਨੇਚਰ ਬਣਾਈ ਹੋਈ ਆ ਵੀ ਉਹ ਦਰਖਤ ਜਿਹੜੇ ਆ ਬੂਟੇ ਆ ਜਾਂ ਫਲਾਨਾ, ਇੱਦਾਂ ਨਹੀਂ ਹੈ। ਇਹ ਸਾਰਾ ਯੂਨੀਵਰਸ ਜਿਹੜਾ ਹੈ ਬ੍ਰਹਮੰਡ ਹੈ ਇੱਕ, ਇਹਦੇ ਵਿੱਚ ਸਭ ਕੁਝ ਹੈ। ਇਹ ਪਰਮਾਨੈਂਟ ਆ, ਇਹਦਾ ਨਾ ਬਿਗਨਿੰਗ ਆ ਨਾ ਇਹਦਾ ਐਂਡ ਆ ਜਾ ਕੇ। ਪਰ ਇਹਦੇ ਅੰਦਰ ਜੋ ਕੁਛ ਹੈਗਾ ਉਹ ਜਿਹੜਾ ਹੈਗਾ ਉਹ ਤਬਦੀਲ ਹੋਈ ਜਾਂਦਾ। ਉਹ ਹਰ ਚੀਜ਼ ਜਿਹੜੀ ਉਹ ਬਦਲੀ ਜਾਣੀ ਹੈ, ਟੁੱਟ ਕੇ ਫੇਰ ਹੋ ਜਾ, ਮੁੜ ਕੇ ਫੇਰ ਨੇਚਰ ਦਾ ਹਿੱਸਾ ਬਣ ਜਾਣਾ। ਆ ਸਭ ਕੁਝ ਉਹ ਪਿਆ ਟੁੱਟ ਜਾਣਾ, ਟੁੱਟ ਕੇ ਮੈਨੂੰ ਫੇਰ ਉਹਦਾ ਹਿੱਸਾ ਬਣ ਜਾਣਾ ਕਿਸੇ ਦਾ। ਉਹ ਪੱਕੀ ਚੀਜ਼ ਹੈ। ਸੋ ਇਸ ਗੱਲ ਕਰਕੇ ਐਂਡ ਦੇ ਵਿੱਚ ਤਾਂ ਇਹੀ ਆ ਵੀ ਥੋੜ੍ਹਾ ਜਿਹਾ ਦਿਮਾਗ ਤੋਂ ਹੀ ਕੰਮ ਲੈ ਕੇ ਮੇਰੀਆਂ ਗੱਲਾਂ ਵੀ ਜਿਹੜੀਆਂ ਹੁਣ ਇੱਥੇ ਕਰ ਗਏ ਜਾ ਕੇ, ਚਾਹੇ ਕਮਲ ਮਾਰ ਗਏ ਚਾਹੇ ਕੁਛ ਵੀ ਕਰ ਗਏ, ਇਹਨੂੰ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਫਿਰ ਇਹ ਆਪਾਂ 24 ਸਾਲ ਪਿਛਲੇ 'ਚ ਕੋਸ਼ਿਸ਼ ਕੀਤੀ ਆ। ਤੁਸੀਂ ਮੇਰਾ ਸਾਥ ਦਿੱਤਾ ਉਹਦੇ ਵਿੱਚ ਜਾ ਕੇ। ਹੋ ਸਕਦਾ ਤੁਹਾਡਾ ਕਈਆਂ ਨੂੰ ਨਾ ਚੰਗਾ ਲੱਗਾ ਹੋਵੇ, ਪਰ ਪਾਰਟ ਆਫ ਦੀ ਗੇਮ ਜਾ ਕੇ ਕੋਈ ਗੱਲ ਨਹੀਂ। ਤੇ ਥੈਂਕ ਯੂ ਵੈਰੀ ਮਚ। ਫਿਰ ਮਿਲਾਂਗੇ ਜੀ। ਥੈਂਕ ਯੂ।